ਅੱਜ ਆਪਾਂ 84 ਅੰਗ ਤੋਂ ਸ੍ਰੀ ਰਾਗ ਦੇ ਵਿੱਚ ਜਿਹੜੀ ਵਾਰ ਹੈਗੀ ਆ ਤੀਸਰੀ ਪਾਤਸ਼ਾਹੀ ਦੀ ਵਾਰ ਹੈ। ਮਾफ़ ਕਰਨਾ ਜੀ, ਮੈਂ ਸ਼ਾਇਦ ਚੌਥੀ ਪਾਤਸ਼ਾਹੀ ਦੀ ਕਹਿ ਗਿਆ ਹੋਊਂਗਾ। ਤੀਸਰੀ ਪਾਤਸ਼ਾਹੀ ਦੀ ਵਾਰ ਆ, ਨਹੀਂ ਚੌਥੀ ਪਾਤਸ਼ਾਹੀ ਦੀ ਵਾਰ ਆ। ਸਾਰੀ ਸ਼ਲੋਕ ਜਿਹੜੇ ਤੀਸਰੀ ਪਾਤਸ਼ਾਹੀ ਦੇ ਹੈਗੇ। ਅਤੇ ਅਸੀਂ ਸ਼ੁਰੂ ਕਰਨ ਲੱਗੇ ਹਾਂ ਜੀ। ਆਪਣੀ 5 ਪੌੜੀਆਂ ਹੋ ਗਈਆਂ, ਅਸੀਂ 6ਵੀਂ ਪੌੜੀ ਤੋਂ ਸ਼ੁਰੂ ਕਰਨ ਲੱਗੇ ਹਾਂ। ਮਹਾਰਾਜ ਮਿਹਰ ਕਰਨ। ਸ਼ਲੋਕ ਮਹੱਲਾ ਤੀਜਾ। ਕਲਮ ਜਲੋ ਸਣ ਮਸ ਵਾਣੀਐ, ਕਾਗਜ਼ ਵੀ ਜਲ ਜਾਓ। ਲਿਖਣ ਵਾਲਾ ਜਲ ਬਲੋ, ਜਿਨੇ ਲਿਖਿਆ ਦੂਜਾ ਭਾਓ। ਦੇਖੋ ਆਪਣੇ ਕੋਲ ਜਿਹੜਾ ਹੈਗਾ ਇਹ ਜਨਮ ਮਿਲਿਆ ਆਪਾਂ ਨੂੰ, ਇਹ ਆਪਾਂ ਨੂੰ ਜਿਹੜਾ ਹੈਗਾ ਇਹ ਕਾਗਜ਼ ਜਿਹੜਾ ਹੈਗਾ, ਜਿਹੜਾ ਧਰਮਰਾਜ ਨੇ ਵਾਚਣਾ ਹੈਗਾ, ਇਹ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਹੈ। ਇਹਦੇ ਵਿੱਚ ਆਪਾਂ ਨੂੰ ਜਿਹੜੇ ਹੈਗੇ ਆਪਣੇ ਕਰਮਾਂ ਦੀ ਲਿਖਤ ਚਾਹੀਦੀ ਹੈ। ਪਾਈ ਕਰਮ ਕਰਕੇ ਜਿਹੜੀ ਲਿਖਤ ਹੁੰਦੀ ਆ, ਉਹ ਲਿਖਤ ਜਿਹੜੀ ਹੈਗੀ ਧਰਮਰਾਜ ਨੇ ਵਾਚਣੀ ਆ। ਦੋ ਟਾਈਪ ਦੀ ਲਿਖਤ ਲਿਖ ਸਕਦੇ ਹਾਂ। ਇੱਕ ਜਿਹੜੀ ਹੈਗੀ ਮਾਇਆ ਦੀ ਲਿਖਤ ਲਿਖ ਸਕਦੇ ਹਾਂ, ਇੱਕ ਜਿਹੜੀ ਹੈ ਮਾਇਆ ਸਵਾਦਾਂ ਦੀ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਸਵਾਸ ਜਿੱਥੇ ਜਿੱਥੇ ਲਾਏ ਆਪਾਂ ਨੇ, ਇੱਕ ਸਵਾਸ ਦੀ ਲਿਖਤ ਚਾਹੀਦੀ ਆ। ਜਿੰਨੇ ਸਵਾਸ ਮਾਲਕ ਨੇ ਦਿੱਤੇ ਆ, ਉਹ ਧਨ ਦਿੱਤਾ ਹੈ ਮਾਲਕ ਨੇ। ਉਹ ਕਹਿੰਦਾ ਕਿੱਥੇ ਕਿੱਥੇ ਖਰਚੇ ਆਇਆ ਪਿਆਰਿਆ, ਉਹਦੀ ਮੈਨੂੰ ਧਰਮਰਾਜ ਕਹਿੰਦਾ ਮੈਨੂੰ ਤੇਰੀ ਸਾਰੀ ਲਿਖਤ ਚਾਹੀਦੀ ਆ। ਮੈਂ ਰਿਕਾਰਡਰ ਤੇਰੇ ਅੰਦਰ ਹੀ ਰੱਖਿਆ ਹੋਇਆ। ਚਿੱਤਰਗੁਪਤ ਸਭ ਲਿਖਤੇ ਲੇਖਾ। ਕਹਿੰਦੇ ਬਸ ਉਹ ਜਿਹੜਾ ਹੈਗਾ ਉਹਨੇ ਲੇਖਾ ਜਿਹੜਾ ਹੈਗਾ ਧਰਮਰਾਜ ਨੇ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਉਹਦੇ ਸਾਹਮਣੇ ਆਪਣੇ ਵੀਡੀਓ ਡਿਸਪਲੇ ਕਰ ਦੇਣਾ। ਜੇ ਕਿਤੇ ਕੋਈ ਕਹੇ ਵੀ ਮੈਂ ਨਹੀਂ ਕੀਤਾ ਜੀ, ਮੈਂ ਇੱਥੇ ਕਿਹੜਾ ਹਨੇਰੇ 'ਚ ਕਿਸੇ ਨੇ ਦੇਖਿਆ ਸੀਗਾ ਮੈਨੂੰ, ਉਹਨੇ ਸਾਰਾ ਜਿਹੜਾ ਉਹਦਾ ਜਿਹੜਾ ਹੈਗਾ ਕੈਮਰਾ ਜਿਹੜਾ ਚਿੱਤਰਗੁਪਤ ਆ, ਉਹ ਸਾਰਾ ਉਹ ਮਨ ਜਿਹੜਾ ਹੈ ਆਪਣੀ ਆਤਮਾ ਜਿਹੜੀ ਹੈਗੀ ਆ, ਉਹ ਵਿਟਨੈਸ ਹੁੰਦੀ ਆ ਉਸ ਜਗ੍ਹਾ ਦੇ ਉੱਤੇ। ਉਹ ਸਾਰੀ ਦੀ ਸਾਰੀ ਲਿਖਤ ਜਿਹੜੀ ਹੈਗੀ ਆ ਉੱਥੇ ਮੁੱਕਰ ਨਹੀਂ ਸਕਦਾ ਇਨਸਾਨ। ਕਲਮ ਜਲੋ ਸਣ ਮਸਵਾਣੀ ਹੈ। ਕਹਿੰਦੇ ਭਾਈ ਕਲਮ ਅਤੇ ਸ਼ਾਈ ਨਾਲ ਸਾਈ ਅਤੇ ਕਾਗਜ਼ ਵੀ ਜਲ ਜਾਓ। ਕਹਿੰਦੇ ਉਹ ਕਾਗਜ਼ ਵੀ ਜਲ ਜਾਏ। ਲਿਖਣ ਵਾਲਾ ਜਲ ਬਲੋ, ਲਿਖਣ ਵਾਲਾ ਵੀ ਸੜ ਜਾਏ। ਕਹਿੰਦੇ ਜਿਹਨੇ ਲਿਖਿਆ ਦੂਜਾ ਭਾਓ, ਜਿਸਨੇ ਕਿ ਮਾਇਆ ਦਾ ਲੇਖਾ ਲਿਖ ਕੇ ਖਾਲੀ ਜਿਹੜਾ ਹੈਗਾ ਇਹ ਕਾਲਾ ਕਰਤਾ। ਇੰਨਾ ਕਾਗਜ਼ ਵਧਾਤਾ, ਇੰਨਾ ਕਾਰਨ ਸਰੀਰ ਵਧਾਤਾ। ਹੁਣ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਦੇ ਵਿੱਚ ਲੰਘਣਾ ਪਊਗਾ। ਕਹਿੰਦਾ ਆਹ ਜਿਹੜਾ ਲਿਖਣ ਵਾਲਾ ਹੈਗਾ ਭਾਈ ਤਾਂ ਸੜ ਜੇ ਤਾਂ ਫਾਇਦਾ ਕੀ ਆ? ਇਹਨੇ ਤਾਂ ਵੈਸੇ ਹੀ ਉਮਰ ਜਿਹੜੀ ਹੈਗੀ ਮਨੁੱਖਾ ਸਰੀਰ ਮੇਰਾ ਸਾੜ ਦਿੱਤਾ ਇਹਨੇ। ਇਹ ਲਿਖਣ ਵਾਲਾ ਪਤੰਦਰ ਜਿਹੜਾ ਮਨ ਹੈਗਾ, ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ। ਕਹਿੰਦੇ ਇੱਕ ਪ੍ਰੋਬਲਮ ਹੋਰ ਹੈਗੀ ਆ ਕਿ ਮਨ ਜਿਹੜਾ ਹੈਗਾ ਇਹ ਜੋ ਇਹਨੇ ਪਹਿਲਾਂ ਲਿਖਿਆ ਹੁੰਦਾ ਹੈ, ਪਹਿਲਾਂ ਜਿਹੜੇ ਲਿਖਿਆ ਹੁੰਦਾ ਉਹ ਸੰਸਕਾਰ ਬਣ ਜਾਂਦੇ ਆ ਮਨ ਦੇ। ਕਹਿੰਦੇ ਉਹ ਸੰਸਕਾਰ ਜਿਹੜੇ ਹੈਗੇ ਇਨਸਾਨ ਦੇ ਜਿਹੜੇ ਹੈਗੇ ਭਾਰੂ ਪੈ ਜਾਂਦੇ ਆ ਇਹਦੇ ਉੱਤੇ। ਉਹ ਸੰਸਕਾਰ ਸਾਰੇ ਜਿਹੜੇ ਹੈਗੇ ਉਹ ਮਨ ਦੇ ਉੱਤੇ ਜਿਹੜੇ ਹੈਗੇ ਮਨ ਨੂੰ ਗਾਈਡ ਕਰਦੇ ਆ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ। ਕਹਿੰਦੇ ਹੋਰ ਕੋਈ ਜਿਹੜਾ ਹੈਗਾ, ਔਰ ਆਪਾਂ ਨੂੰ ਚਾਂਸ ਮਿਲਿਆ ਹੈ ਵੀ ਪੂਰਬ ਲਿਖੇ ਸੰਸਕਾਰ ਜਿਹੜੇ ਉਹਨਾਂ ਦੇ ਅਧੀਨ ਹੀ ਕੰਮ ਕਰਨਾ ਪਊਗਾ ਭਾਈ। ਉਹਨਾਂ ਨੇ ਖਿੱਚ ਪਾਉਣੀ ਹੈਗੀ ਆ। ਪਰ ਆਪਾਂ ਨੂੰ ਜਿਹੜਾ ਹੈਗਾ ਉਹ ਸੰਸਕਾਰ ਆਪਾਂ ਜਿਹੜੇ ਹੈ ਮਿਟਾ ਵੀ ਸਕਦੇ ਹਾਂ, ਔਰ ਉਹ ਸੰਸਕਾਰ ਜਿਹੜੇ ਹੈਗੇ ਗਾਹਾਂ ਵਧਾ ਵੀ ਸਕਦੇ ਹਾਂ। ਆ ਪੂਰੀ ਜਿਹੜੀ ਹੈਗੀ ਆਪਣੇ ਕੋਲ ਜਿਹੜੀ ਹੈਗੀ ਆ, ਆਪਾਂ ਨੂੰ ਚੋਇਸ ਹੁੰਦੀ ਆ, ਆਪਾਂ ਨੂੰ ਚਾਂਸ ਹੁੰਦਾ। ਆ ਹੁਣ ਜਿਹੜਾ ਹੈਗਾ ਇੱਕ ਜਗ੍ਹਾ ਆਉਂਦਾ ਹੈ, ਦੇਖੋ ਆਪਣੇ ਜਿਹੜੇ ਹੈਗੇ ਆ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ। ਉਹ ਕਰਨੀ ਆਪਣੀ ਕਾਗਜ਼ ਆ ਭਾਈ, ਕਰਨੀ ਕਾਗਜ਼ ਮਨ ਮਸਵਾਣੀ। ਮਨ ਜਿਹੜਾ ਹੈਗਾ ਮਸਵਾਣੀ ਹੈ। ਮਨ ਜਿਹੜਾ ਹੈਗਾ ਰਾਈਟਰ ਹੈ, ਸ਼ਾਹੀ ਹੈ, ਸਾਰਾ ਕੁਛ ਹੈ ਮਨ। ਇਹ ਮਨ ਲਿਖਦਾ ਹੈ। ਕਰਨੀ ਕਾਗਜ਼ ਮਨ ਮਸਵਾਣੀ,
बुरा भला दोए लेख पए, ज्यों ज्यों किरत चलाए त्यों चलिए, ताऊ गुण नाही अंत हरे। ਕਹਿੰਦੇ ਜਿਸ ਤਰ੍ਹਾਂ ਕਿਰਤ ਚਲਾਉਂਦੀ ਆ ਭਾਈ ਉਸ ਤਰ੍ਹਾਂ ਹੀ ਇਨਸਾਨ ਚੱਲਦਾ ਹੈ। ਔਰ ਜਿਹੜੇ ਹੈਗੇ ਮਾਲਕ ਪਰਮਾਤਮਾ ਦੇ ਗੁਣ ਹੀ ਹੈ ਨਹੀਂ ਗੇ। ਕਹਿੰਦੇ ਹੁਣ ਇਸ ਜਨਮ 'ਚ ਵੀ ਗੁਣ ਨਹੀਂ ਹੈਗੇ, ਇਸ ਜਨਮ ਦੇ ਵਿੱਚ ਵੀ ਉਹ ਗੁਣ ਨਹੀਂ ਹੈਗੇ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਦੋ ਲੇਖ ਜਿਹੜੇ ਹੈਗੇ ਲਿਖਦਾ ਹੈ, ਜਾਂ ਬੁਰਾ ਲਿਖੂਗਾ ਜਾਂ ਮਾੜਾ ਭਲਾ ਲਿਖੂਗਾ ਭਾਈ। ਆ ਦੋ ਲੇਖ ਲਿਖਦਾ ਹੈ ਮਨ। ਅਤੇ ਇਸ ਕਰਕੇ ਭਾਈ ਚਾਂਸ ਹੈਗਾ ਇਹਦੇ ਵਿੱਚ ਆਪਾਂ ਪੁਰਾਣੇ ਵੀ ਮਿਟਾ ਸਕਦੇ ਹਾਂ, ਨਵੇਂ ਉਹਨਾਂ 'ਚ ਐਡੀਸ਼ਨ ਵੀ ਕਰ ਸਕਦੇ ਹਾਂ। ਇਸ 'ਚ ਸੁਰਖਰੂ ਹੋ ਸਕਦੇ ਹਾਂ, ਇਸ 'ਚ ਬਾਹਰ ਵੀ ਆ ਸਕਦੇ ਹਾਂ ਇਸ ਖੇਡ 'ਚੋਂ। ਇਹ ਸਾਰਾ ਜਿਹੜਾ ਹੈਗਾ ਆਪਣੇ ਕੋਲ ਜਿਹੜੀ ਹੈਗੀ ਆ ਇਹ ਮਾਲਕ ਨੇ ਆਪਾਂ ਨੂੰ ਇਸੇ ਲਈ ਆ ਵਾਰੀ ਦਿੱਤੀ ਹੋਈ ਹੈ। ਮਨੁੱਖਾ ਜਨਮ ਇਸੇ ਵਾਸਤੇ ਦਿੱਤਾ ਹੈ। ਔਰ ਇਹਦੇ ਵਾਸਤੇ ਗੁਣ ਚਾਹੀਦੇ ਆ, ਮਨ ਨੇ ਮੰਨਣਾ ਹੈ ਗੁਣਾਂ ਦੇ ਨਾਲ, ਔਰ ਗੁਣ ਦੇਣੇ ਆ ਗੁਰਬਾਣੀ ਜਿਹੜੀ ਹੈਗੀ ਗੁਰੂ ਦੀ ਮੱਤ ਹੈਗੀ ਆ। ਇਸ ਨੇ ਸਿਰਫ ਆਪਾਂ ਨੂੰ ਗੁਣ ਦੇਣੇ ਆ, ਇਹਨੇ ਆਪਾਂ ਨੂੰ ਕੋਚਿੰਗ ਦੇਣੀ ਆ। ਕੋਚਿੰਗ ਦਾ ਮਤਲਬ ਆ ਚੰਗੇ ਗੁਣ ਦੇਣੇ ਆ ਇਹਨੇ। ਉਹਨਾਂ ਦੇ ਨਾਲ ਜਿਹੜੇ ਹੈਗੇ ਆਪਾਂ ਇਹ ਜਿਹੜੇ ਹੈਗੇ ਪੁਰਾਣਾ ਲੇਖਾ ਮਿਟਾ ਸਕਦੇ ਹਾਂ, ਔਰ ਜਿਹੜਾ ਹੈਗਾ ਧਰਮਰਾਜ ਦੇ ਸੁਰਖਰੂ ਹੋ ਸਕਦੇ ਹਾਂ। ਉੱਥੋਂ ਆਪਣੀ ਉਹਦੀ ਬਹੀ 'ਚੋਂ ਨੰਬਰ ਆਪਣਾ ਕਟਾ ਸਕਦੇ ਹਾਂ। ਨਹੀਂ ਤਾਂ ਜਿਹੜਾ ਹੈਗਾ ਉਹ ਅੱਗੇ ਕਈ ਜਨਮਾਂ ਦਾ ਜਿਹੜਾ ਹੈਗਾ ਲੇਖਾ ਤਿਆਰ ਕਰ ਸਕਦੇ ਹਾਂ। ਸੁਖਵਿੰਦਰ ਜੀ ਤੁਸੀਂ ਆ ਜਾਓ। ਹਾਂਜੀ ਬਿਲਕੁਲ ਜੀ। ਸੰਗਤ ਜੀ, ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ। ਜਿਹੜਾ ਵੀ ਸੰਸਕਾਰ ਜੋ ਵੀ ਅਸੀਂ ਕਰਦੇ ਆ ਉਹ ਨਾਲ ਹੀ ਉਹਦਾ ਸੰਸਕਾਰ ਬਣਦਾ ਜਾਂਦਾ। ਸੰਸਕਾਰ ਮਤਲਬ ਉਹ ਮਨ ਦੇ ਅੰਦਰ ਧੁਰ ਤੱਕ ਪਹੁੰਚ ਜਾਂਦਾ ਹੈ ਕਿ ਜਿੱਥੋਂ ਉਹਦੀ ਫਿਲਮ ਬਣਾ ਕੇ ਉਹਨੇ ਕੱਢ ਕੇ ਜਦੋਂ ਤੂੰ ਮਤਲਬ ਜਦੋਂ ਵੀ ਉਹਨੇ ਆਪਣੀ ਕਾਰਵਾਈ ਪਾਉਣੀ ਉੱਥੋਂ ਕੱਢ ਕੇ ਤੇਰੇ ਅੱਗੇ ਧਰ ਦੇਣਾ। ਬਿਲਕੁਲ ਹਾਂ। ਤੇ ਉਹ ਦੇਖ ਲਓ, ਕਹਿੰਦੇ ਵੀ ਜਿੰਨੀ ਦੇਰ ਤੂੰ ਮਤਲਬ ਇਹਨੂੰ ਮਿਟਾਏਗਾ ਨਹੀਂ, ਉਹ ਮਿਟਾਉਣ ਦਾ ਤਰੀਕਾ ਕੀ ਹੈ? ਬਸ ਹੱਥ ਖੜਾ ਕਰਨਾ ਹੈ ਤੇ ਉਹਦੇ 'ਚ ਬੈਠ ਜਾਣਾ, ਮਨ ਨੂੰ ਕਹਿਣਾ ਵੀ ਤੂੰ ਚੁੱਪ ਕਰ ਹੁਣ। ਬਸ ਉਹ ਮਨ ਦੇ ਅੰਦਰੋਂ ਜਿਹੜੇ ਫਾਲਤੂ ਦੇ ਜਿਹੜੇ ਵਿਚਾਰ ਉਹਨਾਂ ਨਾਲ ਕਲਿੰਗਿੰਗ ਨਾ ਪਾ ਕੇ, ਤੇ ਇਹੀ ਭਗਤੀ ਹੈ ਕਿ ਮਨ ਨੂੰ ਚੁੱਪ ਕਰਾਉਣਾ। ਅਨਮਣੀ ਅਵਸਥਾ ਜਿਹਨੂੰ ਕਹਿ ਦਿੰਦੇ ਆਪਾਂ, ਜਾਂ ਨੋ ਮਾਈਂਡ ਵਾਲੀ ਸਿਚੁਏਸ਼ਨ 'ਚ ਪਹੁੰਚਣਾ। ਤੇ ਉਹ ਕਹਿੰਦੇ ਫਿਰ ਜੋ ਲਿਖਿਆ ਜਾ ਰਿਹਾ ਹੈ ਉਹੀ ਕਲਮ ਵੀ ਸੜ ਜੇ, ਮੈਂ ਕੀ ਕਰਾਉਣਾ ਲਿਖਵਾ ਇਹ ਜਿਹੇ ਲੇਖਾਂ ਤੋਂ, ਇਹਨੇ ਮੈਨੂੰ ਇਹਨਾਂ ਚੱਕਰਾਂ 'ਚ ਹੀ ਪਾਉਣਾ। ਬਿਲਕੁਲ ਹੈ ਨਾ ਜੀ। ਤੇ ਉਹ ਇਸ ਕਰਕੇ ਪ੍ਰਮਾਤਮਾ ਦੀ ਭਗਤੀ ਬਸ ਇਹੀ, ਕਿਉਂਕਿ ਉਹ ਜੋ ਚੰਗੇ ਮੰਦੇ ਜੋ ਪਿਛਲੇ ਪਤਾ ਨੀ ਕਦੋਂ ਦਾ, ਜਦੋਂ ਦੀ ਸ੍ਰਿਸ਼ਟੀ ਹੈ ਉਦੋਂ ਦੇ ਤੁਰੇ ਫਿਰਦੇ ਆ, ਤੇ ਉਹ ਪਹਿਲਾਂ ਵੀ ਕੋਸ਼ਿਸ਼ਾਂ ਕਰ ਦੇਖ ਲਈਆਂ, ਨਹੀਂ ਗੱਲ ਬਣੀ, ਤੇ ਸ਼ਾਇਦ ਇਸ ਵਾਰੀ ਗੱਲ ਬਣ ਜੇ। ਹਨਾ ਜੀ, ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਦ ਫਿਰ ਜੀ। ਬਸ ਇਹ ਸਾਰੀ ਖੇਡ ਹੈ ਜੀ। ਮਾਲਕ ਕਿਰਪਾ ਕਰੇ ਸਾਰੇ ਨੂੰ ਇਹ ਬਖਸ਼ਿਸ਼ ਹੋਵੇ, ਤੇ ਜਿਹਦੇ ਨਾਲ ਅਸੀਂ ਇਹ ਸਾਰੀ ਟ੍ਰੇਨਿੰਗ ਜੋ ਗੁਰੂ ਸਾਹਿਬ ਦੱਸ ਰਹੇ ਨੇ, ਜੋ ਸਾਡੇ ਬ੍ਰਹਮ ਗਿਆਨੀ ਦੱਸ ਰਹੇ ਨੇ, ਉਹ ਉਹਨਾਂ ਅਨੁਸਾਰ ਜੋ ਕਹਿ ਰਹੇ ਨੇ, ਬਸ ਉਹ ਮਨ ਨੂੰ ਅਨਮਣੀ ਅਵਸਥਾ 'ਚ ਪਹੁੰਚਾਈਏ। ਉਹ ਭਗਤੀ ਤੋਂ ਬਿਨਾਂ ਨਹੀਂ ਹੋ ਸਕਦਾ ਜੀ। ਹਾਂਜੀ, ਉਹ ਆਉਂਦਾ ਨਾ, ਉਹ ਦੇਖੋ ਅਨਕ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਹਾਂ, ਬਸ ਆਹੀ ਜਨਮ ਹੈਗਾ ਭਾਈ। ਜੇ ਬਾਈ ਇਹ ਜਿਹੜਾ ਹੈਗਾ ਇਹ ਆਪਾਂ ਪਰਿਪਾਟੀ ਜਿਹੜੇ ਸੰਸਕਾਰ ਜਿਹੜੇ ਇਹਨਾਂ ਨੂੰ ਕੱਟਣ ਵਾਸਤੇ ਜਿਹੜਾ ਹੈਗਾ, ਜੇ ਆਪਾਂ ਆਪਣੇ ਜੀਵਨ ਦੇ ਵਿੱਚ ਭਗਤੀ ਲੈ ਆਵਾਂਗੇ ਤੇ ਆਪਾਂ ਜਿਹੜੇ ਹੈਗੇ ਆ ਉਹਦੇ ਨਾਲ ਜਿਹੜੇ ਹੈਗੇ ਆ ਇਹ ਲੇਖ ਮਿਟਾ ਸਕਦੇ ਹਾਂ। ਔਰ ਨਾਲੇ ਜਿਨ੍ਹਾਂ ਨੇ ਕੀਤੀ ਹੈ ਨਾ ਜੀ, ਸਾਰੇ ਇੱਕੋ ਹੀ ਗੱਲ ਕਰ ਰਹੇ ਨੇ। ਦੇਖੋ ਸਾਰੇ ਇੱਕੋ ਹੀ ਗੱਲ ਕਰ ਰਹੇ ਆ ਵੀ ਉਹ ਮਨ ਨੇ ਭਗਤੀ ਕਰਨੀ ਹੈ, ਮਨ ਨੂੰ ਹੀ ਚੁੱਪ ਕਰਾਉਣਾ ਹੈ ਨਾ ਜੀ। ਬਿਲਕੁਲ। ਉਹ ਦੇਖੋ ਤੁਸੀਂ ਖੇਡ ਕੈਸੀ ਹੈ। ਹਾਂਜੀ, ਅੱਗੇ ਜੀ ਗੋਰਖੀ ਸਾਹਿਬ ਆ ਗਏ ਜੀ। ਗੋਰਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਜਰ ਸਾਹਿਬ, ਹਾਂਜੀ ਠੀਕ ਹੈ ਸਰ, ਆਪ ਕੰਟੀਨਿਊ ਕਰੋ। ਹਾਂਜੀ। ਨਹੀਂ ਵੀਰ ਜੀ, ਤੁਸੀਂ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਓਕੇ। ਇੱਥੇ ਜਿਹੜਾ ਹੈ ਨਾ, ਅਸੀਂ ਸ਼ੁਰੂ ਹੀ ਕੀਤਾ ਸੀਗਾ, ਪਹਿਲਾ ਸ਼ਲੋਕ ਲਿਆ ਸੀਗਾ। ਇਹਦੇ ਵਿੱਚ ਮਹਾਰਾਜ ਕਹਿੰਦੇ ਕਿ ਤੀਸਰੀ ਪਾਤਸ਼ਾਹੀ ਸ਼ਲੋਕ ਮਹਲਾ ਤੀਜਾ, ਕਲਮ ਜਲੋ ਸਣ ਮਸਵਾਣੀਏ ਕਾਗਦ ਵੀ ਜਲ ਜਾਓ।
ਕਹਿੰਦੇ ਕਲਮ ਵੀ ਸੜ ਜਾਏ, ਸਿਆਹੀ ਵੀ ਸੜ ਜਾਏ, ਕਾਗਜ਼ ਵੀ ਸੜ ਜਾਏ, ਜਿਹਦੇ 'ਤੇ ਕਿ ਮਨ ਜਿਹੜਾ ਹੈਗਾ ਲਿਖਣ ਵਾਲਾ ਜਲ ਵੱਲੋਂ ਮਨ ਜਿਹੜਾ ਵੀ ਮਨ ਵੀ ਸੜ ਜਾਏ, ਉਹ ਲਿਖਣ ਵਾਲਾ ਜਿਹੜਾ ਕਿ ਜਿਹਨੇ ਲਿਖਿਆ ਦੂਜਾ ਭਾਉ, ਜਿਹਨੇ ਜਿਹੜਾ ਹੈਗਾ ਇਹ ਮਾਇਆ ਦੀ ਲਿਖਤ ਜਿਹੜੀ ਹੈਗੀ ਮੇਰੀ, ਸੰਸਕਾਰਾਂ ਦੀ ਲਿਖਤ ਜਿਹੜੀ ਹੈਗੀ ਮੇਰੀ, ਜਿਹੜੇ ਹੈਗੇ ਮੇਰੇ ਅੰਦਰ ਵਧਾ ਦਿੱਤੀ ਹੈ ਮੇਰੀ ਇਹ ਜਿਹੜੀ ਹੈਗੀ ਇਹਨੇ ਇਹ ਮਾਇਆ ਦੇ ਵਿੱਚ। ਕਿਉਂਕਿ ਜੋ ਕੁਛ ਵੀ ਆਪਾਂ ਕਰਨੀ ਆ ਉਹੀ ਕਾਗਜ਼ ਆ ਪਾਏ, ਆਪਣੀ ਕਰਨੀ ਜੋ ਕਰਦੇ ਆ ਉਹੀ ਲਿਖਤ ਬਣ ਜਾਂਦੀ ਆ, ਉਹੀ ਸੰਸਕਾਰ ਬਣ ਜਾਂਦੀ ਆ। ਕਹਿੰਦੇ ਇਹ ਤਾਂ ਸੜ ਜਾਏ ਭਾਈ, ਇਹਨੇ ਤਾਂ ਮੇਰਾ ਜਨਮ ਹੀ ਸਾੜ ਦਿੱਤਾ, ਇਹ ਮਨੁੱਖੀ ਜੂਨ, ਮੇਰੇ ਸਵਾਸ, ਮੇਰਾ ਪਿਛਲਾ ਜੀਵਨ ਸਾਰਾ ਦਾ ਸਾਰਾ ਜਿਹੜਾ ਹੈਗਾ ਇਹਨੇ ਸਾੜ ਦਿੱਤਾ। ਹੁਣ ਮੈਂ ਨਹੀਂ ਇਹਦੇ ਅਧੀਨ ਹੋਣਾ, ਇਹਦੇ ਕੋਲੋਂ ਲੇਖਾ ਨਹੀਂ ਲਿਖਾਉਣਾ। ਨਾਨਕ ਪੁਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ। ਇੱਕ ਪ੍ਰੋਬਲਮ ਆ ਵੀ ਹੈਗੀ ਆ, ਕਹਿੰਦੇ ਕਿ ਭਾਈ ਇਹ ਜਿਹੜਾ ਹੈਗਾ ਪਿਛਲੇ ਜਿਹੜੇ ਸੰਸਕਾਰ ਹੁੰਦੇ ਆ ਮਨ ਦੇ, ਪੂਰਬਲੇ ਸੰਸਕਾਰ ਜਿਹੜਾ ਪਹਿਲਾਂ ਇਹਨੇ ਜਿਹੜੇ ਹੈਗੇ ਆ, ਜਿਹੜੀ ਜਗ੍ਹਾ 'ਤੇ ਜਿਹੜੀ ਨੈਗੇਟਿਵਿਟੀ ਜੋ ਕੁਛ ਇਹਨੇ ਕੀਤਾ ਹੈ ਉਹ ਲੀਹਾਂ ਬਣ ਜਾਂਦੀਆਂ ਹੈ, ਅਤੇ ਉਹ ਲੀਹਾਂ ਫਿਰ ਜਿਹੜੀਆਂ ਹੈਗੀਆਂ ਇਨਸਾਨ ਨੂੰ ਜਿਹੜਾ ਹੈਗਾ ਉਹ ਗਾਈਡ ਕਰਦੀਆਂ ਹੈ। ਅਤੇ ਹੁਣ ਮਨੁੱਖੀ ਜੀਵਨ ਦੇ ਵਿੱਚ ਆਪਾਂ ਉਹ ਲੀਹਾਂ ਮਿਟਾ ਵੀ ਸਕਦੇ ਹਾਂ ਔਰ ਅੱਗੇ ਵਾਸਤੇ ਸੁਰਖਰੂ ਹੋ ਸਕਦੇ ਹਾਂ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ। ਸਾਧ ਸੰਗਤ ਜੀ, ਆਪ ਜੀ ਨੇ ਦੇਖਿਆ ਹੈ ਨਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕੱਚੇ ਰਸਤੇ ਤੇ ਜਦੋਂ ਮੀਂਹ ਪੈਂਦਾ ਨਾ ਤੇ ਉੱਥੇ ਲੀਕਾਂ ਬਣ ਜਾਂਦੀਆਂ। ਉਹ ਲੀਕਾਂ ਬਣ ਜਾਂਦੀਆਂ ਜਦੋਂ ਮੀਂਹ ਪੈਂਦਾ, ਫਿਰ ਦੁਬਾਰਾ ਮੀਂਹ ਪਵੇਗਾ, ਸਭ ਤੋਂ ਪਹਿਲਾਂ ਪਾਣੀ ਦਾ ਬਹਾਓ ਉਹਨਾਂ ਪੁਰਾਣੀਆਂ ਲੀਕਾਂ 'ਚ ਜਾਂਦਾ। ਬਿਲਕੁਲ ਸਹੀ ਗੱਲ ਹੈ। ਇਹ ਕੁਦਰਤੀ ਨਿਯਮ ਹੈ। ਇਸੇ ਦੀ ਤਰ੍ਹਾਂ ਜਿਹੜੇ ਸੰਸਕਾਰ ਤੁਹਾਡੇ ਅੰਦਰ ਪਰਪੱਕ ਹੋ ਗਏ ਨੇ, ਕਾਫੀ ਮਜ਼ਬੂਤ ਹੋ ਗਏ ਨੇ, ਪਹਿਲਾਂ ਉਹਨਾਂ ਨੇ ਪ੍ਰਗਟ ਹੋਣਾ ਵਾ। ਨਵੇਂ ਬਹੁਤ ਕਮਜ਼ੋਰ ਨੇ ਨਿੱਜਾ ਸਾਹਿਬ ਅਜੇ। ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਔਰ ਦੇਖੋ ਇਹਦੀ ਇੱਕ ਉਦਾਹਰਨ ਹੈਗੀ, ਆਪਾਂ ਜਿਹੜੇ ਹੈਗੇ ਦੇਖੋ ਪਿੰਡਾਂ ਦੇ ਵਿੱਚ ਹੁੰਦੇ ਆ ਨਾ, ਪਹਿਲਾਂ ਕੱਚੇ ਰਸਤੇ ਸੀਗੇ, ਗੱਡੇ ਜਾਂਦੇ ਸੀਗੇ, ਉਹ ਕਾਫੀ ਡੀਪ ਲੀਕਾਂ ਬਣੀਆਂ ਹੁੰਦੀਆਂ ਸੀ। ਉਹ ਗੱਡੇ ਦੇ ਉਹ ਲੀਕਾਂ ਦੇ ਵਿੱਚ ਗੱਡਾ ਆਪੇ ਤੁਰੀ ਜਾਂਦਾ ਸੀ, ਬਲਦ ਵੀ ਸੁਖੀ ਆ ਅਤੇ ਜੱਟ ਵੀ ਉਂਗੀ ਜਾਂਦਾ ਸੀਗਾ। ਪਰ ਜੇ ਕਿਤੇ ਜਿਹੜਾ ਹੈਗਾ ਉਹਨੂੰ ਕਹੋ ਵੀ ਜਿਹੜਾ ਹੁਣ ਗੱਡੇ ਨੂੰ ਜਿਹੜਾ ਹੈਗਾ ਲੀਕਾਂ ਤੋਂ ਬਾਹਰ ਕੱਢ, ਅਤੇ ਬਸ ਦੇਖ ਲਓ ਫਿਰ ਜੱਟ ਨੂੰ ਵੀ ਉਤਰਨਾ ਪੈਂਦਾ ਸੀ, ਨਾਲ ਜਿਹੜਾ ਹੈਗਾ ਗੁਆਂਢੀ ਕੰਮ ਕਰਦੇ ਖੇਤ 'ਚ ਉਹਨਾਂ ਨੂੰ ਬੁਲਾ ਕੇ ਜਿਹੜਾ ਹੈਗਾ ਉਹ ਵੀ ਪਹੀਏ ਨੂੰ ਘੁਮਾਉਂਦੇ ਸੀ, ਤਾਂ ਜਾ ਕੇ ਲੀਕਾਂ ਤੋਂ ਬਾਹਰ ਨਿਕਲਦਾ ਸੀ। ਹਾਂ, ਕਿਉਂਕਿ ਜਿਹੜੀ ਚੀਜ਼ ਬਣ ਚੁੱਕੀ ਆ ਉਹਦੇ ਅਗੇਂਸਟ ਕੁਝ ਕਰਨਾ ਹੈ, ਜ਼ੋਰ ਤੇ ਲਾਉਣਾ ਪੈਣਾ। ਬਿਲਕੁਲ ਜ਼ੋਰ ਲਾਉਣਾ ਪੈਣਾ, ਇਹ ਗੱਲ ਬਿਲਕੁਲ। ਪਰ ਉਹ 'ਚ ਚੱਲਣ ਲਈ ਨਿੱਜਾ ਸਾਹਿਬ ਜੇ ਚੱਲਣਾ ਹੋਵੇ ਨਾ, ਲੀਕ 'ਚ ਚੱਲਣਾ ਹੋਵੇ ਤਾਂ ਫਿਰ ਤਾਂ ਕੋਈ ਮੁਸ਼ਕਿਲ ਹੀ ਨਹੀਂ। ਹਾਂ, ਫਿਰ ਤਾਂ ਜਿਹੜਾ ਹੈਗਾ ਚੱਲੀ ਜਾ ਰਿਹਾ। ਹੁਣ ਕਾਮ ਦੀਆਂ ਬਣੀਆਂ ਨੇ, ਕ੍ਰੋਧ ਦੀਆਂ ਬਣੀਆਂ ਨੇ, ਲੋਭ ਦੀਆਂ ਬਣੀਆਂ ਨੇ, ਮੋਹ ਦੀਆਂ ਬਣੀਆਂ ਨੇ, ਹੰਕਾਰ ਦੀਆਂ ਬਣੀਆਂ ਨੇ, ਤੇ ਜੇਕਰ ਕਹੀਏ ਸਾਡੀ ਗੱਡੀ ਨਾਲ ਲੀਕਾਂ 'ਚ ਬੜੀ ਵਧੀਆ ਚੱਲਣ ਦੀ ਆ, ਤੇ ਫਿਰ ਸਾਨੂੰ ਸੋਚਣਾ ਚਾਹੀਦਾ ਕਿ ਬਾਣੀ ਜੋ ਕਹਿ ਰਹੀ ਹੈ, ਉਹ ਕਹਿੰਦੀ ਕਿ ਲੀਕਾਂ ਤੈਨੂੰ ਬੜੀਆਂ ਆਰਾਮਦਾਇਕ ਲੱਗ ਰਹੀਆਂ ਨੇ, ਪਰ ਤੇਰੇ ਲਈ ਵਧੀਆ ਨਹੀਂ ਹੈਗੀਆਂ। ਤੇ ਜੇ ਮਨ ਉੱਥੇ ਬਾਰ-ਬਾਰ ਉਹਨਾਂ ਲੀਕਾਂ 'ਚ ਹੀ ਜਾਣਾ ਚਾਹੁੰਦਾ ਹੈ, ਤੇ ਮਨ ਵੀ ਜਲ ਜਾਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਕਿਉਂਕਿ ਮਨ ਫਿਰ ਤੈਨੂੰ ਗਲਤ ਜਗ੍ਹਾ ਤੇ ਲੈ ਕੇ ਜਾ ਰਿਹਾ, ਕੋਈ ਚੰਗੀ ਚੀਜ਼ ਤੇ ਲੈ ਕੇ ਨਹੀਂ ਜਾ ਰਿਹਾ। ਹੁਣ ਤੁਸੀਂ ਸੋਸ਼ਲ ਮੀਡੀਆ 'ਚ ਵੇਖੋ ਕਿੰਨੀ ਬਕਵਾਸ ਲੋਕੀ ਭੇਜਣ ਦੇ ਇੱਕ ਦੂਜੇ ਨੂੰ, ਔਰ ਲੋਕ ਇਹਨਾਂ ਦੇ ਬਦਲੇ ਪੈਸਾ ਕਮਾਉਂਦੇ ਪਏ ਨੇ। ਟੀਵੀ ਤੇ ਵੇਖੋ ਤੁਹਾਨੂੰ ਕਿੱਡਾ ਤੁਹਾਡੇ ਕਿੰਨਾ ਇਨਫਲੂਐਂਸ ਹੈ ਇਹਨਾਂ ਲੋਕਾਂ ਦਾ, ਔਰ ਤੁਹਾਡੇ ਅੰਦਰ ਇੱਕ ਅਜੀਬ ਜਿਹੀ ਗੰਦੀ ਚੀਜ਼ ਪੈਦਾ ਕਰ ਦਿੰਦੇ ਆ। ਉਹ ਪ੍ਰੈਕਟੀਕਲੀ ਉਹ ਚੀਜ਼ਾਂ ਪੋਸੀਬਲ ਹੀ ਨਹੀਂ ਹੈਗੀਆਂ। ਨਹੀਂ, ਉਹ ਐਕਚੁਅਲੀ ਕੀ ਹੁੰਦਾ ਨਾ, ਉਹਨਾਂ ਦਾ ਮੋਟੋ ਜਿਹੜਾ ਹੈਗਾ ਨਾ ਗੋਰਖੀ ਸਾਹਿਬ, ਉਹਨਾਂ ਦਾ ਮੋਟੋ ਪੈਸਾ ਇਕੱਠਾ ਕਰਨਾ ਹੈ ਕਿਸੇ ਵੀ ਤਰੀਕੇ ਦੇ ਨਾਲ। ਉਹਨਾਂ ਨੇ ਆਪਣੇ ਲਾਜੋ ਹਇਆ ਸ਼ਰਮ ਜਿਹੜੀ ਹੈਗੀ ਸਾਰੀ ਲਾ ਕੇ ਤਾਕ ਦੇ ਵਿੱਚ ਰੱਖ ਕੇ ਬਸ ਪੈਸਾ ਚਾਹੀਦਾ ਉਹਨਾਂ ਨੂੰ, ਆਇਆ ਮੇਨ। ਹਾਂ, ਉਹ ਕਿਉਂਕਿ ਉਹਨਾਂ ਦੇ ਚਿੱਤ ਦੇ ਵਿੱਚ ਉਹਨਾਂ ਨੇ ਐਸਾ ਗਲਤ ਚੀਜ਼ ਪ੍ਰਗਟ ਕਰ ਲਈ ਆ, ਉਹਨਾਂ ਨੂੰ ਪਤਾ ਹੀ ਨਹੀਂ ਆ ਕਿ ਜਿਹੜਾ ਪੈਸਾ ਮੈਂ ਕਮਾ ਰਿਹਾ, ਇਹ ਪੈਸਾ ਬਹੁਤ ਘਟੀਆ ਪੈਸਾ ਹੈ। ਉਹ ਕੋਈ ਚੰਗਾ ਪੈਸਾ ਥੋੜੀ ਹੈ। ਆਪ ਜਸਟ ਸੋਚੋ ਕਿ ਉਹ ਜਿਹੜਾ ਪੈਸਾ ਏਡਾ ਘਟੀਆ ਕਮਾਵਾਂਗੇ ਔਰ ਫਿਰ ਉੱਥੋਂ ਸਾਨੂੰ ਸੁੱਖ ਮਿਲੂਗਾ? ਨਹੀਂ, ਉੱਥੋਂ ਕਦੇ ਸੁੱਖ ਨਹੀਂ ਪ੍ਰਾਪਤ ਹੋਏਗਾ। ਇਟ ਇਜ਼ ਨਾਟ ਪੋਸੀਬਲ। ਜੇਕਰ ਪੋਸੀਬਲ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ 'ਚ ਮਰਮ ਗਿਆਨੀਆਂ ਲਿਖ ਦੇਣਾ ਸੀ ਕਿ ਤੂੰ ਪੈਸਾ ਕਮਾ ਲਾ, ਕਿਸੇ ਵੀ ਤਰੀਕੇ ਨਾਲ ਕਮਾ ਲਾ, ਤੂੰ ਸੁਖੀ ਹੋ ਜਾਏਗਾ। ਪਰ ਉਹ ਕਹਿੰਦੇ ਨਹੀਂ, ਸਰਬ ਜਗਤ ਕਾ ਰਾਜਾ ਦੁਖੀਆ। ਤੂੰ ਸਾਰੇ ਰਾਜੇ, ਤੇਰੇ ਮਨ 'ਚ ਨਾ ਵਹਿਮ ਪਾ ਜੇ ਕਿ ਮੈਂ ਆਪਣੇ ਸ਼ਹਿਰ ਪਿੰਡ ਤੋਂ ਵੱਡਾ ਅਮੀਰ ਬਣਾ, ਮੁੜ ਕੇ ਸ਼ਹਿਰ ਤੋਂ ਵੱਡਾ ਸਟੇਟ ਤੋਂ। ਉਹ ਕਹਿੰਦੇ ਜੇ ਕੋਈ ਸਾਰੇ ਜਗਤ ਦਾ, ਇਹ ਧਰਤੀ ਦਾ ਰਾਜਾ ਬਣ ਜੇ, ਉਹ ਵੀ ਦੁਖੀ ਹੋਵੇਗਾ। ਜਿੰਨਾ ਚਿਰ ਤੱਕ ਉਹ ਆਤਮਾ ਦੇ ਕੋਲ ਨਹੀਂ ਜਾਂਦਾ,
ਉਸ ਨੂੰ ਆਪਣੀ ਆਤਮਾ ਦੀ ਸ਼ਰਨ ਵਿੱਚ ਜਾਣਾ ਪਊਗਾ। ਦੇਖੋ ਸਾਡਾ ਮਨ ਹੈ ਨਾ, ਮਨ ਸਾਡਾ ਇੱਕ ਕਬੂਤਰ ਹੈ, ਪੰਛੀ ਹੈ, ਜਿਹੜਾ ਰੁੱਖ ਦੀ ਛਾਂ ਛੱਡ ਦਿੰਦਾ ਹੈ। ਆਤਮਾ ਕਹਿਣ ਤੋਂ ਭਾਵ ਆਤਮਾ ਦਾ ਤਿਆਗ ਕਰਕੇ ਵਿਚਾਰਾਂ ਦੇ ਰਾਹੀਂ ਧੁੱਪੇ ਭਟਕਦਾ ਰਹਿੰਦਾ ਹੈ, ਫਿਰ ਦੁਖੀ ਹੁੰਦਾ ਰਹਿੰਦਾ ਹੈ। ਫਿਰ ਧੁੱਪ 'ਚ ਕੀ ਹੈ? ਧੁੱਪ ਤੇ ਧੁੱਪ ਹੀ ਹੈ ਨਾ, ਉਹਦੇ 'ਚ ਸੜਦਾ ਹੈ, ਬਲਦਾ ਹੈ, ਮੱਚਦਾ ਹੈ। ਇਹੋ ਹੀ ਵਿਚਾਰ ਨੇ ਜਿਹੜੇ ਸਾਨੂੰ ਆਤਮਾ ਤੋਂ ਪੁੱਟ ਕੇ ਸਾਡੇ ਰੁੱਖ ਨੂੰ ਕੀ ਕਰਦੇ ਆ? ਸੁਰਤੀ ਦੇ ਨਾਲ ਡਾ ਦਿੰਦੇ ਨੇ। ਉੱਡਿਆ ਹੀ ਫਿਰਦਾ ਵਿਚਾਰਾ, ਉੱਡਿਆ ਹੀ ਫਿਰਦਾ ਸਾਰੀ ਜ਼ਿੰਦਗੀ, ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡਾ ਮਨ ਜਿਹੜਾ ਬਿਮਾਰ ਹੈ ਉਹ ਜੇ ਕੋਈ ਤੰਦਰੁਸਤ ਹੋਵੇ ਤਾਂ ਸ਼ਾਂਤੀ ਨਾਲ ਬੈਠਾ ਹੋਵੇ। ਹੁਣ ਕਿਸੇ ਬੰਦੇ ਨੂੰ ਖੁਜਲੀ ਹੋ ਰਹੀ ਆ ਤੇ ਕਿਤੇ ਇੱਧਰ ਹੱਥ, ਕਿਤੇ ਉੱਧਰ ਹੱਥ, ਕਿਤੇ ਲੱਕ ਤੇ, ਕਿਤੇ ਲੱਤਾਂ ਤੇ ਖਾਰਿਸ਼ ਕਰ ਰਿਹਾ, ਤੇ ਨਿੱਜਰ ਸਾਹਿਬ ਇਹਦਾ ਮਤਲਬ ਉਹ ਪ੍ਰੋਬਲਮ 'ਚ ਹੈ, ਉਹ ਕਰ ਰਿਹਾ ਏਦਾਂ। ਤੇ ਜੇ ਕੋਈ ਸ਼ਾਂਤੀ ਨਾਲ ਬੈਠਾ ਇਹਦਾ ਮਤਲਬ ਉਹ ਤੰਦਰੁਸਤ ਬੰਦਾ ਹੈ। ਤੇ ਜੇ ਮਨ ਉੱਡ ਰਿਹਾ ਹੈ ਤੇ ਇਹਦਾ ਮਤਲਬ ਕਿ ਮਨ ਨੂੰ ਖੁਜਲੀ ਹੋਈ ਪਈ ਹੈ, ਕੁਛ ਤੇ ਉਹਨੂੰ ਚਿੰਬੜ ਗਿਆ, ਉਹ ਖਾਰਿਸ਼ ਕਰ ਰਿਹਾ, ਖਿਜਲਾ ਰਿਹਾ ਆਪਣੇ ਆਪ ਨੂੰ, ਤੇ ਉਹ ਇਸ ਕਰਕੇ ਉੱਡਦਾ ਫਿਰਦਾ ਵਿਚਾਰਾ, ਭੱਜਾ ਫਿਰਦਾ। ਤੇ ਜਦੋਂ ਮਨ ਸ਼ਾਂਤ ਹੋ ਗਿਆ ਇਹਦਾ ਮਤਲਬ ਹੈ ਤੰਦਰੁਸਤ ਹੋ, ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਇਹੋ ਚੀਜ਼ਾਂ ਵਾ। ਫਿਰ ਬਾਣੀ ਸਾਨੂੰ ਇਹ ਸਮਝਾ ਰਹੀ ਹੈ ਕਿ ਵੀ ਦੂਜਾ ਭਾਓ, ਤੇ ਜੇ ਤੈਨੂੰ ਲੀਕਾਂ ਹੀ ਬੜੀਆਂ ਪਸੰਦ ਨੇ ਤੇ ਫਿਰ ਬਈ ਤੇਰੀ ਮਰਜ਼ੀ ਆ, ਪਰ ਏਡੀ ਵਧੀਆ ਗੱਲ ਨਹੀਂ ਹੈਗੀ। ਹਾਂਜੀ ਨਿਜਰ ਸਾਹਿਬ। ਅੱਗੇ ਜਿਹੜਾ ਹੈਗਾ ਅਗਲਾ ਸ਼ਲੋਕ। ਹਾਂ, ਫਿਰ ਉਹ ਕਹਿੰਦੇ ਨੇ ਕਿ ਜਿਹੜੀਆਂ ਲੀਕਾਂ, ਜਿਹੜੇ ਪੂਰਬਲ ਦਾ ਮਤਲਬ ਹੁੰਦਾ ਕਿ ਕੋਈ ਦੇਖੋ ਤੁਹਾਡੇ ਅੰਦਰ ਨਾ, ਲੋਕੀ ਆਪਾਂ ਕਹਿ ਤੇ ਦਿੰਦੇ ਆ ਆਪਾਂ ਸਾਰੇ ਇੱਕ ਆ, ਸਾਰੇ ਆਪਾਂ ਬਰਾਬਰ ਆ। ਅਸਲ 'ਚ ਬਰਾਬਰ ਤੇ ਕੋਈ ਨਹੀਂ ਹੈਗਾ ਸਾਡੇ 'ਚ। ਤੁਹਾਡੇ ਵਰਗਾ ਬੰਦਾ ਇਸ ਸ੍ਰਿਸ਼ਟੀ ਦੇ ਵਿੱਚ ਇੱਕ ਵੀ ਨਹੀਂ ਹੈਗਾ। ਜਿੱਦਣ ਤੁਹਾਡੇ ਵਰਗਾ ਸੋਚਣ ਵਾਲਾ, ਤੁਹਾਡੇ ਵਰਗੇ ਜੀਵਨ ਦੇ ਨਾਲ ਰਹਿਣ ਵਾਲਾ ਤੁਹਾਨੂੰ ਮਿਲ ਜੂਗਾ ਤੇ ਮੈਨੂੰ ਫੋਨ ਕਰ ਦਿਓ ਕਿ ਚਰਨਜੀਤ ਮੇਰੇ ਵਰਗੇ 10-12 ਬੰਦੇ ਹੈਗੇ ਆ। ਇਟ ਇਜ਼ ਨਾਟ ਪੋਸੀਬਲ। ਕਿਉਂ? ਕਿਉਂਕਿ ਅਸੀਂ ਇੱਕ ਹੋਰ ਯਾਤਰਾ 'ਚੋਂ ਆ ਰਹੇ ਹਾਂ, ਲੋਕੀ ਕਿਸੇ ਹੋਰ ਯਾਤਰਾ 'ਚੋਂ ਆ ਰਹੇ ਨੇ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਦੋ ਮਿਲ ਹੀ ਨਹੀਂ ਸਕਦੇ, ਦੋ ਕਿਵੇਂ ਮਿਲ ਜਾਣਗੇ ਭਾਈ? ਹਾਂ, ਉਹ ਫਿਰ ਉਹਨਾਂ ਦੀ ਮਿਕਦਾਰ ਦੇ ਅੰਦਰ ਵੱਧ ਘੱਟ ਆ, ਉਹ ਪੈਰਾਮੀਟਰ ਫਰਕ ਆ। ਇਸ ਕਰਕੇ ਹਰ ਕੋਈ ਬੰਦਾ ਜਿਹੜਾ ਉਹ ਬਾਣੀ 'ਚ ਕਹਿੰਦੇ ਨੇ ਮੇਰੇ ਕਰਤੇ ਇੱਕ ਖੇਲ ਉਪਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਹਾਂਜੀ ਹਾਂਜੀ। ਹਾਂ, ਤੇ ਵੇਖੋ ਨਹੀਂ ਉਹਨੇ ਏਦਾਂ ਦਾ ਰਚਨਾ ਕੀਤੀ ਹੈ, ਰਚਾਇਆ ਹੈ, ਰਚਿਆ ਹੈ, ਕਿਸੇ ਵਰਗਾ ਨਹੀਂ ਬਣਾਇਆ। ਕਿਉਂ ਨਹੀਂ ਬਣਾਇਆ? ਕਿਉਂਕਿ ਅਸੀਂ ਖੁਦ ਆਪਣੇ ਆਪ ਨੂੰ ਬਣਾ ਰਹੇ ਹਾਂ, ਕੋਈ ਕਿਸੇ ਨੂੰ ਕੋਈ ਨਹੀਂ ਬਣਾ ਰਿਹਾ। ਅਸੀਂ ਜੋ ਮੈਂ ਹਾਂ, ਚਾਹੇ ਕਾਮ ਵਾਲਾ ਹਾਂ, ਕ੍ਰੋਧੀ ਹਾਂ, ਲੋਭੀ ਹਾਂ, ਕਾਮੀ ਹਾਂ, ਮੋਹ ਦੇ ਵਿੱਚ ਫਸਿਆ, ਹੰਕਾਰ 'ਚ ਫਸਿਆ, ਇਹਦੇ ਲਈ ਕੌਣ ਜ਼ਿੰਮੇਵਾਰ ਆ? ਓਨਲੀ ਮੀ। ਮੈਂ ਜ਼ਿੰਮੇਵਾਰ ਆ। ਕੋਈ ਨਿਜਰ ਸਾਹਿਬ ਕਿਸੇ ਦਾ ਤੇ ਕੋਈ ਲੈਣਾ ਦੇਣਾ ਨਹੀਂ ਨਾ, ਬਿਲਕੁਲ ਨਹੀਂ। ਔਰ ਜੇ ਆਪਾਂ ਬਲੇਮ ਕਰੀ ਜਾਈਏ, ਦੈਟ ਮੀਨ ਕਿ ਅਸੀਂ ਆਪਣੇ ਆਪ ਨੂੰ ਧੋਖਾ ਦੇਣਾ ਚਾਹੁੰਦੇ ਹਾਂ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂ, ਜੇ ਇੱਕ ਭੈਣ ਦਾ ਫੋਨ ਆਇਆ, ਉਹ ਕਹਿੰਦੀ ਨੇ ਕਿ ਮੇਰੀ ਸੱਸ ਪਹਿਲਾਂ ਵੀ ਉਹ ਮੇਰੇ ਤੇ ਅੰਗਾਰੇ ਸੁੱਟਦੀ ਸੀ ਤੇ ਮੈਂ ਵੀ ਉਹਦੇ ਅੰਗਾਰੇ ਫੜ ਲੈਣੇ, ਮੇਰੇ ਵੀ ਹੱਥ ਸੜ ਜਾਣੇ, ਉਹਦੇ ਵੀ ਸੜਨੇ। ਤੇ ਕਹਿੰਦੀ ਐਰਕੀ ਦੀ ਕੀ ਹੋਇਆ ਕਿ ਉਹ ਕਾਫੀ ਗਲਤ ਲੈਂਗੁਏਜ ਉਹਨਾਂ ਯੂਜ਼ ਕੀਤੀ। ਉਹਨਾਂ ਕੋਸ਼ਿਸ਼ ਕੀਤੀ ਮੈਨੂੰ ਨਿਜਰ ਸਾਹਿਬ ਕੀ ਕਹਿੰਦੇ ਉਹਨੂੰ, ਕਿਸੇ ਨੂੰ ਉਕਸਾਉਂਦੇ ਆ ਨਾ ਕਿ ਲੜਨ ਵਾਲੀ ਮਜਬੂਰ ਕਰਨਾ। ਹਾਂਜੀ ਹਾਂਜੀ, ਐਂਟੈਗਨਾਈਜ਼ ਕਰਨਾ, ਐਂਟੈਗਨਾਈਜ਼ ਕੀਤਾ। ਫਿਰ ਉਹ ਕਹਿੰਦੀ ਕਿ ਫਿਰ ਜਦੋਂ ਔਰਤ ਨੂੰ, ਜੇ ਤੁਸੀਂ ਮੇਰੇ ਕੋਲ ਫਾਰਮੂਲਾ ਹੈਗਾ, ਜੇ ਕਿਸੇ ਔਰਤ ਨੂੰ ਕਲਪਾਉਣਾ ਹੋਵੇ ਨਾ, ਤੁਸੀਂ ਉਹਦੇ ਭਰਾਵਾਂ ਨੂੰ ਗਾਲਾਂ ਕੱਢੋ, ਉਹਦੇ ਮਾਂ ਪਿਓ ਨੂੰ ਗਾਲਾਂ ਕੱਢੋ, ਔਰਤ ਨੂੰ ਨਾ ਕਿਤੇ ਗਾਲਾਂ ਕੱਢੋ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਸ਼ੀ ਡੋਂਟ ਕੇਅਰ ਤੁਸੀਂ ਉਹਨੂੰ ਕੁਛ ਕਹਿਤਾ ਹੈ। ਉਹਦੇ ਭਰਾ ਨੂੰ ਕਹੋ, ਉਹਦੀਆਂ ਭਾਬੀਆਂ ਨੂੰ ਕਹੋ, ਫਿਰ ਵੇਖਿਓ। ਪਰ ਉਹ ਕਹਿੰਦੀ ਕਿ ਮੈਨੂੰ ਵੀ ਏਦਾਂ ਹੀ ਕੀਤਾ, ਮੇਰੇ ਮਾਂ ਪਿਓ ਨੂੰ ਕਿਹਾ, ਮੇਰੇ ਪਰਿਵਾਰ ਨੂੰ ਉਹਨਾਂ ਨੇ ਬਲੇਮ ਕੀਤਾ। ਪਰ ਮੈਂ ਉਹ ਜਦੋਂ ਸਾਧਨਾ ਕਰ ਰਹੀ ਹਾਂ ਤੇ ਮੇਰੇ ਅੰਦਰ ਮੂਵਮੈਂਟ ਘੱਟ ਗਈ। ਹੁਣ ਉਹਨਾਂ ਚੀਜ਼ਾਂ ਦਾ ਅਸਰ ਨਹੀਂ ਹੋਇਆ ਮੇਰੇ ਤੇ। ਫਿਰ ਉਹ ਕਹਿੰਦੀ ਕਿ ਮਾਈ ਕੀ ਹੋਇਆ? ਮਾਈ 3 ਕੁ ਦਿਨ ਤਾਂ ਉਬਲਦੀ ਰਹੀ, ਹਰ ਦਿਨ ਆਉਂਦੀ ਰਹੀ, ਕਿ ਕੰਬਦੀ ਰਹੀ ਕਿ ਕਿਸੇ ਤਰੀਕੇ ਨਾਲ ਮੈਨੂੰ ਰਿਸਪੌਂਸ ਕਰੇ ਤੇ ਮੈਂ ਲੜਾਂ। ਪਰ 3 ਦਿਨਾਂ ਬਾਅਦ ਉਹ ਮਾਈ ਬਹੁਤ ਬਿਮਾਰ ਹੋ ਗਈ ਹੁਣ, ਕਿਉਂਕਿ ਉਹ ਜ਼ਹਿਰ ਅੰਦਰ ਹੀ ਰਹਿ ਗਿਆ, ਉਹਨੂੰ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ। ਅਗਲੇ ਨੇ ਰਿਸੀਵ ਨਹੀਂ ਕੀਤਾ। ਜਿੱਦਾਂ ਤੁਸੀਂ ਮੈਨੂੰ ਗਿਫਟ ਦੇਵੇ, ਮੈਂ ਤੁਹਾਡਾ ਗਿਫਟ ਲਵਾਂ ਹੀ ਨਾ, ਫਿਰ ਕੀ ਕਰੋਗੇ ਗਿਫਟ? ਤੁਹਾਨੂੰ ਗਿਫਟ ਆਪਣੇ ਕੋਲ ਰੱਖਣਾ ਪੈਣਾ ਹੈ। ਉਹ ਬਿਲਕੁਲ ਸਹੀ ਹੈ। ਔਰ ਗਿਫਟ ਜੇ ਕਰੋਧ ਹੋਏ ਤੇ ਜਿਹੜਾ ਤੁਸੀਂ ਮੇਰੇ ਵਾਲਾ ਕੋਲਾ ਸੁੱਟਿਆ ਮੈਂ ਤੇ ਲਿਆ ਹੀ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਆ। ਚਿੱਕੜ ਪਹਿਲਾਂ ਸੁੱਟਣ ਵਾਸਤੇ ਆਪ ਚੁੱਕਣਾ ਪੈਂਦਾ ਪਹਿਲਾਂ। ਹਾਂਜੀ ਗੋਰਕੀ ਸਾਹਿਬ। ਹਾਂ,
ਗੁਰਕੀ ਸਾਹਿਬ ਦਾ ਡ੍ਰੌਪ ਹੋ ਗਈ ਜੀ ਕਾਲ। ਕੋਈ ਕਾਲ ਆ ਗਈ ਹੋਣੀ ਉਹਨਾਂ ਦੀ ਨਾ। ਹਾਂਜੀ ਹਾਂਜੀ, ਆਪਾਂ ਦੂਸਰਾ ਸ਼ਲੋਕ ਲੈਂਦੇ ਹਾਂ। ਮਹਲਾ ਤੀਜਾ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ। ਕਹਿੰਦੇ ਹੋਰ ਜਿਹੜਾ ਹੈਗਾ ਕੂੜ ਨੂੰ ਪੜ੍ਹਨਾ, ਝੂਠ ਜਿਹੜੀ ਝੂਠ ਆ ਉਸ ਨੂੰ ਪੜ੍ਹਨਾ ਤੇ ਉਸ ਨੂੰ ਬੋਲਣਾ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ। ਕਹਿੰਦੇ ਬਸ ਇਹ ਪਰਮੇਸ਼ਰ ਦਾ ਧਿਆਨ ਸਿਮਰਨ, ਇਹ ਭਗਤੀ, ਇਹਨੂੰ ਛੱਡ ਕੇ ਹੋਰ ਜਿਹੜਾ ਹੈਗਾ ਮਾਇਆ ਵੱਲ ਦੇ ਰਸਤੇ 'ਤੇ ਜੋ ਵੀ ਪੜ੍ਹਨਾ ਹੈ, ਜੋ ਵੀ ਕੂੜ ਝੂਠ ਬੋਲਣਾ ਹੈ, ਕਹਿੰਦੇ ਉਹਦੇ ਨਾਲ ਕੂੜ ਪੜ੍ਹਨਾ ਤੇ ਕੂੜ ਬੋਲਣਾ, ਝੂਠ ਦੀ ਗੱਲ ਕਰ ਰਹੇ ਆ। ਕਹਿੰਦੇ ਉਹ ਮਾਇਆ ਦੇ ਨਾਲ ਪਿਆਰ ਵਧਾ ਦੇਗਾ ਭਾਈ, ਤੁਹਾਡੀਆਂ ਲੀਹਾਂ ਵਧਾ ਦੇਗਾ, ਤੁਹਾਡੇ ਸੰਸਕਾਰ ਮੋਟੇ ਕਰ ਦੇਗਾ। ਨਾਨਕ ਵਿਣ ਨਾਮੈ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਨਾਮ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ ਕੋਈ ਵੀ ਇਨਸਾਨ, ਕਿਸੇ ਦਾ ਵੀ ਮਨ ਥਿਰ ਨਹੀਂ ਹੋ ਸਕਦਾ। ਜੇ ਮਨ ਥਿਰ ਨਹੀਂ ਹੈਗਾ, ਵਿਚਾਰ ਬੰਦ ਨਹੀਂ ਕੀਤੇ, ਤੇ ਅੱਗੇ ਜਿਹੜਾ ਹੈਗਾ ਜੂਨਾਂ ਦੇ ਵਿੱਚ ਜਿਹੜਾ ਹੈਗਾ ਉਹਦਾ ਭੁਗਤਾਨ ਕਰਨਾ ਪੈਂਦਾ ਹੈ ਭਾਈ। ਮਨ ਥਿਰ ਨਹੀਂ ਹੈਗਾ ਤੇ ਮਨ ਮਾਇਆ ਦੇ ਵਿੱਚ ਹੈ, ਮਾਇਆ ਦੇ ਵਿੱਚ ਹੈ ਤੇ ਸਵਾਦਾਂ ਦੇ ਵਿੱਚ ਹੈ, ਸਵਾਦਾਂ ਦੇ ਵਿੱਚ ਆ ਤੇ ਬਸ ਉਹ ਜਿਹੜਾ ਹੈਗਾ ਉਹ ਟਰੈਪ ਹੈਗੀ ਭਾਈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਦੇ ਵਿੱਚ ਫਸ ਜਾਏਗਾ ਔਰ ਇਹਦੇ ਜਿਹੜੀ ਹੈਗੀ ਭੁਗਤਾਨ ਹੈਗੀ ਆ। ਇਹੀ ਆਪੋਜ਼ਿਟ ਜਿਹੜੀ ਹੈ ਮਾਲਕ ਨੇ ਜਿਹੜੀ ਹੈ ਟੀਮ ਬਣਾਈ ਹੋਈ ਆ। ਇਹਦੇ ਵਿੱਚ ਜਿਹੜੇ ਹੈਗੇ ਆਪਾਂ ਫਿਰ ਜਿਹੜੇ ਹੈਗੇ ਫਿਰ ਪਤਾ ਨਹੀਂ ਕਦੋਂ ਫਿਰ ਜਿਹੜਾ ਹੈਗਾ ਆਪਣਾ ਨੰਬਰ ਲੱਗਦਾ ਹੈ। ਜੂਨਾਂ ਬਹੁਤ ਜ਼ਿਆਦਾ ਹੈਗੀਆਂ। ਮਨੁੱਖੀ ਸਰੀਰ ਦੇਖ ਲਓ, ਇਹ ਮਨੁੱਖੀ ਸਰੀਰ ਬਹੁਤ ਰੇਅਰ ਹੈਗਾ ਭਾਈ। ਇਹ ਜਿਹੜਾ ਹੈਗਾ ਇਹਦੀ ਤਾਂ ਪਰਸੈਂਟੇਜ ਆਪਾਂ ਬੋਲ ਵੀ ਨਹੀਂ ਸਕਦੇ, ਪਤਾ ਨਹੀਂ ਕਿੰਨੀਆਂ ਜ਼ੀਰੋ ਲਗਾਉਣੀਆਂ ਪੈਣੀਆਂ। 84 ਲੱਖ ਜੂਨਾਂ ਔਰ ਉਹਦੇ ਵਿੱਚ ਜੀਵ, ਔਰ ਦੇਖ ਲਓ ਭਾਈ ਮਨੁੱਖੀ ਸਰੀਰ, ਇਹਦੇ ਵਿੱਚ ਕਿੰਨੇ ਕੁ ਹੈਗੇ ਆਪਾਂ। ਬਿਲਕੁਲ ਇਹਦੀ ਪਰਸੈਂਟੇਜ ਜਿਹੜੀ ਹੈ ਬਹੁਤ ਬਹੁਤ ਘੱਟ ਹੈਗੀ ਆ। ਇੰਨੀ ਰੇਅਰ ਹੈ ਭਾਰੀ। ਅਤੇ ਇਹ ਜਿਹੜਾ ਹੈਗਾ ਆਪਾਂ ਜੂਏ ਦੇ ਵਿੱਚ ਖੇਡ ਜਾਈਏ ਅਤੇ ਆਪਣੇ ਵਰਗਾ ਜਿਹੜਾ ਮੁਰਖ ਕੋਈ ਨਹੀਂ ਹੋਏਗਾ ਭਾਈ। ਮਹਲਾ ਤੀਜਾ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ। ਨਾਨਕ ਵਿਣ ਨਾਮੈ ਕੋ ਥਿਰ ਨਹੀਂ, ਪੜ੍ਹ ਪੜ੍ਹ ਹੋਏ ਖੁਆਰ। ਹਾਂਜੀ ਹਾਂਜੀ, ਠੀਕ ਹੈ ਜੀ। ਉਹ ਕਹਿੰਦੇ ਕਿ ਪਰਮਾਤਮਾ ਨੂੰ ਛੱਡ ਕੇ ਆਪਾਂ ਜੋ ਵੀ ਪੜ੍ਹ ਰਹੇ ਹਾਂ, ਜੋ ਵੀ ਬੋਲ ਰਹੇ ਹਾਂ, ਉਹ ਕਹਿੰਦੇ ਕੂੜ ਆ ਉਹ। ਕਿਉਂਕਿ ਜਦੋਂ ਆਤਮਾ ਨੂੰ ਛੱਡ ਦੋਗੇ ਉਸ ਤੋਂ ਬਾਅਦ ਮੇਰਾ ਬੋਲਿਆ ਵੀ ਤੇ ਸਹੀ ਥੋੜੀ ਆ। ਦੇਖੋ ਤੁਸੀਂ ਆਪ ਜੋ ਵੀ ਬੋਲ ਰਹੇ ਜੋ, ਜੇਕਰ ਤੁਸੀਂ ਆਤਮਾ ਨੂੰ ਸਾਖੀ ਸਮਝ ਕੇ ਕੁਝ ਬੋਲ ਰਹੇ ਜੋ, ਉਹੀ ਸੱਚ ਹੈ ਨਿਜਾ ਸਾਹਿਬ। ਬਿਲਕੁਲ ਸਹੀ ਹੈ। ਜਦੋਂ ਤੁਸੀਂ ਪ੍ਰਮਾਤਮਾ ਨੂੰ ਛੱਡਤਾ ਤੇ ਮੇਰੇ ਵਰਗਾ ਫਿਰ ਤੇ ਮਨਮਤ ਕੀ ਗੱਲਾਂ, ਮਨਮਤੀ ਹੀ ਆ, ਫਿਰ ਮੈਂ ਮਨਮੁਖੀ ਆ। ਫਿਰ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਉਹ ਇਟ ਡਜ਼ਨਟ ਮੈਟਰ ਮੈਂ ਕੀ ਬੋਲ ਰਿਹਾ। ਜਦੋਂ ਮੈਂ ਉਸ ਪਾਵਰ ਨੂੰ ਛੱਡ ਕੇ ਬੋਲ ਰਿਹਾ ਤੇ ਫਿਰ ਤੇ ਗੜਬੜ ਹੈ। ਫਿਰ ਤੇ ਮੈਂ ਕੀ ਪਤਾ ਕੀ ਚਾਹੁੰਦਾ, ਤੁਹਾਨੂੰ ਪਤਾ ਹੀ ਕੁਛ ਨਹੀਂ। ਬਿਲਕੁਲ। ਕਿਉਂਕਿ ਮੇਰੀ ਮਨਸ਼ਾ ਫਿਰ ਬੰਗਲੇ ਭਗਤ ਵਾਂਗੂ ਬਣ ਜੂਗੀ, ਬੰਗਲਾ ਭਗਤ ਬਣ ਜੂਗਾ। ਹੈ ਤੇ ਮੈਂ ਸਮਾਧੀ ਚ ਹੀ ਹਾਂ, ਪਰ ਉਸ ਟਾਈਮ ਮੈਂ ਪ੍ਰਮਾਤਮਾ ਨੂੰ ਇਗਨੋਰ ਕਰਕੇ ਕਿਸੇ ਹੋਰ ਮਕਸਦ ਲਈ ਬੈਠਾ ਹਾਂ। ਤਾਂ ਹੀ ਤਾਂ ਬਾਣੀ ਚ ਲਿਖਿਆ ਗੋਰਖੀ ਸਾਹਿਬ, ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖੋ ਖਾਣੀ। ਕਹਿੰਦੇ ਜਿਹੜੇ ਪਰਮਾਤਮਾ ਦੇ ਨਾਲ ਜਿਹੜੀ ਹੈਗੀ ਆ, ਮਾਇਆ ਦੇ ਤਲ ਤੋਂ ਉੱਪਰ ਜਿਹੜਾ ਹੈਗਾ, ਸਰੀਰ ਦੇ ਆਕਾਰ ਤੋਂ, ਪ੍ਰਕਿਰਤੀ ਤੋਂ ਉੱਪਰ ਜਿਹੜੀ ਆ ਬਾਣੀ ਆਉਂਦੀ ਆ ਭਾਈ। ਬਾਕੀ ਕੱਚੀ ਬਾਣੀ ਮਨ ਦੀ ਬਾਣੀ ਹੈ। ਹਾਂਜੀ ਵੀਰ। ਹਾਂ, ਆਪ ਜਸਟ ਦੇਖੋ ਅੱਜ ਦੀ ਡੇਟ ਚ ਚਲੋ ਆਪਾਂ ਗੱਲ ਨਹੀਂ ਕਰਦੇ, ਵੈਸੇ ਤੁਹਾਨੂੰ ਮੈਂ ਦੱਸਦਾ ਬਾਣੀ ਆ। ਹੁਣ ਵੇਖੋ ਬਾਣੀ ਦੀ ਕਿੰਨੀ ਉਹਨੂੰ ਵੇਚ ਰਹੇ ਨੇ ਲੋਕ, ਆਪਣੇ ਹਰ ਜਗ੍ਹਾ ਤੇ ਵਿਕਦੀ ਹੈ। ਜਦੋਂ ਕਬੀਰ ਸਾਹਿਬ ਤੇ ਕਹਿੰਦੇ ਆ ਕਿ ਉਹ ਤੇ ਦਾਲ ਫੁਲਕਾ ਵੀ ਘਟ ਗਿਆ ਵਾ, ਰਾਸ਼ਨ ਮੁੱਕ ਗਿਆ ਵਾ, ਉਧਰੋਂ ਪਤਾ ਨੀ ਮਾਂ ਰੌਲਾ ਪਈ ਜਾਂਦੀ, ਕਹਿੰਦੀ ਕਿ ਪਤਾ ਨੀ ਨਪੂਤਾ ਜੰਮ ਗਿਆ ਮੇਰੇ ਘਰੇ ਨੇ ਤੇ ਜਦ ਸੇ ਮਾਲਾ ਫੜੀ ਹੈ ਤੇ ਮੈਂ ਤਾਂ ਸੁੱਖ ਨਹੀਂ ਮਿਲਿਆ। ਰੋਟੀ ਪਾਣੀ ਦਾ ਵੀ ਲਾਲੇ ਲੱਗੇ ਹੋਏ ਨੇ। ਬਿਲਕੁਲ। ਤੇ ਕਿਉਂਕਿ ਨਾ ਵੇਚੀ ਨਹੀਂ ਆ ਤੇ ਹੁਣ ਇਹ ਵੇਚਣ ਦੇ ਆ ਬਥੇਰੀ। ਬਿਲਕੁਲ। ਹੁਣ ਕਿਸੇ ਰੂਪ ਚ ਵੇਚੀ ਜਾਣਗੇ ਤੇ ਉੱਥੇ ਪੈਸਾ ਬੜਾ ਡਿੱਗਣਾ। ਪਰ ਇੱਥੇ ਫਿਰ ਪ੍ਰੋਬਲਮ ਕੀ ਹੋ ਗਈ ਆ, ਤੁਸੀਂ ਪ੍ਰਮਾਤਮਾ ਨੂੰ ਛੱਡਤਾ।
ਬਾਕੀ ਨਿੱਜਰ ਸਾਹਿਬ ਹੋਰ ਕਹਾਣੀ ਕੁਛ ਨਹੀਂ ਆ। ਬਿਲਕੁਲ ਸਹੀ ਮੈਂ ਗੱਲ ਨਹੀਂ ਹੈ। ਕਹਿੰਦਾ ਕੋਈ ਗਲਤ ਆ, ਪਰ ਇੱਥੇ ਮਤਲਬ ਕਿ ਜਿੰਨੇ ਪ੍ਰਮਾਤਮਾ ਨੂੰ ਇਗਨੋਰ ਕਰਤਾ ਫਿਰ ਤੇ ਬਿਜ਼ਨਸ ਹੋ ਗਿਆ ਨਾ, ਫਿਰ ਤੇ ਖਤਮ ਕਹਾਣੀ। ਫਿਰ ਤੇ ਉਹ ਆਪ ਤਾਂ ਵੀਰ ਜੀ ਜਿਹੜੇ ਹੈਗੇ ਨਾ ਗੋਰਖੀ ਸਾਹਿਬ, ਆਪ ਜਿਹੜੇ ਹੈਗੇ ਆ ਉਹ ਨਹੀਂ ਇਸ ਪਾਸੇ ਚੱਲ ਰਹੇ। ਉਹ ਖਾਲੀ ਜਿਹੜੇ ਹੈਗੇ ਆ ਗਿਆਨ ਨੂੰ ਐਜ਼ ਏ ਬਿਜ਼ਨਸ, ਐਜ਼ ਏ ਮਤਲਬ ਵੇਚ ਰਹੇ ਆ ਔਰ ਉਹਦੀ ਕਮਾਈ ਲੈ ਰਹੇ, ਬਸ ਇੰਨੀ ਕੀ ਗੱਲ ਆ। ਆਪ ਚੱਲਣ ਦਾ ਤਾਂ ਕੋਈ ਮਕਸਦ ਹੀ ਨਹੀਂ ਹੈ, ਨਾ ਉਹਨਾਂ ਦੀ ਇੱਛਾ ਹੈਗੀ ਚੱਲਣ ਦੀ। ਨਿੱਜਰ ਸਾਹਿਬ ਨਿੱਛਾ ਤੇ ਹੈਗੀ ਨਾ, ਉਹ ਇਹਨਾਂ ਦੇ ਮਨ 'ਚ ਹੈ ਕਿ ਸੱਚ ਜੇ ਅਸੀਂ ਬੋਲਤਾ ਤੇ ਲੋਕੀ ਭੱਜ ਨਾ ਜਾਣ, ਸਾਨੂੰ ਚੜਾਵਾ ਕਿੱਥੋਂ ਚੜੂਗਾ। ਮੈਂ ਕਹਿੰਦਾ ਭੱਜ ਜਾਣ ਚੰਗਾ, ਸਗੋਂ ਬਿਲਕੁਲ ਭੀੜ ਤੇ ਘਟੇ, ਪਤਾ ਤਾਂ ਲੱਗੇ ਕਿਹੜਾ ਉੱਥੇ ਖਲੋਤਾ ਵਾ। ਤੇ ਜੇ ਉੱਥੇ ਕੋਈ ਜੇ ਸੱਚ ਸੁਣ ਕੇ ਲੋਕੀ ਭੱਜ ਜਾਂਦੇ ਆ ਤੇ ਫਿਰ ਤੇ ਝੂਠ ਵੀ ਤੇ ਮਾੜਾ ਹੀ ਹੈ ਨਾ। ਝੂਠ ਬੋਲ ਕੇ ਇਕੱਠੇ ਕਰੀ ਜਾਓ ਤੇ ਫਾਇਦਾ ਕੀ, ਆਊਟਪੁੱਟ ਨਿਕਲਣੀ ਕੁਝ ਨਹੀਂ ਉੱਥੋਂ। ਨਾ ਕੁਝ ਨਹੀਂ ਨਿਕਲਣਾ। ਆ ਤੇ ਐਡੀ ਕੀ ਵੇਲੇ ਚ ਬਾਂਹ ਫਸੀ ਆ, ਸਾਨੂੰ ਲੋਕਾਂ ਨੂੰ ਝੂਠ ਬੋਲਣ ਦੀ ਲੋੜ ਪਈ ਆ। ਬੰਦਾ ਪੁੱਛੇ ਉਹ ਤੇ ਵੈਸੇ ਵੀ ਉੱਥੇ ਮਤਲਬ ਹੀ ਨਹੀਂ, ਸਾਡਾ ਕੋਈ ਇਨਕਮ ਸੋਰਸ ਥੋੜੀ ਹੈਗਾ, ਉਹ ਕਾਰੋਬਾਰ ਥੋੜੀ ਹੈਗਾ। ਬਾਣੀ ਕਹਿੰਦੀ ਨਾਮ ਨੇ ਵੇਚਣਾ। ਬਿਲਕੁਲ। ਤੇ ਬਾਣੀ ਨਾਮ ਨਾ ਵੇਚੋ, ਫਿਰ ਇਹ ਕੀ ਕਰਨਾ ਸੋਨਾ ਸਾਨਾ ਇਕੱਠਾ ਕਰਕੇ, ਬਿਲਡਿੰਗਾਂ ਦਾ ਕੀ ਫਾਇਦਾ ਜੇ ਕੋਈ ਸੱਚ ਲੈਣ ਨੂੰ ਤਿਆਰ ਹੀ ਨਹੀਂ ਆ। ਤੇ ਜੇ ਸੱਚ ਨੂੰ ਛੱਡ ਦਈਏ ਫਿਰ ਉਹ ਕਹਿੰਦੇ ਬਾਣੀ ਚ ਕਹਿੰਦੇ ਫਿਰ ਕੂੜ ਆ। ਕਿਉਂਕਿ ਉੱਥੇ ਪ੍ਰਮਾਤਮਾ ਦੀ ਗੱਲ ਤੇ ਹੈ ਕੋਈ ਨਾ। ਫਿਰ ਉਹ ਉੱਥੇ ਬਾਣੀ ਕਹਿੰਦੀ ਅਵਰ ਉਪਦੇਸੀ ਆਪ ਨਾ ਕਰੇ, ਪੰਗਾ ਉੱਥੇ ਪੈ ਜਾਣਾ। ਆਵਤ ਜਾਵਤ ਮੈਂ ਤੇ ਬੈਠਾ ਆਵਤ ਜਾਵਤ ਜਨਮੈ ਮਾਰੇ। ਉੱਥੇ ਫਿਰ ਉਹ ਬਾਣੀ ਫਿਰ ਉੱਥੇ ਉਹ ਜਿਹੜੀ ਲੈਣ ਆ ਫਿਰ ਉਹ ਟੁਕਦੀ ਨਹੀਂ, ਉਹ ਤੁੱਕ ਫਿਰ ਰੌਲਾ ਪੈ ਜਾਂਦਾ ਫਿਰ। ਕਿਉਂਕਿ ਉਹ ਕਹਿੰਦੇ ਫਿਰ ਤੂੰ ਫਾਇਦਾ ਨਹੀਂ ਹੈਗਾ, ਕਿਉਂਕਿ ਤੂੰ ਆਪ ਨਹੀਂ ਕਰਨ ਡਿਆ ਤੇ ਤੂੰ ਦੂਜੇ ਨੂੰ ਕਿਉਂ ਉਪਦੇਸ਼ ਕਰਨੇ ਆ। ਪਰ ਪੰਗਾ ਤੇ ਇਹੋ ਹੀ ਆ, ਅਸਰ ਵੀ ਤਾਂ ਹੀ ਨਹੀਂ ਹੋਣ ਡਿਆ। ਕਿਉਂਕਿ ਉਹ ਪਹਿਲਾਂ ਤੇ ਆਪਣੇ ਤੇ ਲਿਆਉਣੀ ਪੈਣੀ ਸੂਈ, ਫਿਰ ਉਸ ਤੋਂ ਬਾਅਦ ਫਿਰ ਲੋਕਾਂ ਲਈ ਵੀ ਕਰ ਦੋ। ਉਹ ਕਹਿੰਦੇ ਨਹੀਂ ਜੀ ਅਸੀਂ ਤੇ ਠੀਕ ਆ, ਤੁਸੀਂ ਪਾਪੀ ਜੋ, ਆਓ ਤੁਹਾਡੀ ਸ਼ੁੱਧੀ ਕਰੀਏ। ਜਿੱਦਾਂ ਆਪਾਂ ਨਹੀਂ ਬਾਜ਼ਾਰ ਚੱਲ ਜਾਂਦੇ ਆ ਤੇ ਕਹਿੰਦੇ ਤੁਹਾਨੂੰ ਨਹੀਂ ਪਤਾ ਕਿਹੜਾ ਮੋਬਾਈਲ ਖਰੀਦਣਾ, ਕਿਹੜਾ ਟੀਵੀ, ਕਿਹੜਾ ਕੱਪੜਾ, ਅਸੀਂ ਤੁਹਾਨੂੰ ਦੱਸਾਂਗੇ, ਤੁਸੀਂ ਆਹ ਖਰੀਦੋ, ਆਹ ਟੀਵੀ, ਆਹ ਚੀਜ਼ਾਂ ਖਰੀਦੋ। ਉਸੇ ਤਰ੍ਹਾਂ ਕਹਿੰਦੇ ਤੁਹਾਡੀ ਜਿਹੜੀ ਆਤਮਾ ਹੈ ਉਹਨੂੰ ਵੀ ਜਿਹੜਾ ਪ੍ਰਗਟ ਕਰਨ ਦਾ ਤਰੀਕਾ ਸਾਡੇ ਕੋਲ ਪਤਾ ਹੈ, ਤੁਸੀਂ ਸਾਡੇ ਕੋਲ ਇਲਾਜ ਕਰਾਓ ਆ ਕੇ, ਤੁਹਾਡਾ ਸ਼ੁੱਧੀਕਰਨ ਕਰਾਂਗੇ। ਠੀਕ ਹੈ ਜੀ। ਉਹ ਉਹਨਾਂ ਨੂੰ ਇਹ ਪੁੱਛੀਏ ਕਿ ਬਈ ਪਹਿਲਾਂ ਤੁਸੀਂ ਆਪਣੇ ਆਪ ਦਾ ਇਲਾਜ ਕੀਤਾ। ਜਿੱਦਾਂ ਕੋਈ ਡਾਕਟਰ ਕਵੇ ਕਿ ਮੈਂ ਤੁਹਾਡੇ ਦੰਦ ਸਹੀ ਕਰ ਦਿੰਦਾ, ਤੁਹਾਡੇ ਦੰਦ ਅੰਦਰ ਭੇਜ ਦਿੰਦਾ, ਸਿੱਧੇ ਕਰ ਦਿੰਦਾ, ਤੇ ਪਹਿਲਾਂ ਤੁਸੀਂ ਡਾਕਟਰ ਦਾ ਮੂੰਹ ਵੇਖੋ ਵੀ ਤੇਰੇ ਦੰਦ ਤੇ ਸਿੱਧੇ ਨਹੀਂ ਹੈ, ਤੂੰ ਮੇਰੇ ਸਿੱਧੇ ਕਿੱਥੋਂ ਕਰ ਦੇਂਗਾ। ਉਹ ਕਹਿੰਦਾ ਮੇਰੀ ਛੱਡ ਦਿਓ, ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਆਪਣੇ ਸਿੱਧੇ ਕਰਾ ਲਓ। ਮਤਲਬ ਕਹਿਣ ਤੋਂ ਭਾਵੇਂ ਕਿ ਪਹਿਲਾਂ ਤੇ ਇੱਕ ਤਰਖਾਨ ਦੇ ਘਰ ਜਾਓ, ਉਹਨੂੰ ਕਹੇ ਭਰਾ ਪਹਿਲਾਂ ਆਪਣੀ ਮੰਜੀ ਸਹੀ ਕਰ, ਤੇ ਫਿਰ ਤੇ ਉਹ ਹਾਂ ਵੀ ਉਹਦੀਆਂ 2-4 ਮੰਜੀਆਂ ਸਹੀ ਵੇਖੀਆਂ ਤੇ ਹਾਂ ਵੀ ਹੁਣ ਸਾਡੀ ਵੀ ਇਹ ਕਰਨ ਦੇ ਲਾਇਕ ਹੈਗਾ। ਜਿਹਦੇ ਆਪਣਾ ਹੀ ਨਹੀਂ ਉਹ ਸਿਸਟਮ ਰੋਕ ਚ ਆਉਂਦੇ ਆ ਵਿਚਾਰਾ, ਤੇ ਉਹਨੇ ਤੁਹਾਡਾ ਕਿੱਥੋਂ ਸੈੱਟ ਕਰਨਾ। ਵੈਸੇ ਉਦਾਹਰਨ ਆ, ਇਹ ਜ਼ਰੂਰੀ ਨਹੀਂ ਹੈ ਕਿ 101% ਹੈ, ਸਮਝਾਉਣ ਦਾ ਤਰੀਕਾ। ਬਾਣੀ ਇਸੇ ਲਈ ਕਹਿੰਦੇ ਅਵਰ ਉਪਦੇਸ਼, ਜਿਹੜਾ ਬੰਦੇ ਚੱਕਰਾਂ ਚ ਪਏ ਨੇ ਉਹ ਗਲਤ ਨੇ। ਕੂੜ ਦਾ ਮਤਲਬ ਇਹੋ ਹੀ ਆ ਕਿ ਜਿਸ ਇਨਸਾਨ ਨੇ ਪ੍ਰਮਾਤਮਾ ਨੂੰ ਛੱਡ ਕੇ ਜੀਵਨ ਬਤੀਤ ਕੀਤਾ ਉਹ ਬੰਦਾ ਕੋਈ ਵਧੀਆ ਨਹੀਂ ਜੇ। ਠੀਕ ਹੈ ਜੀ, ਬਿਲਕੁਲ ਸਹੀ ਹੈ ਗੁਰਕੀ ਸਾਹਿਬ। ਤੇ ਜਦੋਂ ਤੁਸੀਂ ਪ੍ਰਮਾਤਮਾ ਨੂੰ ਜ਼ਿੰਦਗੀ ਚ ਕੱਢ ਲਿਆ ਫਿਰ ਕੀ ਰਹਿ ਗਿਆ? ਫਿਰ ਕੁਛ ਵੀ ਨਹੀਂ ਉੱਥੇ ਵੀਰ ਜੀ। ਫਿਰ ਗੁਰਕੀ ਸਾਹਿਬ ਕੂੜ ਤਾਂ ਰਹਿ ਗਿਆ। ਉਹ ਤਾਂ ਹੈ ਵੀ ਨਹੀਂ ਨਿੱਜਰ ਸਾਹਿਬ, ਕੂੜ ਤਾਂ ਹੈ ਹੀ ਨਹੀਂ ਆ। ਬਿਲਕੁਲ ਸਹੀ ਗੱਲ ਹੈ, ਉਹ ਹੈ ਨੀ ਗਾ, ਇੱਥੇ ਹੀ ਰਹਿ ਜਾਣਾ ਸਾਰਾ ਕੁਛ। ਬਿਲਕੁਲ ਸਹੀ ਹੈ, ਉਹ ਤੇ ਨਕਲੀ ਹੈ, ਉਹ ਤੇ ਭਰਮ ਹੈ। ਬਿਲਕੁਲ ਭਰਮ ਹੈ। ਮਾਇਆ ਕੀ ਆ? ਮਾਇਆ ਕਹਿੰਦੇ ਮਾਇਆ ਕੀ? ਉਹ ਮਾਇਆ ਲੋਕੀ ਮੇਰੇ ਅੱਗੇ ਜਾਂਦਾ ਜੀ ਮਾਇਆ ਪੈਸਾ, ਉਹ ਪੈਸਾ ਨਹੀਂ, ਉਹ ਮਾਇਆ ਐ ਜੋ ਵੀ ਕੋਈ ਤੈਨੂੰ ਦਿਖਾਈ ਦੇ ਰਿਹਾ ਨਾ ਹੀ ਦਿਖਾਈ ਦਿੰਦਾ, ਇਹ ਸਭ ਮਾਇਆ ਹੈ। ਇਹ ਸੱਚ ਨਹੀਂ ਹੈ, ਇਹ ਪ੍ਰਮਾਤਮਾ ਨਹੀਂ ਹੈ। ਪ੍ਰਮਾਤਮਾ ਇੱਕ ਅਲੱਗ ਚੀਜ਼ ਆ। ਤੇ ਜੇਕਰ ਇੱਥੇ ਮਾਇਆ ਚ ਹੀ ਖੁਸ਼ ਆ, ਕਿਤੇ ਮੈਂ ਕੋਠਾ ਪਾ ਕੇ ਖੁਸ਼ ਆ, ਕਿਤੇ ਗੱਡੀ ਘੁਮਾ ਕੇ ਖੁਸ਼ ਆ, ਕਿਤੇ ਇੱਧਰ ਆਪਣੇ ਸੰਸਾਰ ਚ ਬਿਜੀ ਆ ਰੰਗ ਤਮਾਸ਼ਿਆਂ ਚ, ਤੇ ਫਿਰ ਤੇ ਮਾਇਆ ਚ ਹੀ ਮੈਂ ਖੁਸ਼ ਆ। ਇੱਥੇ ਪ੍ਰਮਾਤਮਾ ਤੇ ਕੋਈ ਹੈ ਨਹੀਂ। ਫਿਰ ਨਾ ਮੇਰੀ ਜ਼ਿੰਦਗੀ ਸਮਾਧੀ ਨਹੀਂ ਹੈਗੀ, ਮੇਰੀ ਜ਼ਿੰਦਗੀ ਚ ਭਗਤੀ ਨਹੀਂ ਹੈਗੀ, ਫਿਰ ਤੇ ਮਾਇਆ ਹੀ ਮਾਇਆ, ਜੋ ਮਰਜ਼ੀ ਕਰ ਲਓ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ। ਅੱਗੇ ਹੁਣ ਇਹ 2 ਸ਼ਲੋਕ ਲਗਾਏ ਸੀਗੇ, ਪੌੜੀ ਦੇ ਵਾਸਤੇ ਲਗਾਏ ਸੀਗੇ। ਉਹ ਪੌੜੀ ਜਿਹੜੀ ਹੈਗੀ ਆ ਉਹ ਕੀ ਕਹਿ ਰਹੀ ਆ ਆਪਾਂ ਦੇਖੀਏ, ਕਿਉਂਕਿ ਪੌੜੀ ਦੱਸ ਰਹੀ ਹੈ ਭਾਈ ਵੀ ਉਹ ਮਾਲਕ ਪਰਮਾਤਮਾ ਜਿਹੜੀ ਹੈਗੀ ਆ, ਜਿਹੜਾ ਹੈਗਾ ਉਹਦੀ ਭਗਤੀ ਕਿਉਂ ਕਰਨੀ ਚਾਹੀਦੀ ਆ। ਔਰ ਇਨਸਾਨ ਜਿਹੜੇ ਹੈਗੇ ਮਾਲਕ ਨੂੰ ਛੱਡ ਕੇ ਔਰ ਸੋ ਕਾਲਡ ਮਹਾਂਪੁਰਖ ਜਿਹੜੇ ਹੈਗੇ ਇੱਧਰ ਉੱਧਰ ਜਿਹੜੇ ਹੈਗੇ ਉਹਨਾਂ ਦੀ ਪੂਜਾ ਕਰਦੇ ਆ, ਉਹਨਾਂ ਦੀ ਭਗਤੀ ਕਰਦੇ ਆ। ਆਹ ਪੌੜੀ ਜਿਹੜੀ ਹੈਗੀ ਉਹ ਵਾਚ ਲੈਣ, ਆਪਾਂ ਵਾਚ ਲਈਏ, ਘੱਟ ਤੋਂ ਘੱਟ ਸਾਵਧਾਨ ਹੋ ਜਾਈਏ।
ਜੇ ਗਲਤ ਬੋਰਡ 'ਚ ਹੈਗੇ ਛੱਡ ਦਈਏ ਉਹਨੂੰ। ਪੌੜੀ ਹਰ ਕੀ ਵਡਿਆਈ ਵੱਡੀ ਹੈ। ਕਹਿੰਦੇ ਪਰਮਾਤਮਾ ਦੀ ਵਡਿਆਈ ਵੱਡੀ ਆ। ਕਿਉਂ? ਹਰ ਕੀਰਤਨ ਹਰ ਕਾ। ਕਹਿੰਦੇ ਪਰਮੇਸ਼ਰ ਨੇ ਕੀਰਤਨ ਦਿੱਤਾ। ਕੀਰਤਨ ਕੀ ਹੁੰਦਾ? ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖੀ ਜਪੀਏ ਲਾਏ ਧਿਆਨਾ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਕਹਿੰਦੇ ਆ ਦੇਖੋ ਇੱਥੇ ਉੱਥੇ ਕਿਹੜੇ ਕੀਰਤਨ ਨੇ ਕੰਮ ਆਉਣਾ ਹੈ? ਭਗਤੀ ਨੇ ਕੰਮ ਆਉਣਾ ਹੈ, ਧਿਆਨ ਸਿਮਰਨ ਨੇ ਕੰਮ ਆਉਣਾ ਹੈ, ਪਰਮੇਸ਼ਰ ਦੇ ਗੁਣ ਲੈਣੇ ਆ। ਗੁਰੂ ਦੀ ਮੱਤ ਤੋਂ ਆਪਾਂ ਕੀ ਕਰ ਰਹੇ ਹਾਂ? ਗੁਣ ਲੈ ਰਹੇ ਹਾਂ ਮਾਲਕ ਪਰਮਾਤਮਾ ਦੇ। ਮਾਲਕ ਪਰਮਾਤਮਾ ਦੇ ਬਾਰੇ ਪਤਾ ਲੱਗ ਰਿਹਾ ਆਪਾਂ ਨੂੰ, ਅਤੇ ਉਹਦੀ ਭਗਤੀ ਕਰ ਸਕੀਏ ਮਾਲਕ ਪਰਮਾਤਮਾ ਦੀ, ਉਹਦੇ ਵੱਲ ਜੁੜ ਸਕੀਏ। ਕਹਿੰਦੇ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਂ ਹੈ ਧਰਮ ਕਾ। ਕਹਿੰਦੇ ਉਹਦਾ ਧਰਮ ਦਾ ਨਿਆਂ ਆ, ਉਹਦੇ ਅਨਿਆਏ ਹੋ ਹੀ ਨਹੀਂ ਸਕਦਾ ਮਾਲਕ ਦੇ ਜਿਹੜੇ ਹੈਗੇ ਉਹਦੇ ਸਿਸਟਮ ਦੇ ਵਿੱਚ, ਤਾਂ ਉਹਦੀ ਵਡਿਆਈ ਵੱਡੀ ਆ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਉਹਦੇ ਕੋਲ ਆਤਮਾ ਦਾ ਫਲ ਆ ਪਿਆਰਿਆ, ਤੇਰੀ ਆਤਮਾ ਦੀ ਖੁਰਾਕ ਜਿਹੜੀ ਜਨਮਾਂ ਜਨਮਾਂ ਤੋਂ ਪਿਆਸੀ, ਇੱਕ ਦਾਣਾ ਨਹੀਂ ਮੂੰਹ 'ਚ ਗਿਆ, ਇੱਕ ਬੂੰਦ ਨਹੀਂ ਮੂੰਹ 'ਚ ਗਈ ਉਹਦੇ। ਕਹਿੰਦੇ ਇੰਨੀ ਪਿਆਸੀ ਔਰ ਇੰਨੀ ਭੁੱਖੀ, ਉਹਦੀ ਖੁਰਾਕ ਆ ਮਾਲਕ ਪਰਮਾਤਮਾ ਦੀ ਵਡਿਆਈ ਪਾਈ, ਤਾਂ ਵਡਿਆਈ ਹੈ ਉਹਦੀ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ। ਇਸ ਕਰਕੇ ਵਡਿਆਈ ਵੱਡੀ ਹੈ। ਉਹਦੇ ਕੋਈ ਖੁਸ਼ਾਮਦ ਨਹੀਂ ਚੱਲਦੀ, ਕੋਈ ਚੁਗਲੀ ਲਾ ਦੇ ਨਹੀਂ ਸੁਣਦਾ ਮਾਲਕ ਪਰਮਾਤਮਾ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਤਾਂ ਵਡਿਆਈ ਵੱਡੀ ਹੈ ਮਾਲਕ ਦੀ ਪਿਆਰਿਓ, ਤਾਂ ਭਗਤੀ ਕਰਨੀ ਆ। ਉਹ ਪੁੱਛਦਾ ਨਹੀਂ ਹੈਗਾ ਕਿਸੇ ਨੂੰ ਦਾਨ ਦੇਣ ਵਾਸਤੇ, ਉਹ ਬਗੈਰ ਪੁੱਛੇ ਹੀ ਦਾਨ ਦੇ ਦਿੰਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਦੇਖੋ ਉੱਪਰਲੀ ਤੁਕ ਚ ਕੀ ਕਹਿ ਰਹੇ ਨੇ ਕਿ ਪਹਿਲੀ ਗੱਲ ਕੀਰਤਨ ਕਰਨਾ ਹੈ, ਮਤਲਬ ਭਗਤੀ ਕਰਨੀ ਹੈ, ਨਾਮ ਅਭਿਆਸ ਕਰਨਾ ਹੈ। ਠੀਕ ਹੈ ਜੀ। ਕੀਰਤਨ ਦਾ ਮਤਲਬ ਇਹ ਨਹੀਂ ਕਿ ਢੋਲਕੀ ਸੈਣੇ ਕੱਢ ਕੇ ਤੁਸੀਂ ਕੀਰਤਨ ਕਰਨਾ ਸ਼ੁਰੂ ਕਰ ਦਿਓ। ਤੇ ਜਿਹੜੇ ਨਹੀਂ ਕਰਦੇ ਵੀਰ ਜੀ, ਫਿਰ ਉਹਨਾਂ ਦਾ ਕੀ ਹਾਲ ਹੋਊਗਾ? ਇਹ ਤਾਂ ਚੰਦ ਜਿਹੜੇ ਹੈਗੇ ਕੀਰਤਨੀਏ, ਇਹ ਜਿਹੜੇ ਹੈਗੇ ਇਹ ਪਹੁੰਚ ਜਾਣਗੇ, ਜਿਹੜੇ ਹੈਗੇ ਮੁਕਤ ਹੋ ਜਾਣਗੇ। ਬਾਕੀ ਮੇਰੇ ਵਰਗੇ ਮਾਤੜ ਤਾਤੜ ਤਾਂ ਰਹਿ ਜਾਣਗੇ। ਹੁਣ ਮੇਰੇ ਵਰਗਾ ਗਾਉਣ ਲੱਗੇ ਤੇ ਮੇਰੇ ਨਾਲ ਜਿਹੜੇ ਮੇਰੇ ਲਾਗਲੇ ਸਾਰੇ ਭੱਜ ਭੁੱਜ ਜਾਣੇ ਆ। ਉਹਨਾਂ ਕਹਿੰਦੇ ਭਰਾਵਾ ਕਿਤੇ ਇਕੱਲਾ ਗਾ, ਤੇਰਾ ਕੀਰਤਨ ਬੜਾ ਮਹਿੰਗਾ, ਇਹ ਨਹੀਂ ਸੁਣਿਆ ਜਾਂਦਾ। ਠੀਕ ਹੈ ਜੀ। ਕੀਰਤਨ ਦਾ ਮਤਲਬ ਹੈ, ਇਹ ਸਰਵ ਵਿਆਪਕ ਗੱਲ ਚੱਲ ਰਹੀ ਹੈ ਸਾਡੇ ਸਾਰੇ ਲਈ ਭਗਤੀ। ਹਰ ਕੀ ਵਡਿਆਈ ਵੱਡੀ ਹੈ, ਜਾਂ ਕਾ ਨਾਮ ਹੈ ਨਿਆਂ ਹੈ ਧਰਮ ਕਾ। ਉਹਦਾ ਨਿਆਂ ਧਰਮ ਦਾ ਨਿਆਂ ਆ ਬਾਈ, ਉਹਦੇ ਚ ਅਨਿਆਏ ਨਹੀਂ ਹੈਗਾ ਬਸ। ਹਾਂਜੀ। ਬਾਣੀ ਚ ਤੁਕ ਆਉਂਦੀ ਹੈ, ਚੰਗਿਆਈਆਂ ਬੁਰਾਈਆਂ ਵਾਚੇ ਧਰਮ ਅਧੂਰੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਦੇਖ ਲਓ, ਕਹਿੰਦੇ ਚੰਗਿਆਈਆਂ ਵੀ ਵਾਚ ਰਿਹਾ ਤੇ ਬੁਰਾਈਆਂ ਵੀ ਵਾਚ ਰਿਹਾ ਧਰਮਰਾਜ। ਪਰ ਕਈਆਂ ਨੂੰ ਕਹਿੰਦੇ ਪਹਿਲਾਂ ਪ੍ਰਸ਼ਾਦਾ ਮਿਲ ਜਾਂਦਾ, ਕਈਆਂ ਨੂੰ ਥੋੜਾ ਦੂਰ ਮਿਲਦਾ। ਮਿਲਣਾ ਜ਼ਰੂਰ ਹੈ, ਪ੍ਰਸ਼ਾਦਾ ਜ਼ਰੂਰ ਮਿਲੇਗਾ। ਕਿ ਜੋ ਆਪਾਂ ਕਰਾਂਗੇ ਉਹੀ ਆਪਾਂ ਪਾਵਾਂਗੇ। ਠੀਕ ਹੈ। ਦੱਦਾ ਦੋਸ਼ ਨਾ ਦਿਓ ਦੇਉ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੋ ਮੈਂ ਕਰ ਰਿਹਾ ਮੈਂ ਪਾ ਰਿਹਾ। ਪ੍ਰੈਕਟੀਕਲੀ ਹੈ, ਤੁਸੀਂ ਕੰਮ ਕਰੋ, ਦਿਹਾੜੀ ਦੇ ਪੈਸੇ ਮਿਲ ਜਾਣਗੇ। ਨਹੀਂ ਕੰਮ ਤੇ ਜਾਓਗੇ, ਤੁਹਾਡੇ ਘਰ ਕਿਸੇ ਨੇ ਚੈੱਕ ਨਹੀਂ ਭੇਜਣਾ। ਇਹ ਗੱਲ ਆ। ਤੇ ਫਿਰ ਕਰਮਾਂ ਤੇ ਆਪਾਂ ਕਿੱਦਾਂ ਸੋਚਦੇ ਹਾਂ ਕਿ ਸਾਡੇ ਕਰਮਾਂ ਦਾ ਫਲ ਕਿਸੇ ਹੋਰ ਨੂੰ ਮਿਲ ਜੇ, ਦੂਜੇ ਨੇ ਕਰਮ ਕੀਤੇ ਤੇ ਸਾਨੂੰ ਫਲ ਮਿਲ ਜੇ। ਕਿਸੇ ਦੀ ਤਨਖਾਹ ਤੁਹਾਨੂੰ ਮਿਲਦੀ ਹੈ? ਨਹੀਂ, ਤੁਹਾਡੀ ਹੀ ਤਨਖਾਹ ਤੁਹਾਡੇ ਖਾਤੇ ਜਾਵੇਗੀ। ਕਿਸੇ ਦੀ ਖਾਤੇ ਚ ਤਨਖਾਹ ਤੁਹਾਨੂੰ ਕਿੱਥੋਂ ਕੋ ਦੇ ਦੂਗਾ? ਤੇ ਫਿਰ ਇਸੇ ਤਰ੍ਹਾਂ ਜਿਹੜੇ ਕਰਮ ਨੇ ਉਹ ਆਪਾਂ ਇੱਕ ਦੂਜੇ ਨੂੰ ਕਿੱਥੋਂ ਦੇ ਸਕਦੇ ਹਾਂ? ਇਟ ਇਜ਼ ਨਾਟ ਪੋਸੀਬਲ। ਜੋ ਤੁਸੀਂ ਕਰਨਾ ਖੁਦ ਕਰਨਾ। ਆਪਣੇ ਆਪ ਨੂੰ ਤੇ ਸਵਾਰ ਵੀ ਸਕਦੇ ਜੋ, ਵਿਗਾੜ ਵੀ ਸਕਦੇ ਜੋ। ਠੀਕ ਹੈ ਜੀ। ਤੇ ਫਿਰ ਕਹਿੰਦੇ ਆ ਕਿ ਅਗਲੀ ਤੋਂ ਕੋਲ ਹਰ ਕੀ ਵਡਿਆਈ ਵੱਡੀ ਹੈ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਕਹਿੰਦੇ ਆਤਮਾ ਦਾ ਫਲ ਆ, ਆਤਮਾ ਦੀ ਖੁਰਾਕ ਆ ਮਾਲਕ ਕੋਲ। ਤੇਰੀ ਆਤਮਾ ਨੂੰ ਫਲ, ਆਤਮਾ ਦਾ ਫਲ ਆ ਪਾਏ, ਆਤਮਾ ਦੇ ਨੇੜੇ ਹੋ ਜਾਏਗਾ। ਸਰੀਰ ਦੀ ਪਕੜ, ਇਹ ਕੈਦ ਜਿਹੜੀ ਸਰੀਰ ਦੀ ਹੈਗੀ, ਮਾਇਆ ਦੀ ਪਕੜ, ਇਹਦੇ ਚੋਂ ਨਿਕਲ ਜਾਏਗਾ। ਹਾਂਜੀ ਵੀਰ ਜੀ। ਹਾਂ, ਕਹਿੰਦੇ ਆ ਕਿ ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਤੇ ਵਡਿਆਈ ਦਾ ਮਤਲਬ ਇੱਥੇ ਕੋਈ ਉਹਦੀ ਤਾਰੀਫ ਦੀ, ਚਲੋ ਤਾਰੀਫ ਆਪਾਂ ਕੀ ਕਰਾਂਗੇ? ਮੇਰੇ ਤੇ ਤੁਹਾਡੇ ਵਰਗੇ ਕੀ ਤਾਰੀਫ ਕਰਨਗੇ? ਇਹ ਧਿਆਨ ਸਿਮਰਨ ਹੀ ਹੈ ਉਹਦੀ ਵਡਿਆਈ। ਤਾਰੀਫ ਦਾ ਮਤਲਬ ਤੇ ਭਗਤੀ ਹੈ। ਠੀਕ ਹੈ ਜੀ। ਬਿਲਕੁਲ, ਉਹਦੀ ਭਗਤੀ ਕਰਨੀ ਹੈ। ਭਗਤੀ ਦਾ ਮਤਲਬ ਵੀ ਪਿਆਰ ਕਰਨਾ। ਉਹਦਾ ਜਿਹੜਾ ਅਸਲੀ ਅੱਖਰ ਦਾ ਭਗਤੀ ਦਾ ਮਤਲਬ ਹੈ ਪਿਆਰ। ਬਾਣੀ ਚ ਲਿਖਿਆ ਜਿਹਨੇ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਨੂੰ ਪਿਆਰ ਕਰੋ,
ਗੱਲ ਖਤਮ, ਉਸ ਤੋਂ ਬਾਅਦ ਕੁਝ ਕਰਨ ਦੀ ਲੋੜ ਨਹੀਂ। ਕਹਿੰਦੇ ਨਾ ਫਲਾਣੇ ਦਾ ਭਗਤ ਹੋ ਗਿਆ। ਹਾਂ, ਉਹਦਾ ਬੜਾ ਭਗਤ ਹੈ, ਬੜਾ ਨਾਮ ਜਪਦਾ ਉਹਦਾ ਬਈ। ਆਪਾਂ ਕਹਿ ਨੀ ਦਿੰਦੇ ਕੋਈ ਬੰਦਾ 2-3 ਦੀ ਕਿਸੇ ਦੀ ਤਾਰੀਫ ਕਰੇ ਤਾਂ ਆਪਾਂ ਕਹਿ ਹੀ ਦਿੰਦੇ ਆ ਬੜਾ ਨਾਮ ਜਪਦਾ ਬਈ ਤੇਰਾ। ਉਹ ਹਿਸਾਬ ਹੈ, ਕਹਿੰਦੇ ਰੱਬ ਦਾ ਨਾਮ ਜਪਿਆ ਕਰੋ। ਫਿਰ ਕਹਿੰਦੇ ਆ ਕਿ ਹਰ ਕੀ ਵਡਿਆਈ ਵੱਡੀ, ਹਾਂਜੀ ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ। ਮਾਲਕ ਦੀ ਵਡਿਆਈ ਤਾਂ ਵੱਡੀ ਹੈ ਭਾਈ, ਉਹ ਕਿਸੇ ਦੀ ਖੁਸ਼ਾਮਦ ਨਹੀਂ ਸੁਣਦਾ, ਕਿਸੇ ਚੁਗਲ ਦੀ ਚੁਗਲੀ ਨਹੀਂ ਸੁਣਦਾ ਮਾਲਕ। ਉਹ ਤਾਂ ਜਿਹੜਾ ਹੈਗਾ ਧਰਮ ਦਾ ਨਿਆਂ ਕਰਦਾ ਹੈ। ਹਾਂਜੀ ਵੀਰ ਜੀ, ਬਿਲਕੁਲ ਸਹੀ ਹੈ ਜੀ। ਉਹ ਕਹਿੰਦੇ ਆ ਕਿ ਕੋਈ ਸਾਡੇ ਵਾਂਗੂ ਅੱਖਾਂ ਦਾ ਅੰਨਾ ਨਹੀਂ ਹੈਗਾ। ਸਾਨੂੰ ਕੋਈ ਵੀ ਕੋਈ ਗੱਲ ਕਹਿ ਦਿੰਦਾ ਤੇ ਫੱਟ ਵਿਸ਼ਵਾਸ ਕਰ ਲੈਂਦੇ ਆ। ਅਸੀਂ ਸੋਚਦੇ ਹੀ ਨਹੀਂ, ਵਿਚਾਰਦੇ ਹੀ ਨਹੀਂ ਕਿ ਜੋ ਅਗਲਾ ਬੰਦਾ ਕਹਿ ਰਿਹਾ ਕਿ ਸੱਚ ਹੈਗਾ, ਉਹਦੇ ਚ ਉਹਦਾ ਕੋਈ ਆਪਣਾ ਸਵਾਰਥ ਤੇ ਨਹੀਂ ਵਿੱਚ ਛੁਪਿਆ। ਪਰ ਕਹਿੰਦੇ ਪਰਮਾਤਮਾ ਦੇ ਘਰ ਏਦਾਂ ਦਾ ਨਹੀਂ ਆ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਗੱਲ ਕਹੀ ਸੀ, ਕੋਈ ਭਲਾ ਕਹੇ ਕੋਈ ਬੁਰਾ ਕਵੇ। ਤੁਹਾਡੇ ਭਲਾ ਕਹਿਣ ਦੇ ਨਾਲ ਨਾ ਤੇ ਮੈਂ ਭਲਾ ਹੋ ਜਾਣਾ, ਤੇ ਤੁਹਾਡੇ ਬੁਰੇ ਕਹਿਣ ਦੇ ਨਾਲ ਮੈਂ ਨਾ ਬੁਰਾ ਹੋਣਾ ਵਾ। ਤੁਸੀਂ ਮੈਨੂੰ ਕਹੋ ਕੁਰਾਈ ਹੈ, ਭੂਤਨਾ ਹੈ, ਬੇਤਲ ਹੈ, ਜੋ ਮਰਜੀ ਕਹਿ ਲੋ, ਇਟ ਡਜ਼ਨਟ ਮੈਟਰ। ਮੈਨੂੰ ਪਤਾ ਮੈਂ ਕੀ ਕਰ ਰਿਹਾ, ਬਿਲਕੁਲ। ਔਰ ਮੇਰੇ ਪ੍ਰਮਾਤਮਾ ਨੂੰ ਵੀ ਪਤਾ ਹੈ ਕਿ ਮੇਰੀ ਨੀਅਤ ਸੱਚੀ ਆ। ਆਪ ਜਸਟ ਪਲੀਜ਼ ਅੰਡਰਸਟੈਂਡ ਕਰੋ। ਉਹ ਕਹਿੰਦੇ ਤੁਹਾਡੀ ਸਟੇਟਮੈਂਟ ਦੀ ਆਈ ਡੋਂਟ ਨੀਡ। ਤੁਸੀਂ ਕੌਣ ਹੁੰਦੇ ਜੋ ਮੈਨੂੰ ਸਟੇਟਮੈਂਟ ਕਰਨ ਵਾਲੇ? ਮੈਂ ਚੰਗਾ ਜਾਂ ਬੁਰਾ, ਇਹ ਮੇਰਾ ਨਿੱਜੀ ਫੈਸਲਾ ਹੈ ਔਰ ਮੇਰੀ ਨਿੱਜੀ ਅਵਸਥਾ ਹੈ। ਇਹ ਗੱਲ ਨੂੰ ਮੇਰਾ ਪ੍ਰਮਾਤਮਾ ਜਾਣਦਾ ਹੈ। ਤੇ ਜੇ ਸੱਜਣੋ ਤੁਸੀਂ ਮੇਰੀ ਤਾਰੀਫ ਕਰਦੇ ਪਏ ਜੋ, ਤੇ ਤੁਸੀਂ ਮੈਨੂੰ ਜਾਣਦੇ ਹੀ ਨਹੀਂ। ਤੁਸੀਂ ਕਿਉਂ ਮੇਰੇ ਬਾਹਰੀ ਐਕਟ ਦੇਖ ਰਹੇ ਜੋ, ਅੰਦਰੋਂ ਮੈਂ ਕਿੱਦਾਂ ਦਾ ਇਨਸਾਨ ਆ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਤੁਹਾਡੀ ਚਾਪਲੂਸੀ ਮੈਨੂੰ ਨਹੀਂ ਚਾਹੀਦੀ। ਹਾਂਜੀ ਨਿੱਜਰ ਸਾਹਿਬ, ਉਹ ਕਹਿੰਦੇ ਕਿ ਉਹ ਹੈ ਨਾ ਭਾਈ ਮਹਾਰਾਜ ਕਹਿੰਦੇ ਆ ਕਿ ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਹਮ ਤੋਂ ਤਨ ਦਿਓ ਹੈ ਡਾਰ। ਕਹਿੰਦੇ ਮੈਂ ਸਰੀਰ ਹੈ ਨੀਗਾ, ਮੈਂ ਸਰੀਰ ਦੀ ਕੁਛ ਨਹੀਂ ਸੁਣਦਾ। ਤੁਸੀਂ ਮੇਰੇ ਸਰੀਰ ਦੀ ਗੱਲ ਕਰ ਰਹੇ ਹੋ, ਮੰਦਾ ਕਹਿ ਰਹੇ ਹੋ ਮੇਰੇ ਸਰੀਰ ਨੂੰ ਕਹਿ ਰਹੇ ਹੋ, ਚੰਗਾ ਕਹਿ ਰਹੇ ਹੋ ਮੇਰੇ ਸਰੀਰ ਨੂੰ ਕਹਿ ਰਹੇ ਹੋ। ਔਰ ਮੈਂ ਤਾਂ ਸਰੀਰ ਦਾ ਹੈ ਹੀ ਨਹੀਂ ਆ, ਮੈਂ ਸਰੀਰ ਦੀ ਕੋਈ ਸੁਣਦਾ ਹੀ ਨਹੀਂ ਆ, ਜੋ ਮਰਜ਼ੀ ਕਹੋ। ਹਾਂਜੀ ਵੀਰ ਜੀ, ਹਾਂਜੀ ਠੀਕ ਹੈ ਜੀ। ਅਗਲੀ ਤੁਕ ਬੋਲੋ ਨਿੱਜਰ ਸਾਹਿਬ। ਹਰ ਕੀ ਵਡਿਆਈ ਵੱਡੀ ਹੈ, ਜਾਂ ਅਪੁੱਛਿਆ ਦਾਨ ਦੇਵ ਕਾ। ਕਹਿੰਦੇ ਉਹਦੀ ਵਡਿਆਈ ਤਾਂ ਵੱਡੀ ਹੈ ਭਾਈ, ਉਹ ਪੁੱਛਦਾ ਨਹੀਂ ਕਿਸੇ ਨੂੰ, ਉਹ ਆਪਣੀ ਮਰਜ਼ੀ ਦੇ ਨਾਲ ਦਾਨ ਦੇ ਦਿੰਦਾ ਹੈ ਭਾਈ। ਜਿਹੜਾ ਭਗਤੀ ਕਰਦਾ ਹੈ ਮਾਲਕ ਜਿਹੜਾ ਹੈਗਾ ਦੇ ਦਿੰਦਾ ਹੈ, ਔਰ ਨਹੀਂ ਵੀ ਭਗਤੀ ਕਰਦਾ ਤੇ ਦੁਨੀਆ ਦੇ ਵਿੱਚ ਪਦਾਰਥ ਮਾਇਆ ਜੋ ਵੀ ਹੈ ਉਹ ਦੇਈ ਜਾ ਰਿਹਾ, ਤਾਂ ਵੀ ਦੇਈ ਜਾ ਰਿਹਾ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਸ਼ਕਤੀ ਜਿਹੜੀ ਹੈਗੀ ਨਾ, ਇੱਕ ਤੇ ਮੇਰੇ ਵਰਗਾ ਕਿਸੇ ਦੀ ਮਦਦ ਵੀ ਕਰੂਗਾ ਨਾ, ਭਾਵੇਂ ਮੈਂ 100 200 500 ਕਿਸੇ ਦੀ ਮਦਦ ਕਰ ਦਿੱਤੀ ਹੈ, ਤੇ ਇੱਕ ਨਾ ਮੇਰੇ ਮਨ ਚ ਭਾਵ ਤੇ ਬਣਿਆ ਰਹਿਣਾ ਕਿ ਮੈਂ ਉਹਦੀ ਮਦਦ ਕੀਤੀ ਹੈ। ਤੇ ਪਰ ਪ੍ਰਮਾਤਮਾ ਏਦਾਂ ਨਹੀਂ ਕਹਿੰਦਾ, ਨਾ ਹੀ ਕਰਦਾ। ਆਪ ਜਸਟ ਸੋਚਦੇ ਜੋ ਕਿੱਡਾ ਵੱਡਾ ਗੁਣ ਆ। ਯੂ ਡੋਂਟ ਕਲੇਮ ਮੈਂ ਤੁਹਾਨੂੰ ਦਿੱਤਾ। ਅਸੀਂ ਜਦੋਂ ਕੋਈ ਚੰਗਾ ਕੰਮ ਹੁੰਦੇ ਤੇ ਆਪਾਂ ਕਹਿੰਦੇ ਮੈਂ ਕੀਤਾ ਆ ਵੇਖਿਆ ਉਦੋਂ ਇਹ ਘਰ ਮੈਂ ਖਰੀਦਿਆ ਸੀ। ਪਰ ਆਪਾਂ ਕਹਿੰਦੇ ਨੇ ਕਿ ਇਹ ਤੇ ਮੇਰੀ ਆਤਮਾ ਚੋਂ ਆਵਾਜ਼ ਆਈ ਸੀਗੀ, ਹੁਣ ਵੇਖ ਕਿੰਨੀ ਪ੍ਰਾਪਰਟੀ ਵੱਧ ਗਈ ਤੇ ਕੋਈ ਨੁਕਸਾਨ ਹੋ ਗਿਆ। ਚੱਲ ਪਰਮਾਤਮਾ ਤੇਰਾ ਭਾਣਾ ਇਹੋ ਹੀ ਸੀ। ਉਦੋਂ ਬੜਾ ਕੰਮ ਹੋਵੇ ਤੇ ਆਪਾਂ ਪਰਮਾਤਮਾ ਦੇ ਸਿਰ ਤੇ ਮੜ ਦਿੰਦੇ ਆ। ਔਰ ਇਨਸਾਨ ਦੀ ਫਿਤਰਤ ਏਦਾਂ ਦੀ ਆ, ਜਦੋਂ ਵੀ ਕੋਈ ਐਪਰੀਸ਼ੀਏਸ਼ਨ ਮਿਲਦਾ ਹੈ ਇਹ ਖੁਦ ਕਲੇਮ ਕਰ ਲੈਂਦਾ ਕਿ ਮੇਰਾ। ਆਪ ਜਸਟ ਦੇਖੋ ਕਈਆਂ ਬੰਦਿਆਂ ਨੂੰ ਨਾ, ਉਹ ਕੋਈ ਮਾੜੀ ਮੋਟੀ ਨੌਕਰੀ ਮਿਲ ਜੇ ਤੇ ਉਹਨੂੰ ਪੁੱਛੋ ਬਈ ਕੀ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਜੋ? ਉਹ ਕਹਿੰਦਾ ਜੀ ਬੜੀ ਮਿਹਨਤ ਕੀਤੀ ਹੈ ਮੈਂ, ਜੀ ਮੈਂ ਏਦਾਂ ਕਰਕੇ ਮੈਂ ਏਦਾਂ ਰਾਤਾਂ ਨੂੰ ਜਾਗਦਾ ਰਿਹਾ, ਮੈਂ ਫਲਾਣਾ ਤੇ ਟਿਮਕਾ। ਪਰ ਉਹ ਨਹੀਂ ਸੋਚਦਾ, ਉਹਦਾ ਅਸਲੀ ਸਟੇਟਮੈਂਟ ਇਹ ਬਣਦਾ ਹੈ ਕਿ ਸਰ ਜਿਉਂਦਾ ਮੈਂ ਜੰਮਿਆ, ਸਭ ਤੋਂ ਪਹਿਲਾਂ ਤੇ ਮੇਰੇ ਮਾਂ-ਬਾਪ, ਮੇਰੇ ਗੁਰੂ ਜਿਨ੍ਹਾਂ ਨੇ ਮੈਨੂੰ ਜੰਮਿਆ, ਉੱਥੋਂ ਕੰਮ ਸ਼ੁਰੂ ਹੋਇਆ। ਫਿਰ ਉਸ ਤੋਂ ਬਾਅਦ ਮੇਰੇ ਪਤਾ ਨਹੀਂ ਕਿੰਨੇ ਕੁ ਗੁਰੂ ਬਣੇ, ਕਿੱਥੋਂ ਮੈਂ ਗਿਆਨ ਪ੍ਰਾਪਤ ਕੀਤਾ। ਉਹਨਾਂ ਸਾਰਿਆਂ ਦਾ ਗਿਆਨ ਇੰਨਾ ਪਾਵਰਫੁਲ ਹੋ ਗਿਆ ਕਿ ਅੱਜ ਮੈਂ ਇਹ ਇੰਟਰਵਿਊ ਦਿੱਤੀ ਤੇ ਇੱਥੇ ਮੈਂ ਪਾਸ ਹੋ ਗਿਆ। ਪਰ ਬੰਦਾ ਏਦਾਂ ਕਿਤੇ ਨਹੀਂ ਕਹਿੰਦਾ। ਉਹ ਬੰਦਾ ਕਹਿੰਦਾ ਜੀ ਨਾ ਮੈਂ ਖੁਦ ਮਿਹਨਤ ਕੀਤੀ ਆ, ਮੈਂ ਏਦਾਂ ਕਰਕੇ ਮੈਂ ਬਹੁਤ ਸਮਾਰਟ ਆ, ਮੈਂ ਏਦਾਂ ਨੂੰ ਕਰੈਕ ਕਰ ਲਿਆ, ਮੈਂ ਉਂਝ ਕਰ ਲਿਆ। ਉਹ ਸਾਰਾ ਐਪਰੀਸ਼ੀਏਸ਼ਨ ਲੈ ਲੈਂਦਾ। ਪਰ ਜੇਕਰ ਉਹ ਇਹ ਕਵੇ ਕਿ ਹਰ ਇੱਕ ਬੰਦੇ ਨੇ ਜਿੰਨੇ ਵੀ ਮੈਨੂੰ ਇਹ ਗਿਆਨ ਦਿੱਤਾ, ਆਪਣੇ ਵੱਲੋਂ ਮੈਨੂੰ ਕੁਛ ਦਿੱਤੀ ਹੈ, ਸ਼ਕਤੀ ਨੌਲੇਜ ਦਿੱਤੀ ਹੈ, ਤੇ ਅੱਜ ਉਹ ਸਾਰੀ ਇਕੱਠੀ ਹੋ ਕੇ ਮੈਂ ਇਸ ਕਾਬਿਲ ਬਣਿਆ ਕਿ ਮੈਂ ਇਸ ਮੁਕਾਮ ਤੇ ਪਹੁੰਚ ਗਿਆ। ਪਰ ਏਦਾਂ ਕੋਈ ਵੀ ਨਹੀਂ ਕਹੇਗਾ, ਬਹੁਤ ਮੁਸ਼ਕਿਲ ਹੈ, ਕਿਉਂਕਿ ਫਿਰ ਉਹ ਇਹ ਕਲੇਮ ਨਹੀਂ ਕਰ ਸਕਦਾ ਕਿ ਮੇਰਾ ਗਿਆਨ ਹੈ। ਨਿੱਜਰ ਸਾਹਿਬ ਹਉਮੈ ਨਹੀਂ ਨਾ, ਫਿਰ ਹਉਮੈ ਕਦੀ, ਫਿਰ ਜਦੋਂ ਮੈਂ ਕਹੂੰਗਾ ਕਿ ਲੋਕਾਂ ਨੇ ਦਿੱਤਾ,
ਫਿਰ ਮੈਂ ਕਲੇਮ ਨਹੀਂ ਨਾ ਕਰ ਸਕਦਾ, ਬਿਲਕੁਲ ਈਗੋ ਨਹੀਂ ਨਾ ਹੋਣੀ ਉੱਥੇ। ਪਰ ਜੇ ਮੈਂ ਇਹਨਾਂ ਸਾਰਿਆਂ ਨੂੰ ਇਗਨੋਰ ਕਰ ਦਿੰਦਾ ਔਰ ਆਈ ਅੱਗੇ ਕਰ ਲੈਂਦਾ ਤੇ ਫਿਰ ਸਾਰੇ ਈਗੋ ਹੰਕਾਰ ਬੋਲਣਾ ਮੇਰੇ ਅੰਦਰੋਂ। ਪਰ ਹੰਕਾਰ ਵਾਲਾ ਜਿਹੜਾ ਬੰਦਾ ਬੋਲਦਾ ਹੈ ਉਹ ਬਹੁਤ ਵਧੀਆ ਬੰਦਾ ਨਹੀਂ ਹੈ। ਉਹ ਬੰਦਾ ਕੀ ਕਰਦਾ ਹੈ, ਉਹ ਬ੍ਰਹਮ ਤੋਂ ਅਲੱਗ ਕਰਕੇ ਆਪਣੀ ਇੱਕ ਆਇਡੈਂਟੀਟੀ ਬਣਾ ਲੈਂਦਾ ਹੈ, ਆਪਣੀ ਹੋਂਦ ਸਥਾਪਿਤ ਕਰ ਲੈਂਦਾ ਹੈ। ਫਿਰ ਆਪ ਜਸਟ ਸੋਚੋ, ਇੱਕ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਬਾਹਰ ਨਿਕਲ ਕੇ ਰੌਲਾ ਪਾਈ ਜਾਵੇ ਕਿ ਮੈਂ ਕੱਲੀ, ਮੈਂ ਫਲਾਨੀ ਤੇ ਮੈਂ ਢਿਮਕੀ। ਇਹ ਕੋਈ ਚੰਗੀ ਚੀਜ਼ ਹੈ? ਇਹ ਕੋਈ ਵਧੀਆ ਚੀਜ਼ ਨਹੀਂ। ਹਾਂਜੀ ਨਿਜਰ ਸਾਹਿਬ। ਔਰ ਦੇਖ ਲਓ ਮਾਲਕ ਪਰਮਾਤਮਾ ਜਿਹੜਾ ਸਾਰਾ ਕੁਝ ਦੇ ਰਿਹਾ ਆ ਆਪਣੇ ਮਾਇਆ ਦੇ ਜਿਹੜੀ ਹੈਗੀ ਭਗਤੀ ਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਇਨਸਾਨ ਨੂੰ ਜਿਹੜਾ ਹੈਗਾ ਸਹਿਜ ਸਮਾਧੀ ਔਰ ਪ੍ਰਕਿਰਤੀ 'ਚੋਂ ਜਿਹੜਾ ਹੈਗਾ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਵਰਗਾ ਕਰ ਲੈਂਦਾ ਹੈ। ਅਤੇ ਉਹ ਮਾਲਕ ਪਰਮਾਤਮਾ ਜਿਹੜਾ ਔਰ ਕਹਿੰਦਾ, ਕਲੇਮ ਵੀ ਨਹੀਂ ਕਰਦਾ, ਨਾ ਇਸ ਰਸਤੇ 'ਤੇ ਕਲੇਮ ਕਰ ਰਿਹਾ, ਨਾ ਉਸ ਰਸਤੇ 'ਤੇ ਕਲੇਮ ਕਰ ਰਿਹਾ, ਨਾ ਕਹਿ ਰਿਹਾ ਕਿਸੇ ਨੂੰ। ਨਿੱਜਰ ਸਾਹਿਬ, ਇੱਥੋਂ ਤੱਕ ਤੁਸੀਂ ਸੰਗਤ ਵੀ ਸਮਝੋ ਜੇ ਕਰਦੇ ਪਏ ਜੋ, ਤੇ ਇਹ ਵੀ ਉਹਦਾ ਹੀ ਰਹਿਮਤ ਹੈ। ਹਾਂ ਬਿਲਕੁਲ ਸਹੀ ਗੱਲ ਹੈ। ਭਗਤੀ ਕਰਨੀ ਤੇ ਬੜੀ ਦੂਰ ਗੱਲ ਹੈ, ਤੁਸੀਂ ਸੰਗਤ ਨਹੀਂ ਕਰ ਸਕਦੇ ਇਹ, ਕਿਉਂਕਿ ਸੰਗਤ ਵੀ ਜੇ ਨਸੀਬ ਹੋ ਰਹੀ ਹੈ ਤੇ ਉਹ ਵੀ ਰਹਿਮਤ ਆ। ਇਹ ਸੰਸਾਰ ਇੱਥੇ ਦੁਨੀਆ ਉਲਝੀ ਫਿਰਦੀ ਆ, ਤੇ ਜੇ ਅਸੀਂ 93 ਬੰਦੇ ਇੱਥੇ ਬਹਿ ਕੇ ਰੱਬ ਦੀ ਉਸਤਤ ਕਰ ਰਹੇ ਹਾਂ, ਉਹਦੀ ਬੰਦਗੀ ਕਰ ਰਹੇ ਹਾਂ, ਮਸਰਤ ਕਰ ਰਹੇ ਹਾਂ, ਤੇ ਉਹਦੀ ਕਿਰਪਾ ਵਾ। ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ, ਬਿਲਕੁਲ ਸਹੀ ਗੱਲ। ਜਿੱਥੇ ਦੁਨੀਆ ਦੇ ਲੱਗੇ, ਪਹਿਲੀ ਗੱਲ ਐਸੀ ਸੰਗਤ, ਇੰਨੀ ਪਵਿੱਤਰ ਸੰਗਤ ਨਹੀਂ ਤੁਹਾਨੂੰ ਮਿਲਣੀ, ਕਿਉਂਕਿ ਹਰ ਥਾਂ ਤੇ ਪਾਵਰ ਬੜੀ, ਉੱਥੇ ਪੈਸਾ ਆ ਜਾਂਦਾ ਹੈ। ਔਰ ਪੈਸਾ ਤੁਹਾਨੂੰ ਪਤਾ ਜਿੱਥੇ ਜਾਣ ਤੇ ਫਿਰ ਬਾਣੀ ਕਹਿੰਦੀ ਹੈ ਦੋਵਾਂ ਚ ਇੱਕ ਹੀ ਹੋਵੇ ਤੇ ਸਹੀ ਹੈ। ਜਦੋਂ ਇਕੱਠੇ ਆ ਗਏ ਆ, ਇਕੱਠੇ ਤੇ ਰਹਿ ਨਹੀਂ ਸਕਦੇ, ਫਿਰ ਮਾਇਆ ਪ੍ਰਗਟ ਹੋਣੀ ਆ, ਔਰ ਮਾਇਆ ਜਿਹਨੇ ਫੜ ਲਈ ਆ ਫਿਰ ਉੱਥੇ ਰਸ ਨਹੀਂ ਹੋਣਾ। ਤੇ ਜੇ ਸਾਨੂੰ ਇਹ ਸੰਗਤ ਨਸੀਬ ਹੋ ਰਹੀ ਆ, ਇਹਦਾ ਮਤਲਬ ਉਸ ਪ੍ਰਮਾਤਮਾ ਦੀ ਨਜ਼ਰ ਇਸ ਵੱਲ ਸਾਡੇ ਤੇ, ਅਦਰਵਾਈਜ਼ ਇਟ ਇਜ਼ ਨਾਟ ਪੋਸੀਬਲ। ਤੁਸੀਂ ਬ੍ਰਹਮ ਦਾ ਸਾਰ ਲੱਭਣ ਚੱਲੇ ਜੋ, ਬ੍ਰਹਮ ਦਾ ਸਾਰ, ਇਹ ਸੰਸਾਰ ਦੇ ਪਿੱਛੇ ਕਿਹੜੀ ਸ਼ਕਤੀ ਹੈ, ਉਹ ਕਿੱਦਾਂ ਚਲਾ ਰਹੀ ਹੈ, ਉਹ ਕੀ ਹੈ, ਕਿੱਦਾਂ ਦਾ ਦਿਖਦਾ ਹੈ, ਕੀ ਹੋਵੇਗਾ ਜਦੋਂ ਸਾਰੇ ਵਿਚਾਰ ਬੰਦ ਹੋ ਜਾਣਗੇ। ਮੈਂ ਕਿਹਨੂੰ ਵੇਖਾਂਗਾ? ਉਹਨੂੰ ਵੇਖਾਂਗਾ ਜਿਹੜਾ ਰਾਤ ਨੂੰ ਸੁਪਨਾ ਦੇਖਦਾ ਹੈ, ਜਿਹੜਾ ਦੱਸਦਾ ਹੈ ਕਿ ਤੇਰਾ ਮਨ ਕੀ ਸੋਚ ਰਿਹਾ ਹੈ, ਤੇਰਾ ਮਨ ਚੰਗਾ ਸੋਚ ਰਿਹਾ ਹੈ, ਬੁਰਾ ਸੋਚ ਰਿਹਾ ਹੈ। ਉਹ ਹਰ ਇੱਕ ਚੀਜ਼ ਦਾ ਸਾਖੀ ਹੈ। ਤੂੰ ਚੰਗਾ ਕੰਮ ਕਰਨ ਜਾਂਦਾ, ਉਹ ਵੀ ਵੇਂਦਾ ਪਿਆ ਹੈ, ਤੂੰ ਬੁਰਾ ਕੰਮ ਕਰਦਾ ਹੈ ਤੇ ਉਹ ਵੀ ਵੇਂਦਾ ਪਿਆ, ਤੂੰ ਕੁਛ ਵੀ ਨਹੀਂ ਕਰਦਾ ਤੇ ਉਹ ਵੀ ਵੇਂਦਾ ਪਿਆ। ਦੇਖੋ ਕਿੰਨਾ ਪਾਵਰਫੁਲ ਆ। ਔਰ ਜਦੋਂ ਅਸੀਂ ਨਿਰਵਿਚਾਰ ਹੁੰਦੇ ਹਾਂ ਤੇ ਅਸੀਂ ਉਹਨੂੰ ਦੇਖਦੇ ਹਾਂ। ਕਿਹਨੂੰ? ਜਿਹੜਾ ਹਰ ਚੀਜ਼ ਨੂੰ ਦੇਖਦਾ ਪਿਆ ਹੈ, ਔਰ ਜਿਹਦੇ ਰਾਹੀਂ ਆਪਾਂ ਦੇਖਦੇ ਪਏ ਹਾਂ। ਜਿਹੜਾ ਦੇਖਣ ਵਾਲਾ ਤੇ ਜਿਹੜਾ ਦੇਖਦਾ ਹੈ, ਜਿਹਦੇ ਰਾਹੀਂ ਦੇਖ ਰਹੇ ਹਾਂ, ਇਹ ਇੱਕੋ ਹੀ ਆ। ਔਰ ਜਦੋਂ ਤੁਸੀਂ ਆਖਰੀ ਬਿੰਦੂ ਤੇ ਪਹੁੰਚ ਗਏ ਨਾ ਭਗਤੀ ਕਰਦੇ ਕਰਦੇ, ਫਿਰ ਆਖਰ ਤੇ ਤੁਹਾਨੂੰ ਪਤਾ ਕਿਹੜਾ ਮਿਲਣਾ, ਜਿਹੜਾ ਸਾਰਿਆਂ 'ਚ ਪ੍ਰਗਟ ਹੈ। ਤੇ ਫਿਰ ਉਹ ਪ੍ਰਗਟ ਨੂੰ ਤੁਸੀਂ ਦੇਖ ਲਓਗੇ ਤੇ ਤੁਹਾਡਾ ਅਗਿਆਨ ਭਰਮ ਸਭ ਖਤਮ ਹੋ ਜਾਣਾ। ਹੌਲੀ ਹੌਲੀ ਕਰਕੇ ਆਟੋਮੈਟਿਕਲੀ ਉਹ ਚੀਜ਼ ਦਾ ਸ਼ਕਤੀ ਜਿਹੜੀ ਆ ਘਟਦੀ ਇੱਕ ਸਮਾਂ ਆਊਗਾ, ਇਹ ਸਾਰੀ ਪ੍ਰਕਿਰਤੀ ਤੁਹਾਡੇ ਤੋਂ ਅਲੱਗ ਹੋ ਜਾਏਗੀ। ਪ੍ਰਕਿਰਤੀ ਤੋਂ ਭਾਵ ਇਹ 5 ਤੱਤ, ਇਹਨਾਂ 5 ਤੱਤਾਂ ਦੇ ਜਿਹੜੇ ਔਗਣ ਤੁਹਾਡੇ ਤੋਂ ਅਲੱਗ ਹੋ ਗਏ ਤੇ ਤੁਸੀਂ ਨਿਰਨਰੋਲ ਬ੍ਰਹਮੀ ਰਹਿ ਜਾਣਾ। ਇੱਕ ਸ਼ੁੱਧ ਚੇਤਨਾ, ਔਰ ਜਿਹੜੀ ਚੇਤਨਾ ਹੈ ਆਪਣੇ ਰੂਪ 'ਚ ਪ੍ਰਗਟ ਹੋ ਜਾਏਗੀ। ਚੇਤਨਾ ਹਰ ਇੱਕ ਬੰਦੇ ਦੀ ਅਲੱਗ-ਅਲੱਗ ਹੁੰਦੀ ਹੈ। ਸਭ ਤੋਂ ਜ਼ਿਆਦਾ ਜਿਹੜੀ ਚੇਤਨਾ ਪ੍ਰਗਟ ਹੋ ਜਾਂਦੀ ਹੁੰਦੀ ਉਹ ਬ੍ਰਹਮ ਗਿਆਨੀ 'ਚ। ਜਿਵੇਂ ਜਿਵੇਂ ਆਪਾਂ ਜੜ ਹੁੰਦੇ ਜਾਂਦੇ ਹਾਂ, ਆਪਣੇ ਅੰਦਰ ਚੇਤਨਾ ਖਤਮ ਹੋ ਜਾਂਦੀ ਹੈ। ਜਿੱਦਾਂ ਪੱਥਰ ਦੇ ਵਿੱਚ ਬਹੁਤ ਘੱਟ ਚੇਤਨਾ ਹੈ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਉਸ ਤੋਂ ਜ਼ਿਆਦਾ ਚੇਤਨਾ ਉੱਚ ਹੈਗੀ ਬਨਸਪਤੀ 'ਚ। ਬਨਸਪਤੀ ਤੋਂ ਅੱਗੇ ਜਿਹੜੇ ਜੀਵ ਜੰਤੂ ਉਹਨਾਂ 'ਚ ਚੇਤਨਾ ਹੈ। ਫਿਰ ਸਭ ਤੋਂ ਜ਼ਿਆਦਾ ਫਿਰ ਇੱਕ ਇਨਸਾਨ 'ਚ ਵੀ ਚੇਤਨਾ ਹੈਗੀ ਹੈ, ਇੱਕ ਲੈਵਲ ਹੈਗਾ। ਪਰ ਬ੍ਰਹਮ ਗਿਆਨੀ ਕੀ ਕੀਤਾ, ਉਹਨੇ ਇੰਨੀ ਚੇਤਨਾ ਪ੍ਰਗਟ ਕਰ ਲਈ ਆ, ਇੱਕਦਮ ਜਾਗ ਗਿਆ। ਇਸ ਕਰਕੇ ਜਦੋਂ ਵੀ ਕੋਈ ਬੰਦਾ ਬ੍ਰਹਮ ਗਿਆਨੀ ਨੂੰ ਮਾਰ ਦਿੰਦਾ ਹੈ ਤੇ ਉੱਥੇ ਧਰਤੀ ਤੇ ਬਹੁਤ ਜ਼ਿਆਦਾ ਨੈਗੇਟਿਵ એનર્ਜੀ ਆ ਜਾਂਦੀ ਉਸ ਏਰੀਏ 'ਚ। ਔਰ ਅਕਸਰ ਕਈ ਲੋਕ ਬੜੇ ਖਤਰਨਾਕ ਹੁੰਦੇ, ਉਹ ਬ੍ਰਹਮ ਗਿਆਨੀ ਨੂੰ ਵੀ ਮਾਰ ਦਿੰਦੇ। ਕਿਉਂ ਮਾਰ ਦਿੰਦੇ ਆ? ਕਿਉਂਕਿ ਉਹਨਾਂ ਕੋਲ ਬਰਦਾਸ਼ਤ ਹੀ ਨਹੀਂ ਹੁੰਦਾ। ਏਦਾਂ ਕਿੱਦਾਂ ਹੋ ਜਾਊਗਾ? ਤੂੰ ਕਿੱਦਾਂ ਰੱਬ ਨੂੰ ਜਾਣ ਲਿਆ? ਅਸੀਂ ਸ਼ੁਦਾਈ ਆ, ਇੱਥੇ ਕਰੋੜਾਂ ਬੰਦੇ ਬੈਠੇ ਆ, ਸਾਨੂੰ ਕਿਉਂ ਨਹੀਂ ਮਿਲਿਆ? ਸਭ ਤੂੰ ਝੂਠ ਮਾਰਦਾ ਪਿਆ, ਤੂੰ ਫਲਾਨਾ ਤੇ ਢਿਮਕਾ। ਪਰ ਉਹ ਮੈਟਰ ਨਹੀਂ ਕਰਦਾ। ਪਰ ਉਹਨੇ ਜੋ ਜਾਣ ਲਿਆ ਉਹਦਾ ਸੱਚ ਹੈ, ਉਹੀ ਇੰਪੋਰਟੈਂਟ ਹੈ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀਏ। ਸ਼ਲੋਕ ਮਹਲਾ ਤੀਜਾ। ਹਉ ਕਰਤੀ ਸਭ ਮੂਈ, ਸੰਪੋ ਕਿਸੇ ਨਾ ਨਾਲ। ਸਾਰੀ ਦੁਨੀਆ, ਸਾਰੀ ਲੁਕਾਈ ਦੇਖ ਲਓ, ਪਰਮੇਸ਼ਰ ਨੂੰ ਛੱਡ ਕੇ
ਮਾਇਆ ਦੇ ਪਿੱਛੇ ਦੌੜ ਰਹੀ ਹੈ, ਮਾਇਆ ਦੇ ਪਿੱਛੇ ਦੌੜ ਰਹੀ ਆ। ਔਰ ਮਹਾਰਾਜ ਕਹਿੰਦੇ ਸਾਰੀ ਦੁਨੀਆ ਹੋਂ ਕਰੀ ਜਾਂਦੀ ਮਾਇਆ ਦੇ ਪਿੱਛੇ 24/7 ਜਿਹੜੀ ਆ ਵੀ ਲੈ ਲਾਂ, ਆ ਵੀ ਲੈ ਲਾਂ, ਆ ਵੀ ਮੇਰੀ, ਆ ਵੀ ਮੇਰੀ। ਪਰ ਇਹ ਮਾਇਆ ਕਿਸੇ ਦੀ ਹੈ ਬਣਦੀ ਨਹੀਂ ਹੈ ਭਾਈ, ਕਿਸੇ ਦੇ ਨਾਲ ਜਾਂਦੀ ਵੀ ਨਹੀਂ ਆ। ਔਰ ਇੱਥੇ ਦੁਨੀਆ ਦੇ ਵਿੱਚ ਵੀ ਆਪਾਂ ਜਿਹੜੇ ਹੈਗੇ ਮਾਇਆ ਜਿਹੜੀ ਹੈਗੀ ਇਹ ਸਵਾਦ ਜਿਹੜੇ ਚੋਗਾ ਜੋ ਖਿਲਰਿਆ ਪਿਆ ਆ, ਇਹ ਆਪਣੀ ਆਤਮਾ ਨੂੰ ਕੁਛ ਵੀ ਨਹੀਂ ਕਰ ਸਕਦਾ, ਆਤਮਾ ਨੂੰ ਕੁਛ ਨਹੀਂ ਕਰ ਸਕਦਾ, ਆਪਣੇ ਮਨ ਨੂੰ ਜਿਹੜਾ ਹੈਗਾ ਇਹ ਕੁਛ ਨਹੀਂ ਆਤਮਾ ਵੱਲ ਨਹੀਂ ਲਿਜਾ ਸਕਦਾ। ਇਹ ਸਿਰਫ ਜਿਹੜੀ ਹੈਗੀ ਖੁਰਾਕ ਹੈਗੀ ਆ, ਇਹ ਜਿਹੜੀ ਤਨ ਦੀ ਖੁਰਾਕ ਹੈਗੀ ਆ, ਸਿਰਫ ਤਨ ਦੀ ਖੁਰਾਕ ਹੈਗੀ ਆ ਬਸ। ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ, ਤੇ ਦੂਜੇ ਪਾਏ ਕਹਿੰਦੇ ਇਹਦੇ ਨਾਲ ਦੁੱਖ ਹੀ ਦੁੱਖ ਆ ਭਾਈ। ਇੱਥੇ ਵੀ ਚੈਨ ਨਹੀਂ ਹੈਗਾ, ਸੁੱਖ ਨਹੀਂ ਹੈਗਾ, ਅੱਗੇ ਵੀ ਜਿਹੜਾ ਹੈਗਾ ਜੂਨਾਂ ਦੇ ਵਿੱਚ ਜਾਂਦੇ ਹੋ ਸਾਰੇ ਜਿਹੜੇ ਹੈਗੇ ਜਮਕਾਲ ਜਿਹੜਾ ਹੈਗਾ ਜੋ ਕਿ ਲੈ ਜਾਂਦਾ ਹੈ ਭਾਈ, ਸਾਰਿਆਂ ਨੂੰ ਜਿਹੜਾ ਧੱਕਾ ਲਾ ਕੇ ਲੈ ਜਾਂਦਾ ਹੈ। ਨਾਨਕ ਗੁਰਮੁਖੇ ਉਭਰੇ ਸਾਚਾ ਨਾਮ ਸੰਭਾਲ। ਜਿਹੜੇ ਗੁਰੂ ਦੇ ਰਾਹੀਂ, ਜਿਹੜੇ ਬ੍ਰਹਮ ਗਿਆਨ ਦੇ ਰਾਹੀਂ ਜਿਹੜੇ ਹੈਗੇ ਉਹਨਾਂ ਦੀ ਗੱਲ ਮੰਨ ਕੇ ਜਿਹੜੀ ਹੈ ਇਹ ਦੂਸਰਾ ਰਸਤਾ ਲਿਵ ਵਾਲੇ ਰਸਤੇ 'ਤੇ ਤੁਰ ਪੈਂਦੇ ਆ, ਉਹ ਭਾਈ ਉੱਭਰ ਜਾਂਦੇ ਆ। ਉਹ ਸੱਚੇ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ, ਧਿਆਨ ਸਿਮਰਨ ਨੂੰ, ਭਗਤੀ ਨੂੰ ਆਪਣੇ ਜੀਵਨ ਦਾ ਜਿਹੜਾ ਆਦਰਸ਼ ਬਣਾ ਲੈਂਦੇ ਆ, ਅਤੇ ਇਸ ਕਰਕੇ ਨਿਕਲ ਜਾਂਦੇ ਆ ਭਾਈ। ਹਾਂਜੀ ਵੀਰ ਜੀ ਠੀਕ ਹੈ ਜੀ। ਗੁਰਮੁਖ ਜਿਹਨੇ ਗੁਰੂ ਦੇ ਵੱਲ ਮੁਖ ਕੀਤਾ, ਕਹਿਣ ਤੋਂ ਭਾਵ ਜਿਹਦੀ ਜ਼ਿੰਦਗੀ 'ਚ ਪਰਮਾਤਮਾ ਹੈਗਾ। ਬਿਲਕੁਲ। ਤੇ ਜੇ ਮਨਮੁਖ ਕਿਹੜਾ, ਜਿਹਨੇ ਪਰਮਾਤਮਾ ਨੂੰ ਛੱਡਤਾ, ਬੁਰੇ ਕੰਮਾਂ 'ਚ ਗ੍ਰਸਤ ਹੋ ਗਿਆ, ਉੱਥੇ ਡੁੱਬਦਾ ਜਾ ਰਿਹਾ, ਦਲਦਲ ਦੇ ਵਿੱਚ ਡੁੱਬ ਰਿਹਾ ਬੰਦਾ। ਤੁਸੀਂ ਇਹਨੂੰ ਕਹੋਗੇ ਬਹੁਤ ਵਧੀਆ ਕੰਮ ਹੈ, ਨਹੀਂ। ਤੁਸੀਂ ਕਹੋਗੇ ਸੱਜਣਾ ਜਿਸ ਦਲਦਲ ਦੇ ਵਿੱਚ ਤੂੰ ਖੁੱਭ ਰਿਹਾ ਨਾ, ਇੱਕ ਸਮਾਂ ਆਊਗਾ ਤੇਰਾ ਸਾਹ ਬੰਦ ਹੋ ਜਾਣਾ। ਇਹੋ ਹਿਸਾਬ ਹੈ। ਕਹਿੰਦੇ ਕਿ ਮਾਇਆ ਦੇ ਵਿੱਚ ਤੂੰ ਬਿਲਕੁਲ ਹੀ ਡੁੱਬ ਜਾਏਗਾ, ਤੇ ਸੱਜਣਾ ਇਹ ਕੋਈ ਵਧੀਆ ਚੀਜ਼ ਨਹੀਂ ਆ। ਕਿਉਂਕਿ ਤੂੰ ਜ਼ਿੰਦਗੀ ਦੀ ਜਿਹੜੀ ਕੀਮਤ ਆ, ਜਿੱਦਾਂ ਉਹ ਕਹਿੰਦੇ ਸੀ ਨਾ ਉਹ ਕਹਾਣੀ ਕਿ ਕਿਸੇ ਮਹਾਂਪੁਰਖ ਨੇ ਇੱਕ ਰਤਨ ਦਿੱਤਾ, ਲਾਲ ਦਿੱਤਾ, ਕਹਿੰਦੇ ਜਾ ਬਈ ਇਹ ਬਾਜ਼ਾਰ 'ਚ ਜਾ ਕੇ ਕੀਮਤ ਲਾ ਕੇ ਲਿਆ। ਤੇ ਮੇਰੇ ਵਰਗਾ ਪਹਿਲਾਂ ਆਲੂ ਗੰਢੇ ਵਾਲੇ ਕੋ ਗਿਆ, ਕਬਾੜੀਏ ਕੋ ਗਿਆ, ਫਿਰ ਇੱਕ ਹੋਰ ਮਤਲਬ ਛੋਟੀਆਂ ਮੋਟੀਆਂ ਦੁਕਾਨਾਂ ਤੇ ਗਿਆ। ਉਹਨੇ ਕਹਤਾ ਕਿਲੋ ਗੰਢੇ ਲੈ ਜਾ। ਉਹਨੇ ਕਿਹਾ ਕਿ ਕਬਾੜੀਆ ਕਹਿੰਦੇ ਇਹਦਾ ਤੇ ਪਤਾ ਕੋਈ ਨਹੀਂ, ਪੱਥਰ ਜਿਹਾ ਹੈਗਾ, ਕੋਈ ਲੋਹਾ ਲਾਵਾ ਹੈਗਾ ਪਿੱਤਲ, ਉਹ ਲੈ ਕੇ ਆ, ਤਾਂਬਾ ਲੈ ਕੇ ਆ ਜਾਂ ਸਿਲਵਰ ਲੈ ਕੇ ਆ, ਉਹਦੀ ਤੇ ਕੀਮਤ ਹੈਗੀ ਹੈ। ਇਹ ਕੱਚ ਦਾ ਮੈਂ ਕੀ ਕਰਨਾ, ਮੇਰੇ ਕਿਸੇ ਕੰਮ ਦਾ ਨਹੀਂ। ਤੇ ਉਹ ਆਲੂ ਗੰਢੇ ਵਾਲਾ ਕਹਿੰਦਾ ਚੱਲ ਖੂਬਸੂਰਤ ਹੈਗਾ, ਮੈਂ ਰੱਖ ਲਾਂਗਾ, ਬੱਚੇ ਖੇਡਿਆ ਕਰਨਗੇ। ਏਦਾਂ ਕਰਦਿਆਂ ਫਿਰ ਉਹ ਸੁਨਿਆਰੇ ਕੋ ਗਿਆ। ਸੁਨਿਆਰੇ ਨੂੰ ਵੀ ਪਤਾ ਲੱਗਾ ਕਿ ਮਹਿੰਗੀ ਚੀਜ਼ ਆ। ਉਹ ਕਹਿੰਦਾ ਮੇਰੇ ਕੋਲ ਕੋਈ ਜ਼ਿਆਦਾ ਗਿਆਨ ਨਹੀਂ ਹੈਗਾ, ਇੱਥੇ ਕੋਈ ਹੀਰੇ ਜਿਹੜੇ ਜਵਾਹਰਤ ਜਿਹੜਾ ਪਰਖਦਾ ਹੈ, ਉਹ ਇੱਕ ਹੈਗਾ ਹੈ ਜਵਾਹਰੀ, ਤੁਸੀਂ ਉਹਦੇ ਕੋਲ ਲੈ ਜਾਓ। ਤੇ ਉਹ ਉਹਨਾਂ ਕੋ ਗਿਆ। ਤੇ ਫਿਰ ਉਹ ਕਹਿੰਦੇ ਬਈ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸ਼ਨੀਲ ਦਾ ਕੱਪੜਾ ਲਿਆਂਦਾ, ਤੇ ਉਹ ਉੱਥੇ ਉਹ ਕਹਿੰਦੇ ਇਹ ਰਤਨ ਇੱਥੇ ਰੱਖੋ। ਕਹਿੰਦੇ ਇਹ ਤੇ ਬੜਾ ਦੁਰਲੱਭ ਆ। ਇਹ ਕਹਿੰਦਾ ਕਿ 2 ਬੰਦਿਆਂ, 3 ਬੰਦਿਆਂ ਕੋ ਹੋ ਸਕਦਾ ਹੈ ਰਤਨ। ਉਹ ਕਹਿੰਦੇ ਕਿੱਦਾਂ? ਕਹਿੰਦੇ ਇੱਕ ਰਤਨ ਇਹ ਕਿਸੇ ਰਾਜੇ ਕੋ ਹੋ ਸਕਦਾ ਹੈ, ਕਿਉਂਕਿ ਦੇਸ਼ ਕੀਮਤੀ, ਬਹੁਤ ਕੀਮਤੀ ਹੈ, ਇਹ ਆਮ ਬੰਦੇ ਕੋ ਨਹੀਂ ਹੋ ਸਕਦਾ। ਫਿਰ ਕਹਿੰਦਾ ਇਹ ਕਿਸੇ ਚੋਰ ਕੋ ਹੋ ਸਕਦਾ, ਚੋਰੀ ਕਰ ਲਿਆ ਹੋਇਆ ਨੇ। ਫਿਰ ਕਹਿੰਦਾ ਇੱਕ ਤੀਜਾ ਬੰਦਾ ਹੈ, ਕਿਸੇ ਸੰਤ ਕੋਲ ਵੀ ਹੋ ਸਕਦਾ ਹੈ ਕਿ ਰਾਜੇ ਕਿਸੇ ਨੇ ਗਿਫਟ ਕੀਤਾ ਹੋਵੇ। ਮੇਜਰ ਸਾਹਿਬ, ਕਿਉਂਕਿ ਰਾਜੇ ਨੇ ਕਿੱਦਾਂ ਆਪਣਾ ਪਿਆਰ ਉਹਨੇ ਦਿਖਾਉਣਾ ਹੈ, ਉਹਨੇ ਕੋਈ ਗਿਫਟ ਹੀ ਦੇਣਾ, ਤੋਹਫਾ ਦੇਣਾ। ਜਿੱਦਾਂ ਉਹ ਕਬੀਰ ਸਾਹਿਬ ਦੇ ਮੁੰਡੇ ਨੂੰ ਦੇ ਗਿਆ ਸੀ ਰਤਨ ਬੰਦਾ ਰਾਜਾ। ਬਿਲਕੁਲ। ਤੇ ਉਹ ਕਹਿੰਦੇ ਇੱਥੇ ਕੁਟੀਏ 'ਚ ਰੱਖ ਜਾ ਕੇ ਤੇ ਕਹਿੰਦਾ ਰੱਖਣ ਗਿਆ, ਤੇ ਕਹਿੰਦਾ ਉਹ ਮੁੜ ਕੇ ਕਵੇ, ਤੇ ਉਹ ਬਾਹਰ ਚਲ ਗਿਆ। ਤੇ ਫਿਰ ਵਾਪਸ ਆ ਗਿਆ ਕਿ ਤੇ ਆਮੀ ਕੁਟੀਏ 'ਚ ਰਖਵਾਤਾ, ਤੇ ਮਹਿੰਗਾ ਰਤਨ ਹੈਗਾ। ਉਹ ਕਹਿੰਦਾ ਪਹਿਲੀ ਗੱਲ ਤੂੰ ਪੱਥਰ ਲੈ ਆਇਆ ਸਾਂ, ਹੁਣ ਤੂੰ ਕਹਿੰਦਾ ਧਿਆਨ ਨਾਲ ਰੱਖੋ। ਹੁਣ ਪੱਥਰ ਨੂੰ ਕਿੱਥੇ ਧਿਆਨ ਨਾਲ ਰੱਖੀ, ਜਿੱਥੇ ਹੈਗਾ ਠੀਕ ਹੈ ਰਹਿਣ ਦੀਏ। ਉਹ ਹਿਸਾਬ ਹੈ। ਸੰਸਾਰੀ ਬੰਦਾ ਨਾ ਉਹਦੀ ਕੀਮਤ ਜਿਹੜੀ ਆ ਨਾ, ਉਹਦੀ ਪ੍ਰਾਈਸ ਨਾ ਵੇਂਦਾ। ਪਰਮਾਤਮਾ ਦੇ ਕੋਲ ਜਾਣਾ ਉਹਦੀ ਕੀਮਤ ਹੈ। ਉਹਦੀ ਕੀਮਤ ਇਹ ਹੈ ਕਿ ਤੁਹਾਨੂੰ ਜੀਵਨ ਨੂੰ ਉਸ ਦਿਸ਼ਾ ਦੇ ਵੱਲ ਲੈ ਕੇ ਆਉਣਾ ਪਊਗਾ। ਦਿਸ਼ਾ ਤੋਂ ਭਾਵ ਧਰਮ ਜਿਹੜਾ ਹੈ ਉਹ ਸਾਡੇ ਜੀਵਨ ਦਾ ਇੱਕ ਹਿੱਸਾ ਹੋਣਾ ਚਾਹੀਦਾ। ਤੁਸੀਂ ਕੋਈ ਵੀ ਕੰਮ ਕਰਦੇ ਜੋ ਉਸਨੂੰ ਧਰਮ ਦੇ ਵਿੱਚੋਂ ਕੱਢੋ। ਕੀ ਜੋ ਮੈਂ ਕਰ ਰਿਹਾ ਸੱਚੀ ਸਹੀ ਹੈ? ਜੇ ਮੈਂ ਇਹ ਕਰਦਾ ਹਾਂ ਤੇ ਮੇਰਾ ਕੀ ਫਾਇਦਾ ਤੇ ਮੇਰਾ ਕੀ ਨੁਕਸਾਨ? ਕੀ ਮੈਂ ਪਰਮਾਤਮਾ ਤੋਂ ਕਿਤੇ ਦੂਰ ਤੇ ਨਹੀਂ ਹੋ ਜਾਵਾਂਗਾ? ਇਹ ਮੇਰਾ ਬਣਦਾ ਹੱਕ ਆ, ਕਿਤੇ ਜਾਇਜ਼ ਆ
ਤੇ ਕਿਤੇ ਨਜਾਇਜ਼ ਆ। ਇਹ ਫੈਸਲਾ ਜਿਹੜਾ ਸੰਗਤ ਜੀ ਅਸੀਂ ਖੁਦ ਕਰਨਾ ਹੈ। ਇਹੋ ਹੀ ਜਿਹੜੀ ਚੀਜ਼ ਹੈ ਸਾਨੂੰ ਪ੍ਰਮਾਤਮਾ ਤੋਂ ਦੂਰ ਵੀ ਲੈ ਕੇ ਜਾ ਸਕਦੀ ਹੈ। ਇਹੋ ਇੱਕ ਐਸੀ ਚੀਜ਼ ਹੈ ਜਿਹੜੀ ਸਾਨੂੰ ਪ੍ਰਮਾਤਮਾ ਦੇ ਕਰੀਬ ਲੈ ਆਉਂਦੀ ਹੈ। ਹੋਰ ਕੋਈ ਕੰਮ ਨਹੀਂ। ਤੁਸੀਂ ਸੱਚ ਬੋਲਣਾ, ਸੱਚ ਸੁਣਨਾ, ਸੱਚ ਖਾਣਾ ਸ਼ੁਰੂ ਕਰ ਦਿਓ, ਸੱਚ ਨੂੰ ਪਹਿਨਣਾ ਸ਼ੁਰੂ ਕਰ ਦਿਓ ਤੇ ਇੱਕ ਸਮਾਂ ਆਊਗਾ ਤੁਸੀਂ ਸੱਚ ਹੋ ਜਾਣਾ, ਕਿਉਂਕਿ ਸੱਚ ਨੇ ਤੁਹਾਨੂੰ ਘੇਰ ਲਿਆ। ਤੇ ਜਦੋਂ ਤੁਸੀਂ ਪ੍ਰਮਾਤਮਾ ਤੋਂ ਦੂਰ ਜਾਣਾ ਚਾਹੁੰਦੇ ਜੋ, ਫਿਰ ਝੂਠ ਬੋਲਣਾ ਸ਼ੁਰੂ ਕਰ ਦਿਓ, ਝੂਠੇ ਕੱਪੜੇ ਪਾਉਣੇ ਸ਼ੁਰੂ ਕਰ ਦਿਓ, ਝੂਠ ਖਾਣਾ ਸ਼ੁਰੂ ਕਰ ਦਿਓ। ਇੱਕ ਸਮਾਂ ਆਊਗਾ ਤੁਸੀਂ ਉਹ ਐਸੇ ਇਨਸਾਨ ਬਣ ਜਾਓਗੇ ਜਿਹਦੀ ਜ਼ਿੰਦਗੀ 'ਚ ਰੱਬ ਹੈ ਹੀ ਨਹੀਂ, ਕੋਈ ਆਤਮਾ ਉਤਮਾ ਨਹੀਂ ਹੈਗੀ, ਕਿਉਂਕਿ ਉਹ ਸਾਡੇ ਕਰਮ ਤੇ ਡਿਪੈਂਡ ਆ। ਅਸੀਂ ਜਾਣਾ ਕਿੱਧਰ ਚਾਹੁੰਦੇ ਹਾਂ। ਫਿਰ ਬਾਣੀ ਤੇ ਉਹ ਕਹਿੰਦੀ ਆ ਕਿ ਬਈ ਕਿ ਜੇ ਤੂੰ ਦੂਜਿਆਂ ਰਸਤਿਆਂ ਦੇ ਵਿੱਚ ਘੁੰਮੇਗਾ ਤੇ ਫਿਰ ਬਈ ਜਮਕਾਲ ਦਾ ਜਿਹੜਾ ਖੂਹ ਆ ਜਾਣਾ ਤੇਰੇ ਲਾਗੇ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਤੇ ਜੇ ਤੁਸੀਂ ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸਮਾਲ, ਜਿਨ੍ਹਾਂ ਨੇ ਸਾਂਭ ਲਿਆ ਰੱਬ ਦਾ ਨਾਮ ਤੇ ਉਹ ਕਹਿੰਦੇ ਉੱਪਰ ਆਉਂਦੇ ਆ। ਬਿਲਕੁਲ। ਕਿਉਂਕਿ ਜਿਹੜੀ ਦਲਦਲ 'ਚ ਆਪਾਂ ਫਸੇ ਪਏ ਆ, ਉਹ ਦਲਦਲ ਤੇ ਕਹਿੰਦੀ ਬੈਠਾ ਰਹਿ, ਦਲਦਲ ਨੂੰ ਕੋਈ ਪ੍ਰੋਬਲਮ ਨਹੀਂ ਆ। ਪਰ ਸੱਚ ਇੱਕ ਐਸਾ ਰੱਸਾ ਹੈ, ਇੱਕ ਐਸੀ ਪੌੜੀ ਹੈ ਜਿਹਨੂੰ ਫੜਨਾ ਹੀ ਪੈਣਾ ਹੈ, ਅਦਰਵਾਈਜ਼ ਤੁਸੀਂ ਬਾਹਰ ਨਹੀਂ ਆ ਸਕਦੇ। ਬੈਠੇ ਤੇ ਹੈਗੇ ਹੀ ਨਿੱਜਾ ਸਾਹਿਬ, ਉਹ ਜਿਹੜਾ ਬੰਦਾ ਬੈਠਾ ਹੈ ਉਹਨੇ ਕਿੱਥੇ ਜਾਣਾ? ਪਰ ਜਿਹੜੀ ਪੌੜੀ ਆ, ਹੁਣ ਪੌੜੀ ਵੀ ਬ੍ਰਹਮ ਗਿਆਨੀ ਤੇ ਸਾਨੂੰ ਇਹੋ ਕਹਿੰਦੇ ਕਿ ਪੌੜੀ ਫੜ ਲੈ, ਇੱਥੇ ਤਾਂ ਚੜ ਸਕਦਾ ਤੂੰ, ਇਸ ਖੂਹ ਚੋਂ ਬਾਹਰ ਆ ਸਕਦਾ। ਪਰ ਮੇਰੇ ਵਰਗਾ ਕਵੇ ਕਿ ਖੂਹ ਹੀ ਬੜਾ ਵਧੀਆ ਤੇ ਫਿਰ ਤੇ ਬ੍ਰਹਮ ਗਿਆਨੀ ਵੀ ਕੀ ਕਰੂ ਜਰਾ? ਉਹਦੇ ਕਿਉਂ ਨਿਰਦੇਸ਼ ਕਰਦੇ ਆ ਕਿ ਇਹ ਪੌੜੀ ਹੈਗੀ ਹੈ ਸੱਚ ਦੀ, ਇਹਨੂੰ ਫੜ ਲਓ ਤੇ ਤੁਸੀਂ ਬਾਹਰ ਆ ਜਾਓਗੇ। ਤੇ ਉਹ ਫੜਨੀ ਆ ਪੌੜੀ, ਰੱਸੀ ਫੜਨੀ ਆ ਜਾਂ ਨਹੀਂ ਫੜਨੀ ਆ, ਉਹ ਫੈਸਲਾ ਤੁਹਾਡਾ ਤੇ ਮੇਰਾ ਹੈ। ਇੰਨੀ ਵਿਚਾਰ ਨੇ ਜੇ ਸਭ ਅੱਜ ਦੀ ਸਮਾਪਤ ਕਰੀਏ। ਨਹੀਂ ਗੌਰਖ ਸਾਹਿਬ, ਇਹ ਤਾਂ ਹੁਣ ਜਿਹੜੀ ਇੱਕ ਪੌੜੀ ਤੇ ਇੱਕ ਸ਼ਲੋਕ ਤੇ ਇੱਕ ਪੌੜੀ ਹੋ ਰਿਹਾ, ਉਹ ਲੈ ਲੈਣੇ ਆਪਾਂ। ਇਹਦੇ ਨਾਲ ਫਿਰ ਪੌੜੀ ਪੂਰੀ ਹੋਏਗੀ ਨਾ। ਇਹ ਸ਼ਲੋਕ ਅੱਗੇ ਤਾਂ ਬਹੁਤ ਕਮਾਲ ਦੀ ਜਿਹੜਾ ਸ਼ਲੋਕ ਆ ਰਿਹਾ, ਜਿਹੜਾ ਆਪਾਂ ਰੋਜ਼ ਬੋਲਦੇ ਹਾਂ, ਤੁਸੀਂ ਵੀ ਬੋਲਦੇ ਹੋ ਹਮੇਸ਼ਾ। ਮਹੱਲਾ ਪਹਿਲਾ। ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ। ਕਹਿੰਦੇ ਖਾਲੀ ਜਿਹੜਾ ਹੈਗਾ ਇਨਸਾਨ ਜਿਹੜਾ ਧਾਰਮਿਕ ਹੋਣਾ ਚਾਹੁੰਦਾ ਹੈ, ਖਾਲੀ ਗੱਲਾਂ ਬਾਤਾਂ ਦੇ ਨਾਲ ਹੋਣਾ ਚਾਹੁੰਦਾ ਹੈ, ਕਰਮ ਕਾਂਡਾਂ ਦੇ ਨਾਲ ਹੋਣਾ ਚਾਹੁੰਦਾ ਹੈ, ਬਸ ਮਨ ਨੂੰ ਨਹੀਂ ਫੜਨਾ ਚਾਹੁੰਦਾ। ਬਸ ਮਨ ਜਿਹੜਾ ਹੈਗਾ ਕਹਿੰਦਾ ਮਨ ਫਰੀ ਰੱਖੋ ਮੇਰਾ, ਬਸ ਬਾਕੀ ਜੋ ਪਾਠ ਕਰਾਉਣਾ ਹੈ, ਜੋ ਜਿਹੜਾ ਹੈਗਾ ਕਿੰਨੀ ਮਰਜ਼ੀ ਰੌਣ ਲਵਾ ਲਓ 6-6 ਘੰਟੇ, ਮਨ ਫਰੀ ਚਾਹੀਦਾ ਹੈ ਭਾਈ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਆਚਾਰ ਫਿਰ ਕਿਵੇਂ ਚੇਂਜ ਹੋਣਗੇ ਭਾਈ? ਜੇ ਮਨ ਹੀ ਪਤੰਦਰ ਨੇ ਤਾਂ ਆਚਾਰ ਤਾਂ ਮਨ ਦੇ ਵਿੱਚ ਹੀ ਆ ਸਾਰੇ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ। ਬਾਹਰੋਂ ਸਿਰੇ ਲਿਪਾ ਪੋਚੀ ਕੀਤੀ ਹੋਈ ਆ, ਬਾਹਰ ਭੇਖ ਸਾਰਾ ਬਣਿਆ ਹੋਇਆ, ਦਿੱਖ ਸਾਰੀ ਹੈਗੀ ਆ। ਰੀਸਾਂ ਕਰਹਿ ਤਿਨਾੜੀਆਂ, ਜੋ ਸੇਵੇਂ ਦਰ ਖੜੀਆਂ। ਔਰ ਰੀਸਾਂ ਉਹਨਾਂ ਦੀਆਂ ਹੈਗੀਆਂ। ਗੁਰਮੁਖ ਦੁਨੀਆ ਫੀਲਿੰਗ ਲੈਂਦੀ ਆ, ਵਾਹ ਜੀ ਵਾਹ, ਇਹ ਜੀ ਮਹਾਂਪੁਰਖ ਹੈਗੇ ਜੀ, ਆ ਜੀ ਬੀਬੀ ਜੀ ਬਹੁਤ ਪਹੁੰਚੇ ਹੋਏ ਆ। ਬਸ ਉਹਨਾਂ ਦੀਆਂ ਆਪਾਂ ਜਿਹੜੇ ਹੈਗੇ ਸਿਰਫ ਜਿਹੜਾ ਹੈਗਾ ਬਾਹਰੋਂ ਜਿਹੜੀਆਂ ਹੈਗੀਆਂ ਰੀਸਾਂ ਕਰ ਰਹੇ ਆ, ਉਹ ਮਹਾਂਪੁਰਖਾਂ ਦੀਆਂ ਜਿਹੜੇ ਬ੍ਰਹਮ ਗਿਆਨੀ ਹੈਗੇ, ਜਿਹੜੇ ਕਿ ਦਰ 'ਤੇ ਖੜੇ ਹੋਏ ਭਗਤੀ ਕਰ ਰਹੇ, ਮਾਲਕ ਦੇ ਦਰ 'ਤੇ ਪਹੁੰਚੇ ਹੋਏ ਆ, ਉਹਨਾਂ ਦੀਆਂ ਆਪਾਂ ਰੀਸਾਂ ਕਰ ਰਹੇ ਹਾਂ। ਨਾਲ ਖਸਮੇ ਰਤੀਆਂ, ਮਾਣੇ ਸੁਖ ਰਲੀਆਂ। ਉਹ ਤਾਂ ਖਸਮ ਦੇ ਨਾਲ ਇੱਕਮਿਕ ਹੈਗੇ, ਉਹ ਤਾਂ ਮਾਲਕ ਦੇ ਗਲ ਦੇ ਨਾਲ ਲੱਗੇ ਹੋਏ ਆ। ਉਹ ਜਿਹੜੇ ਹੈਗੇ ਉਹ ਰੂਹਾਂ ਸੁਖ ਮਾਣ ਰਹੀਆਂ, ਸੁਖ ਰਲੀਆਂ ਮਾਣ ਰਹੀਆਂ। ਹੁੰਦੇ ਤਾਣ ਨਿਤਾਣੀਆਂ, ਰਹੇ ਨਿਮਾਨੜੀਆਂ। ਔਰ ਫਿਰ ਵੀ ਇੰਨਾ ਤਾਣ ਹੁੰਦੇ ਹੋਏ, ਮਾਲਕ ਦੇ ਨਾਲ ਹੁੰਦੇ ਹੋਏ, ਫਿਰ ਵੀ ਜਿਹੜੀਆਂ ਹੈਗੀਆਂ ਨਿਮਾਣ ਦੇ ਵਿੱਚ ਰਹਿੰਦੀਆਂ, ਜਤਾਉਂਦੀਆਂ ਨਹੀਂ ਕਿਸੇ ਨੂੰ, ਪਤਾ ਨਹੀਂ ਲੱਗਦਾ। ਹੁੰਦੇ ਤਾਣ ਨਿਤਾਣੀਆਂ, ਰਹੇ ਨਿਮਾਨੜੀਆਂ। ਨਾਨਕ ਜਨਮ ਸਕਾਰ ਥਾ, ਜੇ ਤਿਨ ਕੈ ਸੰਗ ਮਿਲਾਂ। ਕਹਿੰਦੇ ਮੇਰਾ ਵੀ ਜਨਮ ਸਫਲ ਹੋ ਜਾਏਗਾ ਭਾਈ, ਜੇ ਮੈਂ ਐਸੇ ਭਗਤਾਂ ਦੀ, ਐਸੇ ਜਿਹੜੀਆਂ ਹੈਗੀਆਂ ਰੱਤੀਆਂ ਹੋਈਆਂ ਜਿਹੜੀਆਂ ਹੈਗੀਆਂ ਰੂਹਾਂ ਦੀ, ਜਿਹੜੀ ਮਾਲਕ ਦੇ ਦਰ 'ਤੇ ਪਹੁੰਚੀਆਂ ਹੋਈਆਂ ਹੈ, ਜਿਹੜੇ ਮਾਲਕ ਦਾ ਸਾਥ ਮਾਣ ਰਹੀਆਂ ਹੈ, ਜੇ ਮੈਂ ਉਹਨਾਂ ਦੀ ਸੰਗਤ ਮੈਨੂੰ ਮਿਲ ਜਾਏ ਤਾਂ ਮੇਰਾ ਵੀ ਜਨਮ ਸਫਲ ਹੋ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਦੇਖਿਆ ਨਹੀਂ ਉੱਥੇ ਨਿੱਜਾ ਸਾਹਿਬ ਜਿਹੜੀਆਂ ਮੰਜੀਆਂ ਡਾਲੀਆਂ ਸੀ, ਕਿੰਨੀਆਂ ਮੰਜੀਆਂ ਡਾਲੀਆਂ ਹੁਣ? 26।
ਕਾਪੀ ਪੇਸਟ। ਮੇਰੇ ਵਰਗੇ ਨੇ ਮੰਜਾ ਲਿਆਂਦਾ, ਉੱਤੇ ਚਿੱਟੀ ਚਾਦਰ ਵਿਛਾਈ, ਉਹਦੇ ਮੰਜਾ ਡਾਲਿਆ, ਉਹ ਕਹਿੰਦਾ ਬਸ ਠੀਕ ਆ, ਮੇਕਅਪ ਕਰ ਲਿਆ, ਬਾਹਰੋਂ ਆਊਟਫਿਟ ਚੇਂਜ ਕਰ ਲਈ, ਤੇ ਹੁਣ ਆਮ ਬੰਦੇ ਨੂੰ ਕੀ ਪਤਾ ਮੈਂ ਕੌਣ ਆ, ਉਹਨੇ ਤੇ ਮੈਨੂੰ ਬਾਬਾ ਸਮਝੀ ਜਾਣਾ। ਬਿਲਕੁਲ। ਤੇ ਬਾਣੀ ਕਹਿੰਦੀ ਕਿ ਗੱਲਾਂ ਅਸੀਂ ਚੰਗੀਆਂ। ਉਹ ਫਿਰ ਕਹਿੰਦਾ ਜੀ ਰੱਬ ਬੜਾ ਕਰੀਮ ਹੈ ਜੀ, ਰੱਬ ਤੁਹਾਨੂੰ ਬਹੁਤ ਪਿਆਰ ਕਰਦਾ ਹੈ, ਰੱਬ ਤੁਹਾਡੇ ਤੇ ਬਹੁਤ ਕਿਰਪਾ ਕਰੇਗਾ। ਪਰ ਇਹ ਜਿਹੜੇ ਬੋਲ ਮੇਰੇ ਬੋਲੇ ਆ ਇਹ ਸਹੀ ਨਹੀਂ ਆ, ਕਿਉਂਕਿ ਮੈਂ ਤੇ ਰੱਬ ਨੂੰ ਜਾਣਦਾ ਹੀ ਨਹੀਂ। ਇਸ ਕਰਕੇ ਕਹਿੰਦੇ ਕੱਚੀ ਬਾਣੀ ਹੈ। ਕਹਿੰਦੇ ਤੁਸੀਂ ਕਿੱਦਾਂ ਬੋਲਤਾ ਭਾਈ, ਤੈਨੂੰ ਪਤਾ ਹੈਗਾ ਰੱਬ ਕੀ ਆ, ਤੂੰ ਜਾਣਿਆ? ਨਹੀਂ, ਉਹ ਨਹੀਂ ਮੈਂ ਜਾਣਿਆ। ਉਹ ਤੇ ਉਹ ਹਿਸਾਬ ਹੋਇਆ ਕਿ ਜਿਹੜੀ ਔਰਤ ਨੇ ਬੱਚਾ ਨਹੀਂ ਜੰਮਿਆ ਉਹ ਕਵੇ ਕਿ ਏਦਾਂ ਜੀ ਬੱਚਾ ਏਦਾਂ ਪੈਦਾ ਹੁੰਦਾ। ਬਸ ਉਹ ਕਹਿੰਦੇ ਤੇਰਾ ਬੋਲਿਆ ਝੂਠ ਹੈ, ਕਿਉਂਕਿ ਤੂੰ ਕੁਛ ਤੇਰੇ ਚ ਚੀਜ਼ ਪ੍ਰਗਟ ਹੀ ਨਹੀਂ ਹੋਈ। ਤੇ ਫਿਰ ਜੇ ਇੱਕ ਬੱਚਾ ਮਾਂ ਦੇ ਪੇਟ ਚੋਂ ਨਹੀਂ ਪੈਦਾ ਹੋਇਆ, ਉਹ ਕਲੇਮ ਕਰੇ ਕਿ ਮੈਂ ਏਦਾਂ ਬੱਚਾ ਏਦਾਂ ਹੋ ਗਿਆ ਜਾਂ ਮੈਂ ਏਦਾਂ ਜਨਮ ਦਿੱਤਾ, ਉਹ ਝੂਠ ਆ। ਤੇ ਜੇ ਰੱਬ ਨੂੰ ਆਪਾਂ ਪ੍ਰਗਟ ਹੀ ਨਹੀਂ ਕੀਤਾ, ਫਿਰ ਉਹਦੇ ਬਾਰੇ ਜੇ ਮੈਂ ਬੋਲ ਵੀ ਦਿੱਤਾ ਤੇ ਨਿੱਜਾ ਸਾਹਿਬ ਉਹ ਵੀ ਝੂਠ ਆ। ਹੋਰ ਲੋਕਾਂ ਨੂੰ ਤਾਂ ਬਸ ਆਹੀ ਲੋਕਾਂ ਨੇ ਪੈਰੀ ਹੱਥ ਲਾਏ ਨਹੀਂ ਨਿੱਜਾ ਸਾਹਿਬ। ਫਿਰ ਬਾਣੀ ਕਹਿੰਦੀ ਆ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਕਹਿੰਦੇ ਜਿਹੜੇ ਕਹਿ ਰਹੇ ਉਹ ਤੇ ਕੱਚੇ ਕੱਚੇ, ਜਿਹੜੇ ਉਹਨਾਂ ਦੇ ਲਾਗੇ ਬੈਠੇ ਆ ਉਹ ਵੀ ਕੱਚੇ ਆ, ਉਹ ਵੀ ਕੱਚੇ। ਕੱਚੇ ਦਾ ਮਤਲਬ ਉਹ ਸਤਿ ਸ੍ਰੀ ਅਕਾਲ, ਰੱਬ ਦੀਆਂ ਗੱਲਾਂ ਵੀ ਸੁਣੀ ਜਾਓ ਪਰ ਤੁਹਾਡੇ ਜੀਵਨ ਚ ਬਦਲਾਵ ਹੀ ਨਹੀਂ ਹੋਣਾ। ਕਿਉਂ? ਕਿ ਜਿਹੜਾ ਕਹਿ ਰਿਹਾ ਉਹ ਕੱਚਾ। ਆਪ ਸਮਝਦੇ ਮੇਰੀ ਗੱਲ ਸਾਧ ਸੰਗਤ ਜੀ? ਬਾਣੀ ਇਸ ਲਈ ਕਹਿੰਦੀ ਹੈ ਨੀਅਤ ਭਾਵੇਂ ਤੁਹਾਡੀ ਸੱਚੀ ਆ, ਤੁਸੀਂ ਰੱਬ ਨੂੰ ਹੀ ਪਾਉਣਾ ਚਾਹੁੰਦੇ ਜੋ, ਪਰ ਜੇਕਰ ਤੁਸੀਂ ਗਲਤ ਜਗ੍ਹਾ 'ਚ ਬੈਠੇ ਜੋ ਤੇ ਗੱਲ ਨਹੀਂ ਜੋ ਕਰਨੀ। ਗੋਰਖੀ ਸਾਹਿਬ ਦੇਖੋ, ਬੀਬੀਆਂ ਕਹਿੰਦੀ ਲਓ ਜੀ ਮੈਂ ਤਾਂ ਜੀ ਮਹਾਂਪੁਰਖਾਂ ਨੇ ਮੇਰੀ ਪਿੱਠ ਤੇ ਹੱਥ ਰੱਖਤਾ, ਮੇਰੇ ਸਿਰ ਤੇ ਹੱਥ ਰੱਖਤਾ, ਮਹਾਂਪੁਰਖਾਂ ਨੇ ਮੈਨੂੰ ਨਾਮਦਾਨ ਦੇ ਦਿੱਤਾ, ਬਸ ਮੇਰਾ ਕੰਮ ਬਣ ਗਿਆ ਹੁਣ। ਉਹ ਕਹਿੰਦੀ ਸੀ ਨਾ, ਉੱਥੇ ਇੱਕ ਆਪਣੇ ਗਰੁੱਪ ਜੀ ਹੈਗੀ ਹੈ ਤੇ ਉਹ ਕਿਤੇ ਪਿੰਡ ਪੁੱਡ ਚ ਗਏ ਤੇ ਉੱਥੇ ਬੀਬੀਆਂ ਬਹਿਸ ਪਈਆਂ ਤੇ ਕਹਿੰਦੀ ਜੀ ਬਾਬਾ ਜਵਾਲਾ ਬਾਬਾ ਹੈਗਾ ਇੱਥੇ ਜੀ, ਕਹਿੰਦੇ ਕਿ ਉਹਦੀ ਮਾਂ ਨਰਕਾਂ ਚ ਚੱਲੀ ਸੀ ਤੇ ਉਹ ਬਾਬੇ ਨੇ ਜਵਾਲਾ ਨੇ ਉਹਦੇ ਬਾਲੋਂ ਫੜ ਕੇ ਉਹਨੂੰ ਬਾਹਰ ਕੱਢ ਲਿਆ। ਵਾਹ ਜੀ ਵਾਹ। ਨਰਕਾਂ ਚੋਂ। ਮੈਂ ਕਿਹਾ ਵਾਹ ਬਈ ਵਾਹ। ਮੈਂ ਨਹਿਰ ਨੂਰ ਹੋਣੀ ਉੱਥੇ ਤੇ ਫੜਿਆ ਕੱਢਿਆ ਕੱਢ ਸਕਦੇ ਹਾਂ, ਪਰ ਨਰਕ ਦੇ ਵਿੱਚ ਕਿੱਥੇ ਕੀ ਕਹਾਣੀ ਵਾਲਾਂ ਦੀ, ਤੇ ਉਹ ਬਾਬਾ ਆਪ ਕਿੱਥੇ ਖਲੋਤਾ ਹੈ। ਹਾਂ ਨਰਕ ਦੇ ਵਿੱਚ ਕੀ ਲੋੜ ਵੀ ਗੋਰਖੀ ਸਾਹਿਬ ਫੜ ਦੀ ਕੋਈ ਲੋੜ ਪਈ, ਨਿੱਜੇ ਸਾਹਿਬ ਬਾਹ ਫੜ ਸਕਦਾ ਹੈ ਨਾ। ਨਰਕ ਦੇ ਵਿੱਚ ਬੀਬੀ ਥੋੜੀ ਨਾ ਲੱਭਣੀ ਸੀ, ਉੱਥੇ ਤਾਂ ਜੂਨਾਂ ਪਈਆਂ, ਪਤਾ ਨੀ ਕਿਹੜੀ ਜੂਨ ਚ ਸੀਗੀ। ਪਰ ਉਹ ਗੱਲਾਂ ਬਣਾਈਆਂ ਲੋਕਾਂ ਨੇ, ਏਦਾਂ ਹੀ ਲੋਕੀ ਬੋਲੀ ਜਾਂਦੇ ਤੇ ਉਹ ਗੱਪਾਂ ਲੋਕੀ ਮੰਨੀ ਜਾਂਦੇ। ਠੀਕ ਹੈ ਜੀ ਸਾਧ ਸੰਗਤ ਜੀ, ਇਹ ਚੀਜ਼ ਆਪਾਂ ਸਮਝ ਗਏ। ਤੇ ਫਿਰ ਅਗਲੇ ਬੰਨੇ ਬਾਣੀ ਸਾਨੂੰ ਇਹ ਸਮਝਾ ਰਹੀ ਹੈ ਕਿ ਬਈ ਜੋ ਤੂੰ ਹੈਗਾ ਨਾ, ਤੂੰ ਉਹੀ ਆ। ਬਾਹਰੀ ਭਾਵੇਂ ਜੋ ਮਰਜ਼ੀ ਭੇਸ ਬਦਲੇ ਆ, ਉਹ ਸਭ ਤੇਰੇ ਮਨ ਦਾ ਵਹਿਮ ਆ। ਤੂੰ ਅਗਿਆਨ ਦੇ ਵਿੱਚ ਫਸਿਆ, ਭਰਮ ਚ ਫਸਿਆ। ਤੇ ਸੁਖੀ ਕਿਹੜਾ ਹੈ? ਜਿਹੜਾ ਪਰਮਾਤਮਾ ਦੇ ਵਿੱਚ ਇੱਕਮਿਕ ਹੋ ਚੁੱਕਿਆ। ਤੇ ਬਾਕੀ ਤੇ ਜਿਹੜੇ ਦੁਖੀ ਨੇ ਉਹ ਮਤਲਬ ਉਹੀ ਨੇ ਜਿਨ੍ਹਾਂ ਨੇ ਆਪਣੀ ਵੱਖਰੀ ਹੋਂਦ ਬਣਾ ਲਈ ਹੈ, ਜਿਨ੍ਹਾਂ ਮਾਇਆ ਦਾ ਪੱਲਾ ਫੜ ਲਿਆ। ਤੇ ਕਹਿੰਦੇ ਨਿਤਾਣੇ ਦਾ ਮਤਲਬ ਇਹ ਹੁੰਦਾ ਕਿ ਜਿੰਨਾ ਕੋਲ ਤਾਣਾ ਤੇ ਹੁੰਦਾ ਹੀ ਆ। ਇੱਕ ਬੰਦਾ ਡਾਕਟਰ ਆ, ਉਹ ਸ਼ੋ ਆਫ ਨਹੀਂ ਕਰਦਾ ਕਿ ਮੈਂ ਡਾਕਟਰ ਆ। ਹਾਂ ਮੇਰੇ ਵਰਗਾ ਕੰਪਾਊਂਡਰ ਆ, ਮੈਂ ਡਰੈਸ ਕੋਡ ਚੇਂਜ ਕਰੂੰਗਾ, ਹੋਰ ਸਾਰੇ ਕੁਝ ਕਰੂੰਗਾ, ਕਿਉਂਕਿ ਮੇਰੇ ਅੰਦਰ ਇਨਫੀਰੀਅਰਟੀ ਹੈ ਕਿ ਮੈਂ ਡਾਕਟਰ ਵਰਗਾ ਦਿਖਾਈ ਦੇਵਾਂ। ਪਰ ਜਿਹੜਾ ਹੈਗਾ ਉਹਨੂੰ ਤਾਂ ਪਤਾ ਹੀ ਹੈ ਮੇਰੇ ਅੰਦਰ ਡਿਗਰੀ ਹੈਗੀ ਹੈ, ਮੈਂ ਪੜ੍ਹਾਈ ਕੀਤੀ ਹੈ, ਮੇਰੇ ਨਾਂ ਤੇ ਸਰਟੀਫਿਕੇਟ ਹੈ, ਮੈਂ ਜਿਹਨੂੰ ਮਰਜ਼ੀ ਦਵਾਈ ਲਿਖ ਸਕਦਾ, ਮੇਰੇ ਸਾਈਨਾਂ ਦੀ ਕੀਮਤ ਹੈਗੀ ਆ। ਉਹਨੂੰ ਨਾਟਕ ਕਰਨ ਦੀ ਕੋਈ ਲੋੜ ਨਹੀਂ। ਇਸੇ ਕਰਕੇ ਨਿਮਾਣੇ ਰਹਿੰਦੇ ਨੇ। ਫਿਰ ਅਗਲੇ ਬੰਨੇ ਨਿਜਰ ਸਾਹਿਬ ਅੱਗੇ ਜਿਹੜੀ ਪੌੜੀ ਆ ਗਈ ਜੀ, ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਹੀ ਆਪ ਜਾਲ। ਦੇਖੋ ਕਹਿੰਦੇ ਆ ਖੇਡ ਜਿਹੜੀ ਮਾਲਕ ਨੇ ਬਣਾਈ ਹੋਈ ਆ, ਮਾਲਕ ਆਪ ਹੀ ਜਲ ਹੈਗਾ ਭਾਈ, ਆਪ ਹੀ ਮੱਛੀ, ਸਾਡੇ ਵਰਗੀਆਂ ਮੱਛੀਆਂ ਮਾਲਕ ਆਪ ਹੀ ਹੈਗਾ, ਆਪ ਹੀ ਜਾਲ ਪਾਉਂਦਾ ਹੈ ਮਾਲਕ ਪਰਮਾਤਮਾ। ਤੂੰ ਆਪੇ ਜਾਲ ਵਤਾਏਂਦਾ, ਆਪੇ ਹੀ ਜਾਲ ਸੁੱਟਦਾ ਹੈ। ਆ ਸਾਰਾ ਚੋਗਾ ਸੁੱਟਿਆ ਹੈ ਮਾਲਕ ਪਰਮਾਤਮਾ ਨੇ ਆਪੇ ਵਿੱਚ। ਸੇਬਾਲ ਮਤਲਬ ਹੁੰਦਾ ਉਹ ਕਾਈ ਹੁੰਦੀ ਹੈ ਹਰੇ ਰੰਗ ਦੀ, ਚੋਗਾ ਜਿਹੜਾ ਸੁੱਟਦਾ ਹੈ ਮਾਲਕ। ਕਹਿੰਦੇ ਤੂੰ ਉਹ ਚੋਗਾ ਵੀ ਤੂੰ ਹੀ ਸੁੱਟਣ ਵਾਲਾ ਹੈ ਮਾਲਕਾ, ਜਾਲ ਵੀ ਤੂੰ ਹੀ ਪਾਉਣਾ ਹੈ, ਮੱਛੀ ਵੀ ਤੂੰ ਹੀ ਹੈਗਾ, ਜਲ ਵੀ ਤੂੰ ਹੀ ਹੈਗਾ। ਤੂੰ ਆਪੇ ਕਮਲ ਅਲਿਪਤ ਹੈ, ਸਹਿ ਹੱਥਾਂ ਵਿੱਚ ਗੁਲਾਲ। ਦੇਖ ਲਓ ਭਾਈ, ਕਹਿੰਦੇ ਇੰਨਾ ਚੋਗਾ, ਇੰਨਾ ਡੀਪ, ਇੰਨਾ ਮੋਹ ਦਾ ਚਿੱਕੜ, 100 ਹੱਥ ਜਿਹੜਾ ਹੈਗਾ ਪਾਣੀ ਹੋਏ ਤੇ ਕਮਲ ਦਾ ਫੁੱਲ ਪਾਏ, ਫਿਰ ਉੱਪਰ ਦਾ ਉੱਪਰ ਹੀ ਰਹਿੰਦਾ ਹੈ। ਤੂੰ ਆਪੇ ਕਮਲ ਅਲਿਪਤ ਹੈ, ਅਲਿਪਤ ਰਹਿੰਦਾ ਹੈ।
ਔਰ ਉੱਪਰ ਦੇ ਉੱਪਰ ਪਾਣੀ ਜਿੰਨਾ ਮਰਜੀ ਆਏ ਕਮਲ ਨੇ ਉੱਪਰ ਹੋਈ ਜਾਣਾ ਹੈ। 100 ਹੱਥ ਪਾਣੀ ਹੋਏ ਤਾਂ ਵੀ ਜਿਹੜਾ ਕਮਲ ਗੁਲਾਲ ਦੇ ਰੰਗ ਦਾ ਕਮਲ ਦੇ ਉੱਤੇ ਲਾਲੀ ਛਾਈ ਰਹਿੰਦੀ ਹੈ ਭਾਈ। ਇਸ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਹੁੰਦੇ ਬਚਦੇ ਆ ਇਸ ਇਹਦੇ ਵਿੱਚ। ਮਾਲਕ ਪਰਮਾਤਮਾ ਹੀ ਆਪ ਜੇ ਬਚਾਉਣ ਦਾ ਵੀ ਰਸਤਾ ਰੱਖਿਆ ਹੋਇਆ ਉਹਨੇ। ਧਿਆਨ ਸਿਮਰਨ ਸੰਗਤ ਤੂੰ ਆਪੇ ਮੁਕਤ ਕਰਾਏਂਦਾ ਇੱਕ ਘੜੀ, ਇੱਕ ਨਿਮਕ ਘੜੀ ਕਰ ਖਿਆਲ। ਬਸ ਕਹਿੰਦੇ ਤੂੰ ਆਪ ਹੀ ਮੁਕਤੀ ਕਰਾਉਣ ਵਾਲਾ ਹੈ। ਇੱਕ ਨਿਮਕ ਘੜੀ ਜਿਹੜਾ ਹੈਗਾ ਤੂੰ ਕਰਕੇ ਤਾਂ ਦੇਖ ਲਾ ਨਾ। ਤੂੰ ਆਪਣੇ ਖਿਆਲਾਂ ਨੂੰ ਰੋਕ ਕੇ ਤਾਂ ਦੇਖ ਲਾ। ਤੂੰ ਇਹ ਗੱਲ ਨੂੰ ਵਿਚਾਰ ਕੇ ਤਾਂ ਦੇਖ ਲਾ। ਆਹ ਜਿਹੜੀ ਗੱਲ ਹੈਗੀ ਇਹਨੂੰ ਵਿਚਾਰ ਕੇ ਤਾਂ ਦੇਖ। ਹਰ ਤੁਦੋਂ ਬਾਹਰ ਕਿਛ ਨਹੀਂ, ਗੁਰ ਸ਼ਬਦੀ ਵੇਖ ਨਿਹਾਲ। ਕਹਿੰਦੇ ਭਾਈ ਦੇਖ ਲਓ ਉਸ ਮਾਲਕ ਪਰਮਾਤਮਾ ਤੋਂ ਬਾਹਰ ਕੁਛ ਵੀ ਨਹੀਂ ਹੈਗਾ। ਸਾਰਾ ਜਿਹੜਾ ਹੈਗਾ ਇਹ ਮੱਛੀ ਜਾਲ ਇਹ ਚੋਗਾ ਸਭ ਮਾਲਕ ਪਰਮਾਤਮਾ। ਮੁਕਤੀ ਕਰਨੀ ਮੁਕਤੀ ਔਰ ਮਾਇਆ ਦੇ ਵਿੱਚ ਚਿਰੰਜੂਨਿਆਂ ਦੇ ਵਿੱਚ ਭੇਜਣਾ ਇਹ ਸਾਰਾ ਦਾ ਸਾਰਾ ਇਹ ਮਾਲਕ ਪਰਮਾਤਮਾ ਆਪ ਹੀ ਖੇਡ ਕਰ ਰਿਹਾ ਸਾਰੀ ਦੀ ਸਾਰੀ। ਗੁਰੂ ਦੇ ਸ਼ਬਦ ਦੇ ਨਾਲ ਧਿਆਨ ਸਿਮਰਨ ਕਰਕੇ ਇਸ ਸੰਸਾਰ ਤੋਂ ਥੋੜ੍ਹਾ ਜਿਹਾ ਆਪਣੇ ਵਿਚਾਰਾਂ ਨੂੰ ਰੋਕ ਕੇ ਉੱਪਰ ਉੱਠ ਕੇ ਦੇਖ, ਤੈਨੂੰ ਪਤਾ ਲੱਗ ਜੂਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਮੇਰੇ ਪਿਤਾ ਪਰਮਾਤਮਾ ਤੂੰ ਤੇ ਇੱਕ ਜਾਲ ਵੀ ਹੈ, ਤੂੰ ਮੀਨ ਵੀ ਹੈ, ਇੱਕ ਜਾਲ ਫੜਨ ਵਾਲਾ ਵੀ ਹੈ, ਸਾਰਾ ਕੁਝ ਤੂੰ ਹੀ ਹੈ। ਪਰ ਇਹਦੇ ਬਾਵਜੂਦ ਵੀ ਤੇਰੀ ਅਵਸਥਾ ਜਿਹੜੀ ਆ ਕਮਲ ਦੇ ਫੁੱਲ ਵਾਲੀ ਆ। ਰਹਿਣਾ ਤੂੰ ਸੰਸਾਰ 'ਚ ਹੀ ਆ ਪਰ ਨਿਰਲੇਪ ਆ। ਇਸੇ ਤਰ੍ਹਾਂ ਆਤਮਾ ਹੈ। ਆਤਮਾ ਗੁਣ ਨੂੰ ਗ੍ਰਹਿਣ ਨਹੀਂ